ਸਤਿ ਸ਼੍ਰੀ ਅਕਾਲ, ਨਮਸਤੇ ਅਤੇ ਜੀ ਆਇਆਂ ਨੂੰ ਸਾਰਿਆਂ ਨੂੰ ਅੱਜ ਦੇ ਫੋਰਮ ਦੇ ਵਿੱਚ ਨਿੱਘਾ ਸਵਾਗਤ ਹੈ। ਤੁਹਾਡੀ ਸਿਹਤ ਤੁਹਾਡੇ ਹੱਥਾਂ ਵਿੱਚ। ਸਟ੍ਰੋਕ ਨੂੰ ਰੋਕਣਾ ਅਤੇ ਇਸ ਦਾ ਪ੍ਰਬੰਧ ਕਰਨਾ। ਸ਼ੁਰੂ ਹੋਣ ਤੋਂ ਪਹਿਲਾਂ ਮੈਂ ਇੱਕ ਲੈਂਡ ਐਕਨੋਲਜਮੈਂਟ ਕਰੂੰਗੀ। ਮੈਂ ਐਕਨੋਲਜ ਕਰਨਾ ਮੰਗਦੀ ਹਾਂ ਵੀ ਸਾਡਾ ਆਈਕਨ ਦਾ ਆਫਿਸ ਟ੍ਰੈਡੀਸ਼ਨਲ ਐਂਸੈਸਟਰਲ ਅਤੇ ਅਨਸੀਡਡ ਜ਼ਮੀਨਾਂ ਮਸਕੂਅਮ ਸਕੁਆਮਿਸ਼ ਅਤੇ ਸਲੇਵਟੂਥ ਇੰਡੀਜਨਸ ਲੋਕਾਂ ਦੀ। ਗੁਲਜ਼ਾਰ ਚੀਮਾ ਸਾਡੇ ਆਈਕਨ ਦੇ ਚੀਫ ਮੈਡੀਕਲ ਆਫਿਸਰ ਹਨ 11 ਸਾਲ ਤੋਂ। ਨਾਲੇ ਤੁਹਾਨੂੰ ਸਾਰਿਆਂ ਨੂੰ ਬਹੁਤ ਪਤਾ ਹੋਗਾ ਵੀ ਉਹ ਕਾਫੀ ਚਿਰ ਵਾਸਤੇ ਸਰੀ ਦੇ ਵਿੱਚ ਇੱਕ ਫੈਮਿਲੀ ਡਾਕਟਰ ਦੇ ਤੌਰ ਤੇ ਕੰਮ ਕਰ ਰਹੇ ਹਨ। ਉਹਨਾਂ ਨੇ ਆਪਣੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਸੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਟ੍ਰੇਨਿੰਗ ਲਈ ਸੀ ਨਿਊਫਾਊਂਡਲੈਂਡ ਯੂਨੀਵਰਸਿਟੀ ਨਾਲੇ ਸਾਸਕਟੂਨ ਦੇ ਯੂਨੀਵਰਸਿਟੀ ਹਸਪੀਟਲ ਦੇ ਵਿੱਚ। ਨਾਲੇ ਡਾਕਟਰ ਚੀਮਾ ਪਹਿਲੇ ਵਿਅਕਤੀ ਹਨ ਜੋ ਕੈਨੇਡਾ ਵਿੱਚ MLA ਬਣੇ ਸੀ ਇੰਡੀਆ ਦੇ ਜੰਪਾਲ ਬਣ ਕੇ। ਸੋ ਫਿਰ ਹੁਣ ਮੈਂ ਡਾਕਟਰ ਚੀਮਾ ਨੂੰ ਇਜਾਜ਼ਤ ਦਊਂਗੀ ਤਾਂ ਕਿ ਉਹ ਆਪਣੇ ਪ੍ਰੈਜ਼ੈਂਟੇਸ਼ਨ ਸ਼ੁਰੂ ਕਰ ਸਕਣ। Thank you so much, Harman. ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਗੁੱਡ ਆਫਟਰਨੂਨ। ਇਹ ਸਾਡਾ ਅੱਜ ਦੂਸਰਾ ਦਿਨ ਹੈ ਆਈਕਨ ਪ੍ਰੋਜੈਕਟ ਦਾ, ਜਿਹੜਾ ਅਸੀਂ ਸੈਮੀਨਾਰ ਕਰਨੇ ਪਏ ਹਾਂ ਕਿਉਂਕਿ ਇਸ ਟਾਈਮ ਦੇ ਵਿੱਚ ਕੋਵਿਡ ਕਰਕੇ ਅਸੀਂ ਫਿਜ਼ੀਕਲੀ ਤੁਹਾਡੇ ਨਾਲ ਨਹੀਂ ਮਿਲ ਸਕਦੇ, ਪਰ ਅਸੀਂ ਆਨਲਾਈਨ ਤੁਹਾਡੇ ਨਾਲ ਕਮਿਊਨੀਕੇਸ਼ਨ ਐਸਟੈਬਲਿਸ਼ ਕੀਤਾ। ਮੈਂ ਆਈਕਨ ਬਾਰੇ ਦੱਸਣਾ ਚਾਹੁੰਦਾ ਕਿ ਇਹ ਕੋਈ 11 ਸਾਲਾਂ ਤੋਂ ਪਹਿਲਾਂ ਸ਼ੁਰੂ ਹੋਇਆ ਸੀ। ਇਹਦਾ ਫੁੱਲ ਇਹਦੀ ਜਿਹੜਾ ਨਾਂ ਹੈ ਕਿ ਇੰਟਰਕਲਚਰਲ ਆਨਲਾਈਨ ਹੈਲਥ ਨੈਟਵਰਕ। ਇਹ UBC ਦੀ ਫੈਕਲਟੀ ਆਫ ਮੈਡੀਸਨ ਜਿਹੜੇ ਡਾਕਟਰ ਕੈਂਡਲ ਹੋ ਨੇ, ਪ੍ਰੋਫੈਸਰ ਆਫ ਐਮਰਜੈਂਸੀ ਮੈਡੀਸਨ ਡਿਜੀਟਲ ਮੈਡੀਸਨ ਦੇ ਵੀ ਪ੍ਰੋਫੈਸਰ ਨੇ, ਤੇ ਉਹ ਇਸ ਪ੍ਰੋਗਰਾਮ ਦੇ ਓਵਰਆਲ ਲੀਡ ਨੇ। ਮੈਂ ਸਾਊਥ ਏਸ਼ੀਅਨ ਭਾਈਚਾਰੇ ਦੀ ਜਿਹੜਾ ਸੈਕਸ਼ਨ ਹੈ ਉਹਨੂੰ ਮੈਂ ਲੀਡ ਕਰਨਾ। ਮੇਰਾ ਕੰਮ ਐਜ਼ ਏ ਵਲੰਟੀਅਰ ਹੈ ਪਿਛਲੇ 11 ਸਾਲਾਂ। ਤੇ ਮੈਂ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਡਾਕਟਰਸ, ਪੰਜਾਬੀ ਬੋਲਣ ਵਾਲੇ, ਹਿੰਦੀ ਬੋਲਣ ਵਾਲੇ, ਬਹੁਤ ਸਾਰੇ ਇਨਵੋਲਵਮੈਂਟ ਉਹਨਾਂ ਦੀ ਕੀਤੀ ਸੀ। ਉਹ ਹਮੇਸ਼ਾ ਸਾਨੂੰ ਟਾਈਮ ਦੇ ਕੇ ਇਸ ਪ੍ਰੋਗਰਾਮ ਨੂੰ ਪ੍ਰਮੋਟ ਕਰਦੇ ਨੇ। ਸੋ ਵੀ ਆਰ ਸੋ ਗ੍ਰੇਟਫੁਲ। ਅੱਜ ਸਾਡੇ ਕੋਲ ਐਡੀਸ਼ਨ ਵੀ ਹੈਗੀ ਹੈ। ਅੱਗੇ ਸਾਡੀ ਕਮਿਊਨਿਟੀ ਦੇ ਬੜੇ ਅੱਛੇ ਡਾਕਟਰ, ਯੰਗ ਡਾਕਟਰ ਆ ਰਹੇ ਨੇ, ਉਹਨਾਂ ਬਾਰੇ ਮੈਂ ਬਾਅਦ 'ਚ ਗੱਲ ਕਰਾਂਗਾ। ਸਾਡਾ ਜਿਹੜਾ ਮਕਸਦ ਕੀ ਹੈ, ਪਹਿਲੀ ਗੱਲ ਤੇ ਜਿਹੜਾ ਪ੍ਰੋਗਰਾਮ ਹੈ ਇਹ ਪ੍ਰੋਮਿਸ ਫੰਡ ਕਰਦਾ। ਪਿਛਲੇ 11 ਸਾਲਾਂ ਵਿੱਚ ਕੋਈ ਵੀ ਜਿਹੜੀ ਵੀ ਗਵਰਨਮੈਂਟ ਆਈ ਹੈ ਉਹਨਾਂ ਸਾਰਿਆਂ ਨੇ ਇਸ ਪ੍ਰੋਗਰਾਮ ਨੂੰ ਫੰਡ ਕੀਤਾ। ਇਹਦਾ ਪਰਪਸ ਹੈ ਕਿ ਅਸੀਂ ਜਿਹੜੀਆਂ ਮਲਟੀ ਕਲਚਰਲ ਕਮਿਊਨਿਟੀਜ਼ ਨੇ ਤੇ ਜਿਹੜੇ ਸਾਡੇ ਇੱਥੇ ਇੰਡੀਜਨਸ ਲੋਕ ਨੇ, ਪੇਸ਼ੈਂਟਸ ਨੇ ਤੇ ਕੇਅਰ ਗਿਵਰ ਨੇ, ਉਹਨਾਂ ਤੱਕ ਇਨਫੋਰਮੇਸ਼ਨ ਕਿਸ ਤਰ੍ਹਾਂ ਪਹੁੰਚਾਣੀ, ਉਹਨਾਂ ਦੀ ਬੋਲੀ ਵਿੱਚ, ਉਹਨਾਂ ਦੀ ਲੈਂਗੁਏਜ ਦੇ ਵਿੱਚ। ਤੇ ਜਿਹੜੀਆਂ ਪ੍ਰੋਬਲਮਸ ਨੇ ਲੰਬੇ ਸਮੇਂ ਵਾਲੀਆਂ, ਜਿਸ ਤਰ੍ਹਾਂ ਕ੍ਰੋਨਿਕ ਡਿਜ਼ੀਜ਼ਸ ਦੀ ਜਿਹੜੀਆਂ ਨਾ, ਉਹਨੂੰ ਰੋਕਥਾਮ ਵਾਸਤੇ ਤੇ ਉਹਦੀ ਮੈਨੇਜਮੈਂਟ ਵਾਸਤੇ ਕੀ ਅਸੀਂ ਕਰ ਸਕਦੇ ਹਾਂ, ਉਹ ਲੋਕਾਂ ਤੱਕ ਅਸੀਂ ਪਹੁੰਚਾਉਣਾ। ਥਰਡ ਸਾਡਾ ਆਬਜੈਕਟਿਵ ਹੈ ਕਿ ਜਿਹੜੀ ਇਨਫੋਰਮੇਸ਼ਨ ਦੇਣੀ ਹੈ ਉਹ ਗੱਪਸ਼ਪ ਨਹੀਂ ਮਾਰਨੀ, ਉਹ ਦੇਣੀ ਹੈ ਕਿ ਰੈਲੇਵੈਂਟ ਇਨਫੋਰਮੇਸ਼ਨ ਜਿਹੜੀ ਕਿ ਆਪਣੇ ਜਿਹੜੇ BC ਦੇ ਨਿਵਾਸੀਆਂ ਤੱਕ ਪਹੁੰਚਾਉਣੀ ਹੈ, ਜਿਹੜੀ ਐਕਚੁਅਲੀ ਉਹ ਹੋ ਰਿਹਾ ਸਾਇੰਸ ਦੇ ਮੁਤਾਬਕ, ਪਰ ਤੁਹਾਡੀ ਬੋਲੀ ਵਿੱਚ। ਫਿਰ ਸਾਡਾ ਹੁੰਦਾ ਕਿ ਅਸੀਂ ਜਿਹੜਾ ਕਮਿਊਨੀਕੇਸ਼ਨ ਹੈ ਇਹਦਾ ਇੱਕ ਬੜਾ ਸੋਹਣਾ ਕਨਵਰਸੇਸ਼ਨ ਦਾ ਇੱਕ ਟਾਈਮ ਹੈ ਕਿ ਕਮਿਊਨਿਟੀ ਦੇ ਨਾਲ ਮੈਂਬਰਸ ਆਫ ਦੀ ਹੈਲਥ ਕੇਅਰ ਜਿਹੜੇ ਸਾਡੇ ਪ੍ਰੋਫੈਸ਼ਨਲਸ ਨੇ ਜਾਂ ਜਿਹੜੇ ਸਪੋਰਟ ਸਟਾਫ ਹੈ, ਉਹਨਾਂ ਨਾਲ ਕਨੈਕਸ਼ਨ ਤੁਸੀਂ ਕਿਸ ਤਰ੍ਹਾਂ ਬਣਾਉਣਾ। ਸੋ ਇਹ ਸਾਡੇ ਮੇਨ ਆਬਜੈਕਟਿਵ ਨੇ ਜੋ ਉਹਦਾ ਪ੍ਰੋਗਰਾਮ ਅਸੀਂ ਸ਼ੁਰੂ ਕੀਤਾ। ਫਿਰ ਅੱਜ ਦਾ ਜਿਹੜਾ ਸਾਡਾ ਫਾਰਮ ਹੈ ਇਹਦੇ ਵਿੱਚ ਅਸੀਂ ਜਿਸ ਤਰ੍ਹਾਂ ਕੱਲ੍ਹ ਵੀ ਕੀਤਾ ਸੀ ਕਿ ਸ਼ੁਰੂ ਦੇ ਵਿੱਚ ਕਿ ਸਟ੍ਰੋਕ ਦੀ ਜਿਹੜੀ ਹੈ ਨਾ, ਕੱਲ੍ਹ ਅਸੀਂ ਉਹਦੀ ਪ੍ਰੀਵੈਂਸ਼ਨ ਬਾਰੇ ਗੱਲ ਕੀਤੀ ਸੀ ਕਿ ਓਵਰਵਿਊ ਕੀਤਾ ਸੀ ਵੀ ਤੁਸੀਂ ਪਹਿਲਾਂ ਕਿਸ ਤਰ੍ਹਾਂ ਇਹਦੀ ਪਹਿਚਾਣ ਕਿਸ ਤਰ੍ਹਾਂ ਕਰਨੀ ਹੈ, ਇਹਦੇ ਲੱਛਣ ਕੀ ਨੇ, ਕਿਸ ਤਰੀਕੇ ਨਾਲ ਪ੍ਰੈਜ਼ੈਂਟ ਕਰਦਾ, ਇਹਨੂੰ ਡਾਇਗਨੋਸ ਕਿਸ ਤਰ੍ਹਾਂ ਕਰਨਾ, ਇਹਦਾ ਇਲਾਜ ਕਿਸ ਤਰ੍ਹਾਂ ਕਰਨਾ, ਡਾਈਟ ਤੁਹਾਡੀ ਕਿਹੜੀ ਇੰਪੋਰਟੈਂਟ ਹੈ, ਕਿਸ ਤਰੀਕੇ ਨਾਲ ਤੁਸੀਂ ਇਹਨੂੰ ਡੀਲ ਕਰਨਾ, ਤੁਹਾਡੇ ਕੋਲ ਡਿਜੀਟਲ ਟੂਲਸ ਕਿਹੜੇ ਨੇ ਪੇਸ਼ੈਂਟ ਨੂੰ ਅਸਿਸਟ ਕਰਨ ਵਾਸਤੇ, ਕੇਅਰ ਗਿਵਰਸ ਵਾਸਤੇ ਤੇ ਹੈਲਥ ਕੇਅਰ ਪ੍ਰੋਫੈਸ਼ਨਲਸ ਵਾਸਤੇ। ਅੱਜ ਜਿਹੜਾ ਥੋੜਾ ਜਿਹਾ ਅਸੀਂ ਹੋਰ ਡੀਪਰ ਜਾ ਰਹੇ ਹਾਂ ਇਸ ਕੰਮ ਦੇ ਵਿੱਚ ਕਿ ਸਟ੍ਰੋਕ ਕੀ ਹੈ, ਇਹਨੂੰ ਮੈਨੇਜ ਕਿਸ ਤਰ੍ਹਾਂ ਕਰਨਾ, ਤੇ ਜਿਹੜੇ ਸਟ੍ਰੋਕ ਦੇ ਨੇ ਸਾਡੀ ਜਿਹੜੀ ਮਾਨਸਿਕ ਤੌਰ ਜਿਹੜੀ ਹੈਲਥ ਹੈ ਉਹਦੇ ਤੇ ਕਿਸ ਤਰ੍ਹਾਂ ਇਹਦਾ ਅਸਰ ਪੈਂਦਾ, ਤੇ ਜਿਹੜੀਆਂ ਸਾਡੀਆਂ ਐਬਿਲਿਟੀਜ਼ ਨੇ ਫੰਕਸ਼ਨ ਕਰਨ ਦੀਆਂ ਤੇ ਬਾਅਦ ਦੇ ਵਿੱਚ ਰੀਹੈਬਿਲਿਟੇਸ਼ਨ ਦਾ ਕੀ ਰੋਲ ਹੈ। ਅਸੀਂ ਤੁਹਾਨੂੰ ਪ੍ਰੈਕਟੀਕਲ ਟਿਪਸ ਦੇਵਾਂਗੇ ਤੇ ਕਮਿਊਨਿਟੀ ਰਿਸੋਰਸਿਸ ਪੇਸ਼ੈਂਟ ਵਾਸਤੇ ਕਿਹੜੇ ਹੈਗੇ ਨੇ ਉਹਨਾਂ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗੇ। ਅੱਜ ਮੈਂ ਸਾਰੇ ਜਿਹੜੇ ਸਾਡੇ ਸਪੀਕਰ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਬੜਾ
छोटा जिहा वेरवा देना बड़ा पहला है कि साडे कोल डॉक्टर प्रीत चाल ने न्यूरोलॉजिस्ट ते डॉक्टर चाल ने रॉयल कोलंबिया हॉस्पिटल फ्रेजर हेल्थ अथॉरिटी दे ज्वाइन कीता सी 2010 ਦੇ ਵਿੱਚ as an attending neurologist, and he's one of the founding member of the Fraser Health Stroke Services based at RCH. ਉਹਨਾਂ ਦਾ area of interest is neuromuscular disease, headache disorders, stroke and vascular disease, and also ਜਿਹੜੀਆਂ brain ਦੀਆਂ injuries ਨੇ ਸੱਟ ਦੇ ਨਾਲ ਤੇ concussion ਵਾਸਤੇ ਇਹਦੇ ਨਾਲ ਇਹ clinical assistant professor ਨੇ with Division of Neurology at UBC Department of Medicine ਤੇ ਬਹੁਤ actively medical students ਤੇ residents ਦੀ education ਵਿੱਚ involved ਹੈ ਇਹ ਨਾਲੇ ਇਹਦਾ ਦੇਖੋ ਬਹੁਤ ਇਹ ਕੰਮ ਕਰਦੇ ਨਾਲ ਇਹਨਾਂ ਇਹ ਮੈਡੀਕਲ ਡਾਇਰੈਕਟਰ ਨੇ ਰਾਇਲ ਕੋਲੰਬੀਆ ਹਸਪੀਟਲ ਨਿਊਰੋ ਡਾਇਗਨੋਸਿਸ ਪ੍ਰੋਗਰਾਮ ਦੇ ਵਿੱਚ ਬਾਕੀ ਵੀ ਮੈਂ ਇਹਨਾਂ ਨੂੰ ਦੇਖਿਆ ਵੀ ਕਮਿਊਨਿਟੀ ਦੇ ਵਿੱਚ ਕਾਫੀ ਇਨਵੋਲਵ ਨੇ ਤੇ ਲੋਕਾਂ ਨੂੰ ਅਵੇਅਰਨੈਸ ਜਿਹੜੀ ਹੈ ਨਾ ਇਹਨਾਂ ਚੀਜ਼ਾਂ ਬਾਰੇ ਬਹੁਤ ਕਰਦੇ ਪਏ ਨੇ ਸੋ ਵੀ ਆਰ ਵੈਰੀ ਹੈਪੀ ਦੈਟ ਹੀ ਇਜ਼ ਪਾਰਟ ਆਫ ਦਿਸ ਸੈਮੀਨਾਰ ਸਾਡੇ ਨੈਕਸਟ ਸਪੀਕਰ ਨੇ ਡਾਕਟਰ ਲੀਨਾ ਜੈਨ ਇਹ ਸ਼ੁਰੂ ਤੋਂ ਹੀ 11 ਸਾਲਾਂ ਤੋਂ ਹੀ ਸਾਡੇ ਨਾਲ ਇਨਵੋਲਵ ਨੇ ਇਹ ਹੁਣ ਪੰਜਾਬ ਤੋਂ ਆਏ ਨੇ ਮੇਰੇ ਵਾਂਗੂ ਤੇ ਇੱਥੇ ਆ ਕੇ ਇਹਨਾਂ ਨੇ ਆਪਣੀ ਬੈਚਲਰ ਆਫ ਮੈਡੀਸਨ ਐਂਡ ਸਰਜਰੀ ਉਹਨਾਂ ਕੀਤੀ ਸੀ ਦਿੱਲੀ ਤੋਂ ਲੇਡੀ ਹਾਰਡਿੰਗ ਮੈਡੀਕਲ ਕਾਲਜ ਦੇ ਵਿੱਚ ਫਿਰ ਇਹਨਾਂ ਨੇ MD ਕੀਤੀ ਰਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਉਸ ਤੋਂ ਬਾਅਦ ਇਹ ਨਾਰਥ ਅਮਰੀਕਾ ਵਿੱਚ ਆਏ ਡਾਕਟਰ ਜੈਨ ਨੇ ਆਪਣੀ ਇੰਟਰਨਲ ਮੈਡੀਸਨ ਦੀ ਡਿਗਰੀ ਕੀਤੀ ਸ਼ਿਕਾਗੋ ਤੋਂ ਉਸ ਤੋਂ ਬਾਅਦ ਇਹਨਾਂ ਨੇ ਜੈਰੀਆਟਿਕ ਫੈਲੋਸ਼ਿਪ ਕੀਤੀ ਸ਼ਿਕਾਗੋ ਦੇ ਵਿੱਚ ਡਾਕਟਰ ਜੈਨ 20 ਸਾਲ ਪਹਿਲਾਂ ਕੈਨੇਡਾ ਵਿੱਚ ਆਏ ਸੀ ਤੇ ਇਹਨਾਂ ਨੇ ਇੱਥੇ ਆ ਕੇ ਫੈਲੋਸ਼ਿਪ ਰਾਇਲ ਕਾਲਜ ਆਫ ਫਿਜ਼ੀਸ਼ੀਅਨ ਐਂਡ ਸਰਜਨ ਦੀ ਕੀਤੀ ਹੈ and also American College of Physician and Surgeon. So ਬੜੇ ਹੀ ਤੁਹਾਨੂੰ ਇਹਨਾਂ ਦੀ ਕੁਆਲੀਫਿਕੇਸ਼ਨ ਤੁਸੀਂ ਵੇਖ ਹੀ ਲਈਏ ਬਹੁਤ ਲੰਬੀ ਚੌੜੀ ਹੈ ਡਾਕਟਰ ਚਾਲ ਵਾਂਗੂ ਤੀਜੇ ਸਾਡੇ ਆ ਸਪੀਕਰ ਨੇ ਡਾਕਟਰ ਰਜੀਵ ਰੈਬਾ ਦੇਖੋ ਇਹਨਾਂ ਦੀ ਵੀ ਫਿਜ਼ੀਕਲ ਮੈਡੀਸਨ ਐਂਡ ਰੀਹੈਬਿਲਿਟੇਸ਼ਨ ਦੇ ਸਪੈਸ਼ਲਿਸਟ ਨੇ ਇਹ ਵੀ ਕਲੀਨਿਕਲ ਐਸੋਸੀਏਟ ਪ੍ਰੋਫੈਸਰ ਨੇ ਡਿਪਾਰਟਮੈਂਟ ਆਫ ਮੈਡੀਸਨ ਐਟ UBC and he's also a attending physician on the inpatient neuromuscular program and also a part of the outpatient acquired brain injury program and NMS program at GF Strong Rehabilitation Center. A patient post-stroke rehabilitation ਵਾਸਤੇ ਵੇਖਦੇ ਨੇ GF Strong program ਦੇ ਅੰਡਰ ਤੇ ਇਹਨਾਂ ਦਾ ਨਿਊ ਵੈਸਟਮਿੰਸਟਰ ਦੇ ਵਿੱਚ ਵੀ ਪਾਰਟਿਸਿਪੇਟ ਕਰਦੇ ਨੇ ਤੇ ਜਿਹੜੀ ਇਹਨਾਂ ਦੀ ਹਸਪੀਟਲ ਬੇਸਡ ਇਹਨਾਂ ਦੀ ਕੰਸਲਟਿੰਗ ਪ੍ਰੈਕਟਿਸ ਹੈ ਉਹ ਰਾਇਲ ਕੋਲੰਬੀਆ ਹਸਪੀਟਲ ਦੇ ਵਿੱਚ ਇਹ ਨਾਲ ਜਿਹੜੇ ਨਿਊ ਡਾਇਰੈਕਟਰ ਨੇ ਨਿਊ ਵੈਸਟਮਿੰਸਟਰ ਰੀਹੈਬਿਲਿਟੇਸ਼ਨ ਮੈਡੀਸਨ ਐਂਡ ਸਪਾਸਟਿਸਿਟੀ ਕਲੀਨਿਕ ਐਟ ਏ ਕਮਿਊਨਿਟੀ ਬੇਸਡ ਜਿਹੜੀ ਕਲੀਨਿਕ ਹੈ ਜਿਹੜਾ ਫੋਕਸ ਇਹਨਾਂ ਦਾ ਹੈਗਾ ਪੇਸ਼ੈਂਟ ਅਡਲਟ ਜਿਹੜੇ ਅਡਲਟ ਪੇਸ਼ੈਂਟ ਨੇ ਪੋਸਟ ਜਿਹੜੀ ਰਿਕਵਰੀ ਹੈ ਸਪਾਸਟਿਸਿਟੀ ਜਿਹਨਾਂ ਦੇ ਮਸਲ ਸਟਿਫ ਹੋ ਜਾਂਦੇ ਨੇ ਉਹਦੇ ਤੇ ਫੋਕਸ ਕਰਦੇ ਨੇ ਸੋ ਵੀ ਆਰ ਵੈਰੀ ਹੈਪੀ ਟੂ have him as a part of this presentation. Next ਸਾਡੇ ਕੋਲ ਨੇ family caregivers of British Columbia. ਪਹਿਲੇ ਨੇ Victoria Lloyd, family caregiver of BC, and next ਨੇ ਸਾਡੇ ਕੋਲ Kathleen Archibald Hart, and she's from Heart and Strong Foundation. So ਹੁਣ ਅਸੀਂ ਸੁਣਾਂਗੇ we will hear how ਇਹ ਜਿਹੜੀਆਂ ਦੋ organization ਨੇ ਉਹ ਕਿਸ ਤਰੀਕੇ ਨਾਲ ਸਪੋਰਟ ਕਰਦੀਆਂ ਪਈਆਂ ਨੇ ਤੇ ਉਹਨਾਂ ਕੋਲ ਕਿਹੜੇ ਰਿਸੋਰਸਸ ਨੇ ਸਾਡੇ ਪੇਸ਼ੈਂਟਸ ਵਾਸਤੇ ਸੋ ਨਾਓ ਆਈ ਵਿਲ ਆਸਕ them to start their presentation ਸੋ ਸਾਡੀ ਪਹਿਲੀ ਜਿਹੜੀ ਸਾਡੀ ਪ੍ਰੈਜੈਂਟੇਸ਼ਨ ਹੈ ਉਹ ਡਾਕਟਰ ਚਾਲ ਵੱਲੋਂ ਡਾਕਟਰ ਪ੍ਰੀਤ ਚਾਲ ਸੋ ਸ਼ੁਰੂ ਕਰੋ ਜੀ ਹਾਂਜੀ ਜੀ ਆਇਆਂ Thank you, Dr. Chima, for such a warm welcome. ਤੇ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਵੈਲਕਮ ਤੇ ਧੰਨਵਾਦ ਵੀ ਮੈਂ ਕਰਦਾ ਆਈਕਨ ਦੀ ਟੀਮ ਨੂੰ ਵੀ ਕਿ ਮੈਨੂੰ ਪ੍ਰੈਜ਼ੈਂਟ ਕਰਨ ਦਾ ਮੌਕਾ ਦਿੱਤਾ ਇੱਥੇ ਮੇਰਾ ਜਿਹੜਾ ਅੱਜ ਟੌਪਿਕ ਹੋਵੇਗਾ ਕਿ ਆਪਾਂ ਸਟ੍ਰੋਕ ਕਿਹਨੂੰ ਕਹਿੰਦੇ ਆ ਤੇ ਸਟ੍ਰੋਕ ਲਈ ਆਪਾਂ ਕੀ ਕੁਝ ਕਰ ਸਕਦੇ ਹਾਂ ਉਹਨੂੰ ਆਪਾਂ ਕਿਵੇਂ ਮੈਨੇਜ ਕਰ ਸਕਦੇ ਹਾਂ ਮੇਰੀ ਕੋਸ਼ਿਸ਼ ਹੋਏਗੀ ਮੈਂ ਜਿੰਨਾ ਪੰਜਾਬੀ 'ਚ ਬੋਲ ਸਕਾਂ ਪੰਜਾਬੀ 'ਚ ਅਨੁਵਾਦ ਕਰ ਸਕਾਂ ਕਰੂੰਗਾ ਪਰ ਕਈ ਵਰਡ ਮੈਨੂੰ ਹਲੇ ਵੀ ਇੰਨਾ ਲੱਗਦਾ ਪੰਜਾਬੀ ਬੋਲਦਿਆਂ ਨੂੰ ਕਿ ਆਪਾਂ ਜਿਵੇਂ ਸਟ੍ਰੋਕ ਹੈਗਾ ਉਹਨੂੰ ਸਟ੍ਰੋਕ ਹੀ ਰੱਖੀਏ ਜੇ ਉਹਦਾ ਆਪਾਂ ਲਕਵਾ ਕਹਿ ਦਿੰਦੇ ਹਾਂ ਜਾਂ ਹੋਰ ਵਰਡ ਕਹਿ ਦਿੰਦੇ ਹਾਂ ਆਪਾਂ ਕਾਫੀ ਪਾਪੂਲੇਸ਼ਨ ਨੂੰ ਕਨਫਿਊਜ਼ ਕਰ ਲੈਂਦੇ ਹਾਂ ਹੁਣ ਹਾਰਟ ਅਟੈਕ ਨੂੰ ਆਪਾਂ ਹਾਰਟ ਅਟੈਕ ਹੀ ਰੱਖਦੇ ਹਾਂ ਇਹਦੇ ਲਈ ਮੈਂ ਇਹੀ ਕਹਿਣਾ ਚਾਹੂੰਗਾ
मैं short question मैं I would love to take questions कि ਆਪਾਂ पर ਜਿਹੜਾ mainstream ਚ word use ਹੁੰਦਾ ਹੈ stroke ਉਹਨੂੰ ਆਪਾਂ stroke ਨੂੰ ਹੀ ਰੱਖੀਏ ਤੇ ਉਹਦੇ ਲਈ ਥੋੜਾ ਜਿਹਾ ਆਪਾਂ ਇਹਨੂੰ ਚੰਗੀ ਤਰ੍ਹਾਂ explain ਕੀਤਾ ਜਾਵੇ ਕਿ ਹੈ ਕੀ ਚੀਜ਼ ਇਹਨੂੰ ਆਪਾਂ ਕਿਵੇਂ recognize ਕਰਨਾ ਕੱਲ ਤੁਸੀਂ ਬਹੁਤ ਸੋ details presentation ਵੀ ਸੁਣੀਆਂ ਮੈਂ ਉਹਨਾਂ ਤੇ ਥੋੜਾ ਜਿਹਾ ਹੋਰ build up ਕਰਨਾ ਚਾਹੁੰਦਾ alright ਸੋ ਮੇਰੀ ਅੱਜ ਜਿਹੜੀ ਪ੍ਰੈਜੈਂਟੇਸ਼ਨ ਹੈ ਇਹਦੇ ਖਾਸ ਮੇਨ ਆਬਜੈਕਟਿਵ ਇਹੀ ਹੈ ਕਿ ਸਟ੍ਰੋਕ ਕੀ ਹੈ ਸਟ੍ਰੋਕ ਦੀਆਂ ਅੱਡ-ਅੱਡ ਵੱਖ-ਵੱਖ ਕਿਸਮਾਂ ਕਿਹਨੂੰ ਆਪ ਜਿਹਨੂੰ ਕਹਿੰਦੇ ਆ ਉਹ ਕੀ ਚੀਜ਼ ਆ ਜੇ ਸਟ੍ਰੋਕ ਹੁੰਦਾ ਹੈ ਤੇ ਹਸਪੀਟਲ ਜਾਣਾ ਪੈਂਦਾ ਆ ਉਹਦੇ ਚ ਕੀ ਕੁਝ ਹੋ ਸਕਦਾ ਹਸਪੀਟਲ ਚ ਅਸੀਂ ਕੀ ਉਹਦੀ ਕਿਵੇਂ ਉਹਨੂੰ ਮੈਨੇਜਮੈਂਟ ਕਰਦੇ ਆ ਤੇ ਜਿਹੜਾ ਇੱਕ ਹੋਰ ਪੁਆਇੰਟ ਹੈਗਾ ਕਾਫੀ ਕੱਲ ਵੀ ਆਪਾਂ ਇਹਦੇ ਬਾਰੇ ਗੱਲ ਹੋਈ ਸੀਗੀ ਕਿ ਜਿਹੜੀਆਂ ਕ੍ਰੋਨਿਕ ਡਿਜ਼ੀਜ਼ਸ ਲੰਬੇ ਸਦੀਆਂ ਤੋਂ ਜਿਹੜੀਆਂ ਡਿਜ਼ੀਜ਼ਸ ਹੁੰਦੀਆਂ ਆਪਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੋ ਗਈ ਡਾਇਬੀਟੀਜ਼ ਕਿ ਉਹਨਾਂ ਨੂੰ ਮੈਨੇਜ ਕਰਨਾ ਉਹਨਾਂ ਨੂੰ ਸਾਂਭ ਕੇ ਰੱਖਣਾ ਉਹਨਾਂ ਨੂੰ ਚੰਗੀ ਤਰ੍ਹਾਂ ਉਹਦਾ ਇਲਾਜ ਕਰਨਾ ਕਿਉਂ ਜ਼ਰੂਰੀ ਆ ਕਿ ਆਪਾਂ ਇਹਨੂੰ ਸਟ੍ਰੋਕ ਕਿਵੇਂ ਪ੍ਰੀਵੈਂਟ ਕਰਨੇ ਆ ਸਟ੍ਰੋਕ ਹੋਣ ਤੋਂ ਕਿਵੇਂ ਆਪਾਂ ਹਟ ਸਕਦੇ ਆ ਦੂਜੀ ਗੱਲ ਹੈਗੀ ਹੈ ਕਿ ਆਪਾਂ ਜਿਹੜੀ ਜਦੋਂ ਜੇ ਸਟ੍ਰੋਕ ਹੁੰਦਾ ਉਹਦੀ ਰਿਕਵਰੀ ਲਈ ਫੇਜ਼ ਲਈ ਆਪਾਂ ਕੀ ਕਰ ਸਕਦੇ ਆ ਤੇ ਮੇਰੀ ਸਲਾਹ ਹੋਏਗੀ ਜੇ ਟਾਈਮ ਪਰਮਿਟਿੰਗ ਥੋੜੇ ਜਿਹੇ ਮੈਂ ਰੀਅਲ ਲਾਈਫ ਸਿਨੈਰੀਓਜ਼ ਵੀ ਪ੍ਰੈਜ਼ੈਂਟ ਕਰਾਂ ਜਿਹੜੀ ਮੈਨੂੰ ਆਪਦੀ ਪ੍ਰੈਕਟਿਸ ਹਸਪੀਟਲ ਦੀ ਪ੍ਰੈਕਟਿਸ ਤੋਂ ਦੇਖਣ ਨੂੰ ਮਿਲਦੇ ਆ ਅੱਛਾ ਸਭ ਤੋਂ ਵੱਡੀ ਗੱਲ ਕਿ ਵਾਟ ਇਜ਼ ਸਟ੍ਰੋਕ ਸਟ੍ਰੋਕ ਆਪਾਂ ਕਿਹਨੂੰ ਕਹਿੰਦੇ ਆ ਸਟ੍ਰੋਕ ਉਦੋਂ ਹੁੰਦਾ ਜਦੋਂ ਆਪਣੇ ਦਿਮਾਗ ਵਿੱਚ ਖੂਨ ਦੀ ਕਮੀ ਪੈਂਦੀ ਆ ਖੂਨ ਦੀ ਕਮੀ ਜਾਂ ਕਿਸੇ ਬਲੌਕੇਜ ਕਰਕੇ ਕਿਸੇ ਨਾੜੀਆਂ ਚ ਜਾਂ ਨਸਾਂ ਚ ਜਾਂ ਆਪਾਂ ਕਹਿ ਦਿੰਦੇ ਆ ਧਮਨੀਆਂ ਚ ਬਲੌਕੇਜ ਹੋ ਜਾਂਦੀ ਹੈ ਜਾਂ ਕਈ ਵਾਰੀ ਉਹੀ ਬਲੌਕੇਜ ਦੀ ਥਾਂ ਉਹੀ ਆਰਟਰੀਜ਼ ਹੁੰਦੀਆਂ ਜਿਹੜੀਆਂ ਫਟ ਜਾਂਦੀਆਂ ਬੇਸਿਕਲੀ ਜਦੋਂ ਇੰਟਰਪਸ਼ਨ ਆਉਂਦੀ ਹੈ ਬਲੱਡ ਸਪਲਾਈ ਦੀ ਉਹਦੇ ਵਿੱਚ ਬ੍ਰੇਨ ਚ ਹੌਲੀ ਹੌਲੀ ਜਿਹਨੂੰ ਅਸੀਂ ਕਹਿੰਦੇ ਬ੍ਰੇਨ ਦਾ ਹਿੱਸਾ ਮਰਨ ਲੱਗ ਜਾਂਦਾ ਤੇ ਉਹਨੂੰ ਅਸੀਂ ਸਟ੍ਰੋਕ ਕਹਿ ਦਿੰਦੇ ਹਾਂ ਅੱਛਾ ਸਭ ਤੋਂ ਵੱਡੀ ਗੱਲ ਮੈਨੂੰ ਆਪਣੀ ਪ੍ਰੈਕਟਿਸ 'ਚ ਇਹੀ ਦੇਖਣ ਨੂੰ ਮਿਲਦੀ ਹੈ ਕਿ ਹਾਰਟ ਅਟੈਕ ਬਾਰੇ ਸਾਰਿਆਂ ਨੂੰ ਬਹੁਤ ਅਵੇਅਰਨੈਸ ਹੈ ਹਾਰਟ ਅਟੈਕ ਆਪਾਂ ਕਹਿੰਦੇ ਆ ਦਿਲ ਦਾ ਦੌਰਾ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਮੇਰੇ ਚੈਸਟ ਪੇਨ ਹੋਈ ਸੀ ਮੈਥੋਂ ਸਾਹ ਨਹੀਂ ਲਿੱਤਾ ਗਿਆ ਉਹ ਬਹੁਤ ਕਈ ਵਾਰੀ ਆਬਵੀਅਸ ਸਿੰਪਟਮਸ ਬਣ ਜਾਂਦੇ ਆ ਲੋਕਾਂ ਨੂੰ ਪਤਾ ਹੁੰਦਾ ਕਿ ਜੇ ਦਿਲ ਤੇ ਪ੍ਰੈਸ਼ਰ ਪੈਂਦਾ ਦਿਲ ਦੀ ਪੇਨ ਹੁੰਦੀ ਆ ਕਿ ਵੀ ਕੋਈ ਸਮਥਿੰਗ ਮਾੜਾ ਹੋ ਰਿਹਾ ਮੇਰੇ ਹਾਰਟ ਨਾਲ ਜਿਹੜੀ ਸਟ੍ਰੋਕ ਹੁੰਦੀ ਆ ਉਹਨੂੰ ਆਪਾਂ ਈਜ਼ੀਲੀ ਮੈਂ ਕਹਿੰਦਾ ਬ੍ਰੇਨ ਦਾ ਅਟੈਕ ਸਮਝੋ ਕਿ ਦਿਮਾਗ 'ਚ ਫਰਕ ਪੈ ਰਿਹਾ ਕਿ ਦਿਮਾਗ ਦਾ ਜਿਹੜਾ ਫੰਕਸ਼ਨ ਹੈ ਦਿਮਾਗ ਦਾ ਜਿਹੜਾ ਚੰਗੀ ਤਰ੍ਹਾਂ ਚੱਲ ਰਿਹਾ ਉਹਦੇ 'ਚ ਵਿਘਨ ਪਿਆ ਹੋਇਆ ਤੇ ਇਸ ਕਰਕੇ ਥੋੜਾ ਜਿਹਾ ਆਪਾਂ ਨੂੰ ਇਹਦੇ 'ਚ ਸਮਝਣ ਦੀ ਲੋੜ ਹੈ ਸਟ੍ਰੋਕ ਆਪਾਂ ਦਿਮਾਗ ਲਈ ਗੱਲ ਕਰਦੇ ਹਾਂ ਹਾਰਟ ਅਟੈਕ ਆਪਾਂ ਦਿਲ ਦੇ ਦੌਰੇ ਦੀ ਗੱਲ ਕਰਦੇ ਹਾਂ ਕਈ ਵਾਰੀ ਮੈਨੂੰ ਸੁਣਨ ਨੂੰ ਮਿਲਦਾ ਕਿ ਅਟੈਕ ਹੋਇਆ ਹੁਣ ਪੁੱਛਣ ਨੂੰ ਇਹ ਹੁੰਦਾ ਕਿ ਅਟੈਕ ਕਾਹਦਾ ਹੋਇਆ ਜਾਂ ਕਿਤੇ ਕੋਈ ਇੰਡੀਆ ਗਿਆ ਸੀ ਜਾਂ ਬਾਹਰ ਗਿਆ ਸੀ ਵੀ ਸਾਡੇ ਰਿਸ਼ਤੇਦਾਰ ਨੂੰ ਅਟੈਕ ਹੋਇਆ ਸੀਗਾ ਉਹ ਦਿਲ ਦਾ ਅਟੈਕ ਦੀ ਗੱਲ ਕਰ ਰਹੇ ਹਾਂ ਜਾਂ ਬ੍ਰੇਨ ਦੇ ਅਟੈਕ ਜਾਂ ਸਟ੍ਰੋਕ ਦੀ ਗੱਲ ਕਰ ਰਹੇ ਹਾਂ ਇਸ ਕਰਕੇ ਆਪਣੀ ਕਮਿਊਨਿਟੀ 'ਚ ਵੀ ਪਬਲਿਕ 'ਚ ਵੀ ਅਵੇਅਰਨੈਸ ਕਰਨ ਦੀ ਇਹ ਜ਼ਰੂਰਤ ਹੈ ਤੇ ਮੇਕ ਸ਼ੋਰ ਕਿ ਪਤਾ ਹੋਵੇ ਅਸੀਂ ਜਦੋਂ ਸਟ੍ਰੋਕ ਕਹਿੰਦੇ ਹਾਂ ਅਸੀਂ ਦਿਮਾਗ ਦੀ ਗੱਲ ਕਰ ਰਹੇ ਹਾਂ ਦਿਲ ਤੋਂ ਹਟ ਕੇ ਨੈਕਸਟ ਸਲਾਈਡ ਅੱਛਾ ਹੁਣ ਟਾਈਪਸ ਆਫ ਸਟ੍ਰੋਕਸ ਜਦੋਂ ਇੱਕ ਵਾਰੀ ਸਟ੍ਰੋਕ ਹੁੰਦਾ ਆ ਸਾਡੇ ਜਿਹੜੇ ਮੇਨ ਮਕਸਦ ਹੁੰਦੇ ਆ ਕਿ ਕਿਹੜੀ ਚੀਜ਼ ਕਰਕੇ ਸਟ੍ਰੋਕ ਹੋਇਆ ਸਟ੍ਰੋਕ ਕਿਹੋ ਜਿਹਾ ਟਾਈਪ ਦਾ ਹੈਗਾ ਵੈਸਟ ਮੈਜੋਰਿਟੀ ਸਭ ਤੋਂ ਵੱਧ ਹਟ ਕੇ ਹੁਣ ਜਿਵੇਂ ਮੈਂ ਲਿਖਿਆ 85% ਸਟ੍ਰੋਕ ਬ੍ਰੇਨ 'ਚ ਜਿਹੜਾ ਬਲੱਡ ਜਾਂਦਾ ਖੂਨ ਜਾਂਦਾ ਆ ਨਿਊਟ੍ਰੀਸ਼ਨ ਦਿੰਦਾ ਆ ਉਹਦੇ 'ਚ ਬਲੌਕੇਜ ਜਾਂ ਵਿਘਨ ਪੈ ਜਾਂਦਾ ਆ ਉਹਦੇ ਕਰਕੇ ਸਟ੍ਰੋਕ ਹੁੰਦੇ ਆ 15% ਜਿਹੜੇ ਲੋਕਾਂ ਨੂੰ ਸਟ੍ਰੋਕ ਹੁੰਦੇ ਆ ਉਹਨਾਂ 'ਚ ਜਿੰਨਾ ਉਹ ਤਾਂ ਹੁੰਦੇ ਆ ਕਿ ਜਿਹੜੀਆਂ ਆਪਣਾ ਨਸਾਂ ਹੁੰਦੀਆਂ ਜਿਹੜੀਆਂ ਧਮਨੀਆਂ ਹੁੰਦੀਆਂ ਇਹ ਫਟ ਜਾਂਦੀਆਂ ਖੂਨ ਇਹਨਾਂ 'ਚੋਂ ਨਿਕਲ ਕੇ ਜਿਹੜੇ ਪਾਸੇ ਨੂੰ ਜਾਣਾ ਹੁੰਦਾ ਜਿਹੜੇ ਪਾਸੇ ਨੂੰ ਖੂਨ ਨੇ ਨਿਊਟ੍ਰੀਸ਼ਨ ਦੇਣੀ ਹੈ ਬ੍ਰੇਨ ਨੂੰ ਉੱਥੋਂ ਤੱਕ ਨਹੀਂ ਪਹੁੰਚਦਾ ਤੇ ਉਹ ਹਲੇ ਛੋਟਾ ਰਹਿੰਦਾ ਆ ਪਰ ਮੇਨ ਜਿਹੜਾ ਸਟ੍ਰੋਕ ਦਾ ਟਾਈਪ ਹੈਗੀ ਹੈ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਇਸਕੀਮਿਕ ਸਟ੍ਰੋਕ ਇੰਗਲਿਸ਼ ਉਹ ਬਲੌਕੇਜ ਕਰਕੇ ਹੁੰਦਾ ਆ ਆਹ ਦੋ ਪਿਕਚਰਾਂ ਉਹੀ ਦੋ ਕਨਸੈਪਟਸ ਨੂੰ ਇਲਸਟ੍ਰੇਟ ਕਰ ਰਹੀਆਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀਆਂ ਜਿਹੜਾ ਆਪਣੇ ਖੱਬੇ ਪਾਸੇ ਲੈਫਟ ਸਾਈਡ ਤੇ ਆ ਉਹਦੇ 'ਚ ਦੇਖਣ ਨੂੰ ਲੱਗਦਾ ਬਲੱਡ ਜਦੋਂ ਜਾ ਰਿਹਾ ਰਾਹ 'ਚ ਅੜਿੱਕਾ ਪੈਂਦਾ ਹੈ ਕਿ ਉੱਥੇ ਕਲੌਟ ਬਣ ਜਾਂਦਾ ਆ ਬਲੱਡ ਉਸ ਤੋਂ ਗਾਂ ਜਾ ਨਹੀਂ ਸਕਦਾ ਤੇ ਜਿੱਥੇ ਉਹ ਬਲੱਡ ਨੇ ਜਾ ਕੇ ਗਾਂ ਨਿਊਟ੍ਰੀਸ਼ਨ ਦੇਣੀ ਸੀ ਬ੍ਰੇਨ ਨੂੰ ਉੱਥੋਂ ਤੱਕ ਨਿਊਟ੍ਰੀਸ਼ਨ ਨਹੀਂ ਮਿਲਦੀ ਆਕਸੀਜਨ ਨਹੀਂ ਮਿਲਦੀ ਤੇ ਉਸ ਕਰਕੇ ਉਹ ਪਾਰਟ ਬ੍ਰੇਨ ਦਾ ਸਲੋਲੀ ਉਹਦੇ 'ਚ ਆਪਣਾ ਡੈਥ ਹੋਣ ਲੱਗ ਜਾਂਦੀ ਹੈ ਦੂਜੇ ਪੱਖ ਸੱਜੇ ਪਾਸੇ ਵਾਲੀ ਜਿਹੜੀ ਫੋਟੋ ਆ ਉਹੀ ਦਿਖਾਇਆ ਜਾ ਰਿਹਾ ਇਹਦੇ 'ਚ ਬਲੌਕੇਜ ਨਹੀਂ ਕੋਈ ਆਈ ਪਰ ਜਿਹੜਾ ਬ੍ਰੇਨ ਜਿਹੜੇ ਪਾਸੋਂ ਬਲੱਡ ਜਾ ਰਿਹਾ ਸੀਗਾ
ਉਹੀ ਫਟਣ ਦੀ ਤੁਹਾਨੂੰ ਪਿਕਚਰ ਦਿਖਾਈ ਜਾ ਰਹੀ ਹੈ ਕਿ ਬ੍ਰੇਨ ਜਿਹੜਾ ਬਲੱਡ ਆ ਉਹ ਜਿਹੜੇ ਪਾਸੇ ਜਾਣਾ ਚਾਹੁੰਦਾ ਸੀ ਉੱਥੇ ਨਹੀਂ ਜਾਂਦਾ, ਫਿਰ ਉਹੀ ਆਕਸੀਜਨੇਸ਼ਨ ਜਾਂ ਉਹਦੇ ਨਿਊਟ੍ਰੀਐਂਟਸ ਵਿਘਨ ਪੈਂਦਾ ਆ। ਇਹੀ ਕੰਟੀਨਿਊ ਹੁੰਦੇ ਆਪਣਾ ਜਿਹੜਾ ਵਾਟ ਇਜ਼ ਸਟ੍ਰੋਕ ਦਾ ਇਹ ਸਮਝਣ ਦੀ ਗੱਲ ਹੈ। ਜਦੋਂ ਸਟ੍ਰੋਕ ਸ਼ੁਰੂ ਹੁੰਦਾ ਹੈ, ਸਟ੍ਰੋਕ ਜਦੋਂ ਇੱਕ ਵਾਰੀ ਬਲੱਡ ਨਹੀਂ ਪਹੁੰਚਦਾ, close to 2 million brain cells die every minute। ਸੋ ਹਰੇਕ 60 ਸਕਿੰਟਾਂ ਵਿੱਚ 2 ਮਿਲੀਅਨ ਬ੍ਰੇਨ ਸੈੱਲ ਰਿਸਕ ਤੇ ਹੈਗੇ ਆ। ਇਹਦਾ ਕਹਿਣ ਦਾ ਭਾਵ ਅਸੀਂ ਇਹ ਤਾਂ ਦੱਸਦੇ ਹਾਂ ਕਿ ਜਿੰਨੀ ਛੇਤੀ ਤੋਂ ਛੇਤੀ ਇਹਦੇ ਸਟ੍ਰੋਕ ਦੇ ਸਾਈਨ ਸਿੰਪਟਮ ਪਤਾ ਲੱਗਣ, ਉਨੀ ਛੇਤੀ ਆਪਾਂ ਅਰਜੈਂਟ ਮੈਡੀਕਲ ਅਟੈਂਸ਼ਨ 911 ਫੋਨ ਕਰੀਏ, ਉਨੇ ਹੀ ਚਾਂਸ ਹੈਗੇ ਆ ਕਿ ਇਹਦੀ ਇਸ ਤੋਂ ਡਿਸੇਬਿਲਿਟੀ, ਇਸ ਤੋਂ ਜਿੰਨਾ ਨੁਕਸਾਨ ਹੋਣ ਤੋਂ ਬਚਾ ਕੇ ਜਿੰਨਾ ਬਚਾ ਕੇ ਰੱਖ ਸਕਦੇ ਆ। ਇਹ ਅਸੀਂ ਇੰਗਲਿਸ਼ ਕਹਿ ਦਿੰਦੇ ਆ ਟਾਈਮ ਇਜ਼ ਬ੍ਰੇਨ, ਸੈਕਿੰਡਸ ਇਜ਼ ਬ੍ਰੇਨ। ਇਹੀ ਗੱਲ ਹੈਗੀ ਕਿ ਮਿੰਟਾਂ ਵਿੱਚ ਵੀ ਜਿੰਨੇ ਮਿੰਟ ਬਚ ਸਕਦੇ ਆ ਉਨੇ ਆਪਣਾ ਗਾਂ ਸਟ੍ਰੋਕ ਦਾ ਅਸਰ ਜਾਂ ਸਟ੍ਰੋਕ ਦੇ ਜਿਹੜੇ ਬੈਡ ਇਫੈਕਟ ਆ ਉਹਨੇ ਆਪਾਂ ਉਹਨਾਂ ਨੂੰ ਘਟਾ ਸਕਦੇ ਆ। ਇਹ ਜਿਹੜੇ ਸਲਾਈਡ ਆ commonly known acronym ਹੈ, ਜਾਂ ਅਸੀਂ ਇਹਨੂੰ ਕਹਿ ਦਿੰਦੇ ਹਾਂ ਕਿ easy way of recognizing ਕਿ stroke most of the time ਕਿਹੜੇ ਸਿੰਪਟਮਾਂ ਨਾਲ ਆਉਂਦਾ। ਇਹਨੂੰ ਅਸੀਂ ਫਾਸਟ ਸਾਈਨ ਕਹਿ ਦਿੰਦੇ ਆ। F ਸਟੈਂਡ ਕਰਦਾ ਫੇਸ ਲਈ, ਕਿ ਜੇ ਤੁਹਾਡਾ ਫੇਸ ਤੇ ਕੋਈ ਡਰੂਪ ਹੈਗਾ ਆ ਜਾਂ ਫੇਸ ਇੱਕ ਪਾਸੋਂ ਢਿੱਲਾ ਪੈ ਜਾਂਦਾ, ਆਪਾਂ ਕਹਿੰਦੇ ਆ ਕਿ ਬੰਦੇ ਦਾ ਜਾਂ ਥਲੜਾ ਪਾਸਾ ਫੇਸ ਦਾ ਨਹੀਂ ਹਿਲਦਾ ਚੰਗੀ ਤਰ੍ਹਾਂ, ਉਹ F ਸਟੈਂਡ ਹੁੰਦਾ। A ਨੂੰ ਅਸੀਂ ਆਰਮਸ, ਕਿ ਜਿਹੜਾ ਆਪਾਂ ਦੋਨੇ ਬਾਹਾਂ ਚੱਕਦੇ ਆ, ਇੱਕ ਬਾਂਹ ਥੱਲੇ ਨੂੰ ਜਾਂਦੀ ਹੈ ਕਿ ਆਪਣਾ ਨਹੀਂ ਉੱਤੇ ਰਹਿ ਸਕਦੀ, ਉਹਦਾ ਕਹਿਣ ਦਾ ਮਤਲਬ ਕਿ ਬਾਂਹ 'ਚ ਕਮਜ਼ੋਰੀ ਆ। ਤੀਜੀ ਗੱਲ ਹੋ ਗਈ ਸਪੀਚ ਦੀ। ਸਪੀਚ ਹਲਕ ਕੇ ਬੋਲਦਾ ਕੋਈ, ਜਾਂ ਧੁੰਦਲਾ ਕੇ ਬੋਲਦਾ, ਜਾਂ ਉਹਨਾਂ ਦੀ ਜਿਹੜੀ ਆਵਾਜ਼ ਹੈ ਕਲੀਅਰ ਸਪਸ਼ਟ ਵਰਡ 'ਚ ਨਹੀਂ ਨਿਕਲ ਰਹੀ। ਇਹ ਕਾਮਨ, ਇਹ ਨਹੀਂ ਕਹਿੰਦਾ ਕਿ ਇਹ ਸਾਰੇ ਸਿੰਪਟਮ ਸਟ੍ਰੋਕ ਹੋਣੇ ਚਾਹੀਦੇ। ਜੇ ਇਹਨਾਂ 'ਚੋਂ ਕੋਈ ਵੀ ਹੁੰਦਾ ਜਾਂ ਇਹਨਾਂ 'ਚੋਂ ਸਾਰੇ ਹੁੰਦੇ ਆ, ਇਹ ਟੀ ਅਸੀਂ ਸਟੈਂਡ ਕਰਦੇ ਹਾਂ ਕਿ ਇਹ ਟਾਈਮ ਹੈਗਾ ਕਿ ਬਈ ਸਟ੍ਰੋਕ ਹੋ ਸਕਦਾ। ਇਸ ਕਰਕੇ ਐਮਰਜੈਂਸੀ 911 ਨੂੰ ਰਾਈਟ ਅਵੇ ਕਾਲ ਕੀਤੀ ਜਾਵੇ। ਇਹ ਐ ਨਹੀਂ ਕਿ ਮੈਂ ਕਾਰ 'ਚ ਬਹਿ ਕੇ ਹਸਪੀਟਲ ਚਲੇ ਜਾਣਾ ਜਾਂ ਕਲੀਨਿਕ 'ਚ ਆਏ ਨੇ। ਦਿਸ ਇਜ਼ ਟ੍ਰੀਟਡ ਐਜ਼ ਮੈਡੀਕਲ ਐਮਰਜੈਂਸੀ ਹੈ। ਜਿਵੇਂ ਆਪਾਂ ਹਾਰਟ ਅਟੈਕ ਨੂੰ ਟ੍ਰੀਟ ਕਰਦੇ ਹਾਂ, ਉਵੇਂ ਹੀ ਤੁਸੀਂ ਜੇ ਤੁਹਾਨੂੰ ਦਿਖਦਾ ਕਿ ਕਿਸੇ ਨਾਲ ਹੋ ਰਿਹਾ ਜਾਂ ਆਪਣੇ ਨਾਲ ਹੋ ਰਿਹਾ, ਇਹ ਰੈਕਗਨਾਈਜ਼ਿੰਗ ਦ ਸਾਈਨਸ, FAS ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਤੇ T ਹੋ ਗਿਆ ਟਾਈਮ ਟੂ ਕਾਲ 911 ਰਾਈਟ ਅਵੇ। ਅੱਛਾ, ਇੱਕ ਜਿਹੜਾ ਸਟ੍ਰੋਕ 'ਚ ਕਨਸੈਪਟ ਹੈਗਾ ਆ, ਉਹਨੂੰ ਅਸੀਂ ਕਹਿ ਦਿੰਦੇ ਹਾਂ ਟ੍ਰਾਂਜ਼ੀਐਂਟ ਇਸਕੀਮਿਕ ਅਟੈਕ, ਜਾਂ ਕਈ ਵਾਰੀ ਅਸੀਂ ਛੋਟਾ ਵਰਡ ਕਰਨ ਦੀ ਬਜਾਏ ਮਿਨੀ ਸਟ੍ਰੋਕ ਕਹਿ ਦਿੰਦੇ ਹਾਂ। ਪਹਿਲੀ ਗੱਲ ਮੈਂ ਇਹ ਦੱਸਣਾ ਚਾਹੁੰਦਾ, ਮਿਨੀ ਆਪਾਂ ਸਾਰੇ ਵੱਖ-ਵੱਖ ਲੈਂਗੁਏਜ ਬੋਲ ਸਕਦੇ ਹਾਂ, ਜਾਂ ਛੋਟਾ ਸਟ੍ਰੋਕ। ਇਹਦੇ 'ਚ ਛੋਟਾ ਵਰਡ ਯੂਜ਼ ਕਰਕੇ ਮੈਨੂੰ ਕਦੇ ਐਂ ਲੱਗਦਾ ਹੁੰਦਾ ਕਿ ਆਪਾਂ ਇਹਦੀ ਮਹੱਤਤਾ ਘਟਾ ਦਿੰਦੇ ਹਾਂ। ਮਿਨੀ ਸਟ੍ਰੋਕ ਤੇ ਰੀਅਲ ਜਾਂ ਬਿਗ ਸਟ੍ਰੋਕ 'ਚ ਕੋਈ ਖਾਸ ਨਹੀਂ ਫਰਕ ਹੈਗਾ, ਕਿ ਸਟ੍ਰੋਕ ਤਾਂ ਸਟ੍ਰੋਕ ਹੀ ਹੈ, ਬ੍ਰੇਨ ਦਾ ਉਹ ਪਾਸਾ ਜਾਂ ਉਹ ਹਿੱਸਾ ਮਰ ਰਿਹਾ। ਮਿਨੀ ਸਟ੍ਰੋਕ ਐ ਕਿ ਘੱਟ ਮਰਦਾ ਸਟ੍ਰੋਕ ਬ੍ਰੇਨ ਦਾ ਹਿੱਸਾ, ਵੱਡੇ ਸਟ੍ਰੋਕ 'ਚ ਜ਼ਿਆਦਾ। ਪਰ ਜਿਹੜਾ ਇਹਦਾ ਰਿਸਕ ਆ, ਇਹਨੂੰ ਆਪਾਂ ਮਿਨੀ ਨਾ ਸਮਝੀਏ, ਇਹਨੂੰ ਆਪਾਂ ਛੋਟਾ ਨਾ ਸਮਝੀਏ। ਇਹਦੇ 'ਚ ਕੀ ਹੁੰਦਾ, ਮਿਨੀ ਸਟ੍ਰੋਕ 'ਚ ਕਈ ਪੇਸ਼ੈਂਟ ਨੂੰ ਉਹੀ ਜਿਹੜੇ ਆਪਾਂ ਫਾਸਟ ਵਾਲੇ ਸਿੰਪਟਮ ਸੀਗੇ, ਚੰਗੀ ਤਰ੍ਹਾਂ ਸਪੀਚ ਨਹੀਂ ਆਉਂਦੀ, ਫੇਸ ਜਾਂ ਆਰਮ ਵੀਕਨੈਸ ਹੋ ਗਈ, ਕਿ ਹੁੰਦੀ ਆ, ਤੇ 2-3-5 ਮਿੰਟਾਂ 'ਚ ਸਾਰਾ ਕੁਝ ਠੀਕ ਹੋ ਜਾਂਦਾ। ਆਪਾਂ ਨੂੰ ਐਂ ਲੱਗਦਾ ਚਲੋ ਬਚ ਗਿਆ, ਆਪਾਂ ਠੀਕ ਹੋ ਗਏ। ਉਹ ਜਿਹੜਾ ਮੇਨ ਸਟੈਪ ਹੈ, ਇਹ ਜਿਹੜਾ ਮਿਨੀ ਸਟ੍ਰੋਕ ਹੋਇਆ, ਇਹਨੂੰ ਆਪਾਂ ਫੇਰ ਵੀ ਇਕੁਅਲੀ ਅਰਜੈਂਟ ਮੈਡੀਕਲ ਅਟੈਂਸ਼ਨ ਲੈਣੀ ਬਹੁਤ ਜ਼ਰੂਰੀ ਆ। ਕਿਉਂਕਿ ਸਾਨੂੰ ਸਟੱਡੀਜ਼ ਤੋਂ ਇਹ ਦੇਖਣ ਨੂੰ ਮਿਲਦਾ, ਜਿਹਨੂੰ ਇੱਕ ਹੋਇਆ ਸਟ੍ਰੋਕ, ਮਿਨੀ ਸਟ੍ਰੋਕ, ਉਹਨੂੰ ਵੱਡਾ ਸਟ੍ਰੋਕ ਦੇ ਰਿਸਕ ਕਾਫੀ ਹਾਈ ਆ ਆਉਣ ਵਾਲੇ ਦਿਨਾਂ 'ਚ, ਘੰਟਿਆਂ 'ਚ। ਇਸ ਕਰਕੇ ਸਾਨੂੰ ਇਹਦੇ ਲਈ ਅਰਜੈਂਟ ਅਟੈਂਸ਼ਨ ਬਹੁਤ ਜ਼ਰੂਰੀ ਆ। ਮੈਨੂੰ ਆਪਦੀ ਪ੍ਰੈਕਟਿਸ ਦੇਖਣ ਨੂੰ ਮਿਲਦਾ, ਸਾਨੂੰ ਹਿਸਟਰੀਜ਼ ਮਿਲਦੀਆਂ ਕਿ ਬੇਟਾ ਰਾਤ ਨੂੰ ਉੱਠਿਆ ਸੀਗਾ, ਮੇਰਾ ਸੱਜਾ ਪਾਸਾ ਕੰਮ ਨਹੀਂ ਕਰਦਾ ਸੀ, ਮੈਂ ਕਿਹਾ ਚਲੋ ਗਲਤ ਪਾਸੇ ਸੌਂ ਗਿਆ ਹੋਊਗਾ, ਮੈਂ ਕਿਹਾ ਚਲੋ ਰਾਤ ਨੂੰ ਸੌਂ ਜਾਣਾ, ਸਵੇਰੇ ਉੱਠ ਕੇ ਦੇਖਾਂਗੇ। ਉਦੋਂ ਨਹੀਂ, ਜਦੋਂ ਸਵੇਰੇ ਨੂੰ ਉੱਠਦੇ ਆ, ਸਾਰਾ ਪਾਸਾ ਪਰਮਾਨੈਂਟਲੀ ਖੜ ਜਾਂਦਾ ਆ। ਇਸ ਕਰਕੇ ਆਪਣੇ ਆਪ ਨੂੰ ਇਹਦੀ ਕੋਈ ਰੀਜ਼ਨਿੰਗ ਦੀ ਬਜਾਏ ਆਪਾਂ ਜਿੰਨੀ ਛੇਤੀ ਤੋਂ ਛੇਤੀ ਹੋ ਸਕੇ ਐਮਰਜੈਂਸੀ ਕਾਲ ਕਰਕੇ ਇਹਦੇ ਇਨਵੈਸਟੀਗੇਸ਼ਨਸ ਕਰਨੇ ਬਹੁਤ ਜ਼ਰੂਰੀ ਹੈ। ਨੈਕਸਟ ਸਲਾਈਡ। ਸੋ
ਟ੍ਰੀਟਮੈਂਟ ਪ੍ਰੋਸੈਸ ਕੀ ਹੈ ਜੇ ਕਿਸੇ ਨੂੰ ਲੱਗਦਾ ਸਟ੍ਰੋਕ ਹੋ ਰਿਹਾ ਜੇ ਸਾਨੂੰ ਲੱਗਦਾ ਸਟ੍ਰੋਕ ਹੋ ਰਿਹਾ ਸਾਡੇ ਕੋਲ ਹਸਪੀਟਲ 'ਚ ਪੇਸ਼ੈਂਟ ਆਉਂਦਾ ਮੈਂ ਪਹਿਲਾਂ ਕਹਿ ਕੇ ਹਟਿਆ time is brain nearly 2 million brain cell dead ਹੋ ਰਹੇ ਹੈ every minute ਸਾਡਾ ਫੋਕਸ ਇਹ ਹੁੰਦਾ ਕਿ ਜਿਹੜੀ ਬਲੌਕੇਜ ਹੈ ਬ੍ਰੇਨ 'ਚ ਜਿਹੜੀ ਵਿਘਨ ਪੈਂਦਾ ਹੈ ਬਲੱਡ ਨਹੀਂ ਪਹੁੰਚ ਰਿਹਾ ਖੂਨ ਨਹੀਂ ਪਹੁੰਚ ਰਿਹਾ ਨਿਊਟ੍ਰੀਸ਼ਨ ਨਹੀਂ ਪਹੁੰਚ ਰਹੀ ਉਹਨੂੰ ਆਪਾਂ ਰਿਸਟੋਰ ਜਾਂ ਉਹਨੂੰ ਆਪਾਂ ਬਲੌਕੇਜ ਨੂੰ ਕਿਵੇਂ ਖੋਲਿਆ ਜਾਵੇ ਜਾਂ ਉਹਨੂੰ ਕਿਵੇਂ ਰਿਜ਼ੋਲਵ ਕੀਤਾ ਜਾਵੇ ਇਹਦੇ ਲਈ ਸਾਡੇ ਕੋਲ ਕਈ ਤਰੀਕੇ ਹੈਗੇ ਆ ਨੈਕਸਟ ਸਲਾਈਡ ਦੋ ਮੇਨ ਅਪਰੋਚਸ ਹੈਗੀਆਂ ਇੱਕ ਤਾਂ ਅਸੀਂ ਆਪਣਾ ਆਈਵੀ ਦੇ ਥਰੂ ਨਸਾਂ ਦੇ ਥਰੂ ਮੈਡੀਕੇਸ਼ਨ ਹੁੰਦੀਆਂ ਸਟਰੋਂਗ ਮੈਡੀਕੇਸ਼ਨਸ ਉਹਨੂੰ ਅਸੀਂ ਕਲੌਟ ਡਿਸੋਲਵਿੰਗ ਮੈਡੀਕੇਸ਼ਨ ਦੀ ਜਿਹੜਾ ਕਲੌਟ ਬਲੌਕ ਕਰ ਰਿਹਾ ਜਿਹੜੀ ਚੀਜ਼ ਬਲੌਕ ਕਰ ਰਹੀ ਹੈ ਉਹਨੂੰ ਕਿਵੇਂ ਖੋਲਣਾ ਉਹ ਮੈਡੀਕੇਸ਼ਨ ਰਾਹੀਂ ਖੋਲਣ ਦੀ ਕੋਸ਼ਿਸ਼ ਕਰ ਸਕਦੇ ਹਾਂ ਦੂਜਾ ਮੇਨ ਬਲੌਕੇਜ ਖੋਲਣ ਦਾ ਜਿਹੜਾ ਹੈਗਾ ਕਿ ਕਲੌਟ ਨੂੰ ਓਪਨ ਕਰਨ ਦੀ ਤਾਂ ਕਲੌਟ ਨੂੰ ਬਾਹਰ ਪੁੱਲ ਕੀਤਾ ਜਾਵੇ ਆਲਮੋਸਟ ਆਪਣੇ ਲੱਤ ਚੋਂ ਜਾਂ ਬਾਂਹ ਚੋਂ ਕੈਥੇਟਰ ਪਾ ਕੇ ਜਿਵੇਂ ਕਾਰਡੀਅਕ ਕੈਥ ਕਹਿ ਦਿੰਦੇ ਆ ਉਵੇਂ ਇਹ ਬ੍ਰੇਨ ਕੈਥ ਲਈ ਵੀ ਕਲੌਟ ਕੱਢਣ ਦੀ ਜਾਂ ਕਲੌਟ ਨੂੰ ਘੱਟ ਕਰਨ ਦੀ ਸਾਡੇ ਕੋਲ ਟੈਕਨੋਲੋਜੀਜ਼ ਹੈਗੀਆਂ ਪਰ ਵਾਂਸ ਅਗੇਨ ਇਹਦਾ ਦੋਨੇ ਪ੍ਰੋਸੈਸਸ ਭਾਵੇਂ ਮੈਡੀਕੇਸ਼ਨ ਹੋ ਗਿਆ ਭਾਵੇਂ ਆਹ ਮਕੈਨੀਕਲ ਥ੍ਰੋਮਬੈਕਟਮੀ ਜਿਹਨੂੰ ਅਸੀਂ ਕਹਿੰਦੇ ਆ ਆਹ ਪ੍ਰੋਸੀਜਰ ਹੋ ਗਏ ਇਹ ਵੈਰੀ ਟਾਈਮ ਸੈਂਸਿਟਿਵ ਹੈਗੀਆਂ ਇਹ ਐ ਨਹੀਂ ਕਿ ਅੱਜ ਸਟ੍ਰੋਕ ਹੋ ਰਿਹਾ ਪਰਸੋਂ ਜਾ ਕੇ ਕਰ ਲਓ ਜਾਂ ਕੱਲ ਕਰ ਲਓ ਇਹ ਵਿਦਿਨ ਮੈਟਰ ਆਫ ਮਿਨਟਸ ਸੋ ਇਟ ਹੈਜ਼ ਟੂ ਬੀ ਐਕਟਡ ਅਪਨ ਦੇਅਰਫੋਰ ਉਹੀ ਮੈਂ ਫੇਰ ਦੁਹਰਾਉਣਾ ਇੱਕ ਵਾਰੀ ਜਦੋਂ ਇੱਕ ਵਾਰੀ ਸਟ੍ਰੋਕ ਦਾ ਕੋਈ ਸਿੰਪਟਮ ਅਪੀਅਰ ਹੁੰਦਾ ਉਦੋਂ ਅਰਜੈਂਟ ਮੈਡੀਕਲ ਅਟੈਂਸ਼ਨ ਹਰੇਕ ਮਿੰਟ ਕਾਊਂਟਸ ਸੋ ਐ ਨਹੀਂ ਆਪਾਂ ਉਹਦੇ ਡਿਲੇ ਨਹੀਂ ਕਰਨੀ 911 ਕਾਲ ਕਰਕੇ ਉਹਨਾਂ ਨੂੰ ਪਤਾ ਹੈ ਕਿਹੜੇ ਹਸਪੀਟਲ 'ਚ ਕਿਹੜੀ ਸਟ੍ਰੋਕ ਕੇਅਰ ਹੁੰਦੀ ਹੈ ਤੇ ਕਿਹੜੇ ਆਪਣਾ ਪ੍ਰੋਸੈਸ ਹੋ ਸਕਦੀਆਂ ਉਹਨਾਂ ਨੇ ਆਪੇ ਰਾਊਟ ਕਰਕੇ ਬਾਈਪਾਸ ਕਰਕੇ ਹਸਪੀਟਲ ਤੁਹਾਨੂੰ ਮੋਸਟ ਅਪਰੋਪਰੀਏਟ ਹਸਪੀਟਲ ਲੈ ਕੇ ਜਾਣਗੇ ਪਰ ਮੇਨ ਪ੍ਰੋਸੈਸ ਉਦੋਂ ਹੀ ਸ਼ੁਰੂ ਹੋਣੀ ਹੈ ਜਦੋਂ ਤੁਸੀਂ 911 ਨੂੰ ਕੰਟੈਕਟ ਕਰਨਾ ਹੈ ਜਦੋਂ ਸਾਡੇ ਕੋਲ ਪੇਸ਼ੈਂਟ ਪਹੁੰਚਦੇ ਆ ਸਾਡੇ ਕੋਲ ਕਾਫੀ ਟੈਸਟ ਸਟ੍ਰੋਕ ਨੂੰ ਡਾਇਗਨੋਸ ਕਰਨ ਲਈ ਨਾਲ ਦੀ ਨਾਲ ਕਰਨੇ ਪੈਂਦੇ ਆ ਆਹ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਇਹ ਸੀਟੀ ਸਕੈਨ ਦੀ ਐਗਜ਼ਾਮਪਲ ਹੈ ਸੀਟੀ ਪਰਫਿਊਜ਼ਨ ਦੀ ਐਗਜ਼ਾਮਪਲ ਹੈਗੀ ਹੈ ਜਿਹਦੇ 'ਚ ਸਾਨੂੰ ਕਾਫੀ ਕਲੀਅਰ ਹੋ ਕੇ ਪਤਾ ਲੱਗ ਜਾ ਰਿਹਾ ਕਿ ਕਿਹੜਾ ਸਟ੍ਰੋਕ ਦਾ ਕਿਹੜਾ ਪਾਸਾ ਬ੍ਰੇਨ ਦਾ ਅਫੈਕਟਡ ਹੈ ਕਿੰਨਾ ਕੁ ਅਫੈਕਟਡ ਹੈ ਕਿੰਨਾ ਰਿਸਕ ਤੇ ਹੈ ਹੁਣ ਖੱਬੇ ਪਾਸੇ ਵਾਲੀ ਜਿਹਦੇ 'ਚ ਤੁਹਾਡੀ ਸਕਰੀਨ ਤੇ ਸ਼ਾਇਦ ਪਿੰਕ ਜਾਂ ਪਰਪਲ ਹੋਵੇ ਉਹ ਸਾਨੂੰ ਪਤਾ ਹੈ ਕਿ ਇਸ ਸਕੈਨ ਦੇ ਆਪਣਾ ਸਕੈਨ ਤੋਂ ਪਤਾ ਲੱਗਦਾ ਕਿ ਉਹ ਏਰੀਆ ਕਾਫੀ ਡੈਮੇਜ ਹੋ ਚੁੱਕਿਆ ਪਰ ਜਿਹੜਾ ਗ੍ਰੀਨ ਏਰੀਆ ਖੱਬੇ ਪਾਸੇ ਵਾਲੇ ਹੈ ਕਿ ਉਹਨਾਂ ਏਰੀਆ ਰਿਸਕ ਤੇ ਹੈ ਸੋ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਜਿਹੜਾ ਏਰੀਆ ਰਿਸਕ ਤੇ ਹੈ ਕਿ ਇਹਨੇ ਹੋਰ ਖਰਾਬ ਹੋ ਸਕਦਾ ਹੈ ਸਟ੍ਰੋਕ ਕਰਕੇ ਇਹ ਏਰੀਆ ਡੈਡ ਹੋ ਸਕਦਾ ਇਹਨੂੰ ਬਚਾਓ ਕਿਵੇਂ ਇਹਦੀ ਉਹੀ ਮੈਡੀਕੇਸ਼ਨ ਜਾਂ ਥ੍ਰੋਮਬੈਕਟਮੀ ਟ੍ਰੀਟਮੈਂਟ ਕਰੋਗੇ ਨੈਕਸਟ ਸਲਾਈਡ ਜਿਹੜੀ ਮੈਂ ਮਕੈਨੀਕਲ ਥ੍ਰੋਮਬੈਕਟਮੀ ਦੀ ਕੀਤੀ ਸੀ ਗੱਲ ਇਹ ਸਾਡੇ ਪ੍ਰੋਸੀਜਰ ਰੂਮਸ ਹੁੰਦੇ ਆ ਜਿਹਦੇ 'ਚ ਟ੍ਰੇਨਡ ਇੰਟਰਵੈਂਸ਼ਨਲਿਸਟ ਜਿਹੜੇ ਆਈਦਰ ਰੇਡੀਓਲੋਜਿਸਟ ਨਿਊਰੋਸਰਜਨਸ ਔਰ ਨਿਊਰੋਲੋਜਿਸਟ ਉਹ ਆਪਣੇ ਗਰੋਇਨ ਤੋਂ ਜਾਂ ਆਪਣੇ ਲੱਤ ਤੋਂ ਜਾਂ ਬਾਂਹ ਤੋਂ ਕੈਥੇਟਰ ਪਾ ਕੇ ਦਿਮਾਗ ਤੱਕ ਦੇਖ ਸਕਦੇ ਆ ਬਲੌਕੇਜ ਕਿੱਥੇ ਹੈ ਤੇ ਉਹ ਬਲੌਕੇਜ ਨੂੰ ਆਪਾਂ ਕਿਵੇਂ ਰਿਮੂਵ ਕਰਨਾ ਹੈਗਾ ਸੋ ਐਜ਼ ਯੂ ਕੈਨ ਇਮੇਜਿਨ ਸਾਰਿਆਂ ਨੂੰ ਦੇਖ ਸਕਦਾ ਕਿ ਇਹਦੇ 'ਚ ਕਾਫੀ ਫੁਰਤੀ ਦਿਖਾਉਣ ਦੀ ਗੱਲ ਹੈ ਸਾਡੇ ਪੱਖੋਂ ਵੀ ਮੈਡੀਕਲ ਸਿਸਟਮ ਵੱਲੋਂ ਵੀ ਪਰ ਪੇਸ਼ੈਂਟਾਂ ਵੱਲੋਂ ਵੀ ਜਦੋਂ ਹੁੰਦਾ ਆ ਕਿਉਂਕਿ ਜੇ ਘਰੇ ਬੈਠੇ 2 ਘੰਟੇ ਵੇਸਟ ਹੋ ਜਾਣ ਉਨਾ ਹੀ ਫਿਰ ਸਾਨੂੰ ਹੁੰਦਾ ਕਿ ਅਸੀਂ ਪੇਸ਼ੈਂਟ ਦੀ ਹੈਲਪ ਘੱਟ ਕਰ ਸਕਦੇ ਆ ਕਿਉਂਕਿ ਕਾਫੀ ਟਾਈਮ ਲੰਘ ਜਾਂਦਾ ਕਿਉਂਕਿ ਸਾਨੂੰ ਇਹ ਸਟਾਫ ਮਿਲਾਉਣ ਨੂੰ ਵੀ ਟਾਈਮ ਲੱਗਦਾ ਸੋ ਇਸ ਕਰਕੇ once again keeping that method of urgent help is important next slide ਉਹੀ ਐਂਜੀਓਗ੍ਰਾਫੀ ਦੀ ਆਪਾਂ ਜਿਵੇਂ ਆਪਾਂ ਕਹਿੰਦੇ ਹਾਰਟ ਐਂਜੀਓਗ੍ਰਾਫੀ ਇਹ ਬ੍ਰੇਨ ਦੀ ਜਿਹੜੀ ਐਂਜੀਓਗ੍ਰਾਫੀ ਆ ਉਹ ਸਟ੍ਰੋਕ ਪੇਸ਼ੈਂਟ ਤੋਂ ਤੁਹਾਨੂੰ ਮੈਂ ਦਿਖਾਉਣਾ ਚਾਹੁੰਦਾ ਖੱਬੇ ਪਾਸੇ ਤੁਹਾਨੂੰ ਐਰੋ ਤੋਂ ਪਤਾ ਲੱਗਦਾ ਆ ਉਹ ਜਿਹੜੀ ਧਮਨੀ ਹੈਗੀ ਆ ਜਾਂ ਆਪਣਾ ਆਰਟਰੀ ਕਹਿ ਦਿੰਦੇ ਆ ਅਸੀਂ ਇੰਗਲਿਸ਼ ਜਾਂ ਨਸ ਹੈਗੀ ਉਹ ਬਲੌਕ ਹੋਈ ਵੀ ਆ ਉਹਦੇ ਚੋਂ ਖੂਨ ਗਾਂ ਨਹੀਂ ਜਾ ਰਿਹਾ ਜਦੋਂ ਅਸੀਂ ਇੱਕ ਵਾਰੀ ਆਹ ਕੈਥੇਟਰ ਜਾਂ ਦਵਾਈਆਂ ਨਾਲ ਕਰਕੇ ਤੁਹਾਨੂੰ ਸੱਜੇ ਪਾਸੇ ਵਾਲੇ ਸਕਰੀਨ ਤੇ ਪਤਾ ਲੱਗਣ ਲੱਗ ਜਾਂਦਾ ਆ ਖੂਨ ਵੱਧ ਰਿਹਾ ਖੂਨ ਬਾਹਰ ਆਪਣਾ ਜਿੱਥੇ ਜਾਣਾ ਚਾਹੀਦਾ ਬ੍ਰੇਨ ਨੂੰ ਉੱਥੇ ਤੱਕ ਆਰਟਰੀਜ਼ ਖੁੱਲਦੀਆਂ ਇਹਦੇ ਕਰਕੇ ਕਿ ਬ੍ਰੇਨ ਹੋਰ ਗਾਂ ਡੈਮੇਜ ਨਾ ਹੋਵੇ ਉਹਨੂੰ ਆਪਣੀ ਬਲੱਡ ਸਪਲਾਈ ਮੁੜ ਕੇ ਮਿਲ ਜਾਵੇ ਨੈਕਸਟ ਵਨ ਇਹ ਮੈਂ ਸਲਾਈਡ ਤਾਂ ਰੱਖੀ ਹੈ ਇੱਥੇ ਕਿਉਂਕਿ ਦਿਖਾਉਣਾ ਚਾਹੁੰਦਾ ਹੈ ਕਿ ਜਿਹੜਾ ਸਟ੍ਰੋਕ ਪੇਸ਼ੈਂਟ ਦਾ ਫਲੋ ਹਸਪੀਟਲ ਕਾਫੀ ਕੰਪਲੈਕਸ ਹੈਗਾ ਆ ਜਦੋਂ ਇੱਕ ਵਾਰੀ ਪੇਸ਼ੈਂਟ ਹਸਪੀਟਲ ਚ ਆਉਂਦਾ ਆ ਸਾਡੇ ਟੈਸਟ ਕਰਨੇ ਪੈਂਦੇ ਆ
you know CTs ਜਾਂ CT perfusion ਜਾਂ ਹੋਰ ਟੈਸਟ ਹੁੰਦੇ ਆ ਉਹਦੇ ਨਾਲ ਫਿਰ ਗਾਂ ਸਾਨੂੰ ਮੈਡੀਕੇਸ਼ਨ ਹੋ ਗਈਆਂ ਜਾਂ ਤੁਹਾਨੂੰ ਆਹ ਥ੍ਰੋਮਬੈਕਟਮੀ ਜਾਂ ਮਕੈਨੀਕਲ ਥ੍ਰੋਮਬੈਕਟਮੀ ਐਂਜੀਓਗ੍ਰਾਫਿਕ ਦੇ ਪਿਕਚਰਸ ਦਿਖਾਈਆਂ ਇਹ ਸਾਰੀਆਂ ਚੀਜ਼ਾਂ ਨੂੰ ਟਾਈਮ ਲੱਗਦਾ ਇਸ ਕਰਕੇ ਜੇ ਆਪਾਂ ਸਭ ਤੋਂ ਪਹਿਲੀ ਖੱਬੇ ਪਾਸੇ ਤੇ ਪੇਸ਼ੈਂਟ ਖੜਾ ਜਿਹੜਾ ਉਹ ਨਾਲ ਦੀ ਨਾਲ ਹਸਪੀਟਲ ਚ ਆ ਜੇ ਫਿਰ ਸਾਡੇ ਆਹ ਸਾਰੇ ਕੰਮ ਕੀਤਿਆਂ ਦਾ ਕੋਸ਼ਿਸ਼ ਕੀਤੀ ਦਾ ਹੋਰ ਵੀ ਸਾਨੂੰ ਰਿਵਾਰਡ ਮਿਲਦਾ ਕਿ ਪੇਸ਼ੈਂਟਸ ਛੇਤੀ ਠੀਕ ਹੁੰਦੇ ਆ ਜ਼ਿਆਦਾ ਠੀਕ ਹੁੰਦੇ ਆ ਇਸ ਕਰਕੇ ਉਹੀ ਪਲੀ ਫੇਰ ਮੈਂ ਕਰਦਾ ਆ ਜਦੋਂ ਲੱਗਦਾ ਜਾਂ ਤੁਹਾਨੂੰ ਜਾਂ ਕਿਸੇ ਹੋਰ ਨੂੰ ਹੋ ਰਿਹਾ ਡੋਂਟ ਬੀ ਵਰੀਡ ਟੂ ਕਾਲ ਵੱਧ ਤੋਂ ਵੱਧ ਜਦੋਂ ਹਸਪੀਟਲ ਆਉਂਗੇ ਅਸੀਂ ਕਹਾਂਗੇ ਨਹੀਂ ਇਹ ਤਾਂ ਪੇਸ਼ੈਂਟ ਠੀਕ ਹੈ ਸਟ੍ਰੋਕ ਨਹੀਂ ਹੋਇਆ that's the best outcome but ਜੇ ਨਹੀਂ ਜੇ ਕੁਝ ਹੁੰਦਾ ਵੀ ਹੈ at least we captured the patients ਜਿੰਨੀ ਛੇਤੀ ਤੋਂ ਛੇਤੀ ਹੋ ਸਕੇ ਇਸ ਸਿਸਟਮ 'ਚ next slide ਰਿਸਕ ਰਿਡਕਸ਼ਨ ਜਿਹਨੂੰ ਆਪਾਂ ਕਹਿੰਦੇ ਆ ਕਿ ਇਹਦਾ ਰਿਸਕ ਕਿਵੇਂ ਘਟਾ ਸਕਦੇ ਆ ਸਟ੍ਰੋਕ ਹੋਣ ਤੋਂ ਕਿਵੇਂ ਬਚ ਸਕਦੇ ਆ ਇਹ ਆਪਾਂ ਕੱਲ ਵੀ ਗੱਲ ਹੋਈ ਸੀਗੀ ਜਿਹੜੀਆਂ ਆਪਣੀਆਂ ਲੰਬੇ ਸਿਰੇ ਦੀ ਬਿਮਾਰੀਆਂ ਕ੍ਰੋਨਿਕ ਕੰਡੀਸ਼ਨਸ ਹੁੰਦੀਆਂ ਆਹੀ ਤਿੰਨ ਮੇਨ ਹੈਗੀਆਂ ਹਾਈ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਤੇ ਡਾਇਬੀਟੀਜ਼ ਇਹ ਤਿੰਨਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਇਹਦਾ ਕੋਈ ਮੈਜਿਕ ਸਾਡੇ ਕੋਲ ਇਲਾਜ ਹੈ ਨਹੀਂ ਪਰ ਇਹਨਾਂ ਦਾ ਮੈਨੇਜਮੈਂਟ ਆਪਸ਼ਨਸ ਹੁੰਦੀਆਂ ਆਪਣੇ ਡਾਕਟਰਾਂ ਨਾਲ ਆਪਣੇ ਪ੍ਰੋਵਾਈਡਰਸ ਨਾਲ ਇੰਗੇਜ ਰਹੋ ਦੇਖੋ ਕਿ ਬਲੱਡ ਪ੍ਰੈਸ਼ਰ ਕੰਟਰੋਲ ਹੈਗਾ ਕਿ ਨਹੀਂ ਗੋਲੀ ਲਾਈ ਆ ਜਾਂ ਸ਼ੂਗਰ ਤੋਂ ਪਰਹੇਜ਼ ਕਰੋ ਜੇ ਪਰਹੇਜ਼ ਨਹੀਂ ਹੁੰਦਾ ਇਲਾਜ ਕਰੋ ਸੇਮ ਥਿੰਗ ਵਿਦ ਕੋਲੇਸਟ੍ਰੋਲ 2 ਜਾਂ 3 ਗੱਲਾਂ ਮੈਂ ਆਪ ਕਹਿਣਾ ਚਾਹੁੰਦਾ ਆ ਇੱਕ ਤਾਂ ਜਿਹਨੂੰ ਆਪਾਂ ਹੈਲਥੀ ਈਟਿੰਗ ਐਂਡ weight loss ਕੱਲ ਬਹੁਤ ਸੋਹਣਾ registered dietitian ਨੇ ਵੀ ਲੈਕਚਰ ਦਿੱਤਾ ਇਸ ਤੇ obviously goes a long way to prevent any heart disease and stroke ਘੱਟੋ ਘੱਟ 30 ਮਿੰਟ ਐਕਸਰਸਾਈਜ਼ ਕਰੋ ਲੀਜਰਲੀ ਵਾਕ ਜੇ ਆਪਾਂ ਕਰਨ ਤੁਰ ਪੈਂਦੇ ਆ ਉਹਨੂੰ ਹਲੇ ਐਕਸਰਸਾਈਜ਼ ਨਾ ਮੰਨੀਏ ਘੱਟੋ ਘੱਟ ਪਸੀਨਾ ਛੁੱਟੇ ਥੋੜਾ ਜਿਹਾ ਸਾਹ ਫਾਸਟ ਆਵੇ ਜਿਹਦੇ ਚ ਆਪਾਂ ਨੂੰ ਲੱਗੇ ਵੀ ਹਾਰਟ ਛੇਤੀ ਬੀਟ ਹੋ ਰਿਹਾ ਉਹਨੂੰ ਐਕਸਰਸਾਈਜ਼ ਮੰਨ ਕੇ ਚੱਲੀਏ ਆਪਾਂ ਤੁਰਦੇ ਫਿਰਦੇ ਇੱਕ ਦੂਜੇ ਨਾਲ ਗੱਲ ਕਰ ਰਹੇ ਆ ਉਹ ਸ਼ਾਇਦ ਹਲੇ ਹਾਰਟ ਇੰਨਾ ਛੇਤੀ ਨਹੀਂ ਬੀਟ ਹੁੰਦਾ ਜਿਹਨੂੰ ਆਪਾਂ ਐਕਸਰਸਾਈਜ਼ ਉਹ ਮੈਂ ਕਹਿੰਦਾ ਮਾੜੀ ਗੱਲ ਨਹੀਂ ਉਹ ਵੀ ਕਰੋ ਪਰ ਐਕਸਰਸਾਈਜ਼ ਪੱਖੋਂ ਐਟਲੀਸਟ ਕਰੋ 20-25-30 ਮਿੰਟ ਬਾਕੀ ਸਮੋਕਿੰਗ ਕਾਫੀ ਹਾਨੀਕਾਰਕ ਹੈ ਸਾਰੇ ਹੋਰ ਬਿਮਾਰੀਆਂ ਲਈ ਵੀ ਇਹ ਸਟ੍ਰੋਕ ਲਈ ਵੀ ਉਹਨੂੰ ਬੰਦ ਕਰੋ ਤੇ ਆਪਣੀ ਜਿਹੜੀ ਐਲਕੋਹਲ ਕੰਜ਼ੰਪਸ਼ਨ ਹੈਗੀ ਆ ਜਿੰਨੀ ਮਿਨੀਮਾਈਜ਼ ਜਾਂ ਜਮਾ ਬੰਦ ਹੁੰਦੀ ਆ ਉਹ ਤਾਂ ਆਬਵੀਅਸਲੀ ਰਿਸਕ ਫੈਕਟਰ ਰਿਡਕਸ਼ਨ ਲਈ ਬਹੁਤ ਇੰਪੋਰਟੈਂਟ ਹੈ ਨੈਕਸਟ ਸਲਾਈਡ ਅਸੀਂ ਸਟ੍ਰੋਕ ਸਾਊਥ ਏਸ਼ੀਅਨ ਪਲੇਟਫਾਰਮ ਤੇ ਆਈਕਨ ਨੇ ਕਿਉਂ ਇਹ ਪਿਕ ਕਰਦੇ ਹਾਂ ਅਸੀਂ ਕਿਉਂਕਿ ਸਾਨੂੰ ਪਤਾ ਆ ਜਿਹੜੇ ਅਸੀਂ ਸਾਊਥ ਏਸ਼ੀਅਨ ਪੰਜਾਬੀ ਜਾਂ ਇੰਡੀਆ ਪਾਕਿਸਤਾਨ ਤੇ ਉਸ ਏਰੀਆ ਪੱਖੋਂ ਤੋਂ ਅਸੀਂ ਰੈਜ਼ੀਡੈਂਟ ਹੈਗੇ ਆ ਆਪਣਾ ਪਿਛੋਕੜ ਉੱਤੇ ਹੈ ਕਿ ਸਾਡੇ ਡਾਇਬੀਟੀਜ਼ ਤੇ ਬਲੱਡ ਪ੍ਰੈਸ਼ਰ ਦਾ ਹੀ ਲੈ ਲਓ 2 ਜਾਂ 3 ਦੋਗਣਾ ਰਿਸਕ ਹੈ ਸਾਨੂੰ ਸਾਡੇ ਗੋਰੇ ਭਾਈਚਾਰਿਆਂ ਤੋਂ ਉਹਨਾਂ ਰਿਸਕ ਵਧਿਆ ਹੋਣ ਕਰਕੇ ਇਹੀ ਬਿਮਾਰੀਆਂ ਕਾਂ ਸਟ੍ਰੋਕ ਦਾ ਰਿਸਕ ਬਣਦੀਆਂ ਤੇ ਇਹੀ ਬਿਮਾਰੀਆਂ ਨੂੰ ਆਪਾਂ ਜੇ ਪਹਿਲਾਂ ਘਟਾ ਲਈਏ ਜਾਂ ਕੰਟਰੋਲ ਕਰ ਲਈਏ ਉਹਦੇ ਵਰਗੀ ਰੀਸ ਨਹੀਂ ਕਿ ਉਹਨੂੰ ਆਪਾਂ ਸਟ੍ਰੋਕ ਹੋਣ ਤੋਂ ਪਹਿਲਾਂ ਹੀ ਸਟ੍ਰੋਕ ਨੂੰ ਪ੍ਰੀਵੈਂਟ ਕਰ ਲਈਏ ਨੈਕਸਟ ਵਨ ਫਿਰ ਇੱਕ ਵਾਰੀ ਫਿਰ ਮੈਂ ਦੁਹਰਾਉਣਾ ਚਾਹੁੰਦਾ ਮੈਸੇਜ ਕਿ ਮੇਰਾ ਜਿਹੜਾ ਮੇਨ ਮੈਸੇਜ ਕਮਿਊਨਿਟੀ ਦਾ ਇਹ ਹੈ ਕਿ ਇਹ ਸਮਝੋ ਸਟ੍ਰੋਕ ਕੀ ਹੈ ਸਟ੍ਰੋਕ ਦਿਲ ਦੇ ਦੌਰੇ ਤੋਂ ਹਾਰਟ ਅਟੈਕ ਤੋਂ ਕਿਵੇਂ ਡਿਫਰੈਂਟ ਹੈ ਸਟ੍ਰੋਕ ਦੇ ਸਾਈਨ ਕੀ ਆ ਮੈਂ ਫਾਸਟ ਐਕਰੋਨਿਮ ਫਿਰ ਇੱਕ ਵਾਰੀ ਦੱਸ ਦਿੰਦਾ ਫੇਸ ਤੇ ਕੋਈ ਡਰੂਪ ਹੁੰਦਾ ਜਾਂ ਫੇਸ ਢਲਿਆ ਲੱਗਦਾ ਇੱਕਦਮ ਆਰਮਸ ਬਾਹਾਂ ਜਾਂ ਲੱਤਾਂ ਇੱਕ ਪਾਸੇ ਨੂੰ ਕਮਜ਼ੋਰ ਹੁੰਦੀਆਂ ਤੇ ਸਪੀਚ ਨਹੀਂ ਕਲੀਅਰ ਬੋਲਦੀ ਬੰਦੇ ਤੋਂ ਬੋਲਿਆ ਨਹੀਂ ਜਾਂਦਾ ਜਾਂ ਬੰਦੇ ਨੂੰ ਸਮਝ ਨਹੀਂ ਆ ਰਹੀ ਕੀ ਤੁਸੀਂ ਬੋਲ ਰਹੇ ਆ ਤੇ ਚੌਥੀ ਗੱਲ T for time please seek urgent medical attention ਤੇ ਉਹੀ ਫੇਰ ਦੁਹਰਾਉਣਾ ਚਾਹੁੰਦਾ every minute counts when it comes to stroke presentation and stroke treatment. Thank you very much. Okay, ਮੈਂ ਹੁਣ ਡਾਕਟਰ ਪ੍ਰੀਤ ਚਾਹਲ ਦਾ ਬਹੁਤ ਧੰਨਵਾਦ ਕਰਨਾ ਮੰਗਦੀ ਹਾਂ ਉਹਨਾਂ ਨੇ ਅੱਜ ਦੀ ਪ੍ਰੋਗਰਾਮ ਦੀ ਬਹੁਤ ਵਧੀਆ ਸ਼ੁਰੂਆਤ ਕੀਤੀ ਹੈ ਤੇ ਫਿਰ ਇਸ ਤੋਂ ਬਾਅਦ ਡਾਕਟਰ ਲੀਨਾ ਜੈਨ ਜਿਹੜੇ ਕਿ ਸ਼ੁਰੂ ਤੋਂ ਸਾਡੇ ਨਾਲ 11 ਸਾਲਾਂ ਤੋਂ ਜੁੜੇ ਨੇ ਇਹ ਇੰਟਰਨਲ ਮੈਡੀਸਨ ਤੇ ਬਜ਼ੁਰਗਾਂ ਦੇ ਸਪੈਸ਼ਲਿਸਟ ਨੇ ਤੇ ਇਹ ਤੁਹਾਨੂੰ ਐਕਸਪਲੇਨ ਕਰਨਗੇ ਕਿ ਲਿੰਕ ਜਿਹੜਾ ਸਟ੍ਰੋਕ ਦਾ ਤੇ ਸਾਡੇ ਮਾਨਸਿਕ ਸਿਹਤ ਤੇ ਸਾਡੀ ਦਿਮਾਗ ਦੀ ਸਿਹਤ ਤੇ ਕੀ ਅਸਰ ਪੈਂਦਾ ਤੇ ਇਹਦੇ ਬਾਰੇ ਗੱਲ ਕਰਨਗੇ ਵੀ ਸਟ੍ਰੋਕ ਦਾ ਸਾਡੇ ਮੂਡ ਤੇ ਸਾਡੀ ਸੋਚਣ ਸ਼ਕਤੀ ਤੇ ਜਾਂ ਲੌਂਗ ਟਰਮ ਦੇ ਦੀਆਂ ਕੀ ਇਹਦੀਆਂ ਇੰਪਲੀਕੇਸ਼ਨਸ ਨੇ ਤੇ ਤੁਹਾਨੂੰ ਇਹ ਵੀ ਐਕਸਪਲੇਨ ਕਰਨਗੇ ਕਿ ਕਿਸ ਤਰੀਕੇ ਨਾਲ ਤੁਸੀਂ ਪੇਸ਼ੈਂਟ ਤੇ ਜਿਹੜੇ ਕੇਅਰ ਗਿਵਰਸ ਨੇ ਉਹ ਕਿਸ ਤਰ੍ਹਾਂ ਕੋਆਰਡੀਨੇਸ਼ਨ ਆਪਣੀ ਵਧਾ ਸਕਦੇ ਨੇ
So Dr. Leena Jain. ਸਾਰਿਆਂ ਨੂੰ ਮੇਰਾ ਜੈ ਜਨਿੰਦਰ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ ਤੇ ਜੀ ਆਇਆਂ ਨੂੰ। ਅੱਜ ਮੈਂ ਡਾਕਟਰ ਲੀਨਾ ਜੈਨ ਤੁਹਾਡੇ ਨਾਲ ਸਟ੍ਰੋਕ ਔਰ ਉਹਦਾ ਬੋਧ ਜਾਂ ਬੁੱਧੀ ਦੇ ਉੱਤੇ ਔਰ ਮੂਡ ਦੇ ਉੱਤੇ ਕਿੱਦਾਂ ਇੰਪੈਕਟ ਹੁੰਦਾ ਉਹਦੇ ਬਾਰੇ ਚ ਕੁਝ ਗੱਲਾਂ ਸਾਂਝੀਆਂ ਕਰਨਾ ਚਾਹੁੰਦੀ ਹਾਂ। ਸਟ੍ਰੋਕ ਆਪਣੀ ਸਾਡੀ ਬੁੱਧੀ ਤੇ ਮੂਡ ਨੂੰ ਕਿੱਦਾਂ ਅਸਰ ਕਰਦਾ ਹੈ। ਸਟ੍ਰੋਕ ਦੇ ਹੋਣ ਤੋਂ ਬਾਅਦ ਕੁਝ ਇਮੀਡੀਏਟ ਇਫੈਕਟਸ ਹੁੰਦੇ ਆ। ਜਦੋਂ ਇੱਕਦਮ ਉਹ ਹੋ ਕੇ ਚੁੱਕਦਾ ਹੈ ਤਾਂ ਉਦਾਂ ਉਹ ਆਪਣੇ ਬ੍ਰੇਨ ਦੇ ਉੱਤੇ ਕਿੱਦਾਂ ਅਸਰ ਕਰਦਾ ਹੈ ਔਰ ਮੂਡ ਦੇ ਉੱਤੇ ਕਿੱਦਾਂ ਅਸਰ ਕਰਦਾ ਹੈ, ਅਸੀਂ ਹੁਣ ਇਹਦੇ ਬਾਰੇ ਚ ਗੱਲ ਕਰਾਂਗੇ। ਇਸ ਚੀਜ਼ ਨੂੰ ਸਮਝਣ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਜਾਣੀਏ ਕਿ ਬ੍ਰੇਨ ਦੇ ਅਲੱਗ-ਅਲੱਗ ਹਿੱਸੇ ਹੁੰਦੇ ਆ ਜਿਨ੍ਹਾਂ ਦਾ ਅਲੱਗ-ਅਲੱਗ ਕੰਮ ਹੁੰਦਾ ਹੈ। ਰੱਬ ਨੇ ਬੜੀ ਬਹੁਤ ਹੀ ਕਮਾਲ ਦੀ ਚੀਜ਼ ਬਣਾਈ ਹੈ ਹਿਊਮਨ ਬ੍ਰੇਨ। ਜੇ ਦੇਖਿਆ ਜਾਏ ਤਾਂ ਬ੍ਰੇਨ ਅਖਰੋਟ ਦੀ ਤਰ੍ਹਾਂ ਲੱਗਦਾ ਹੈ, ਲੇਕਿਨ ਉਹ ਤੋਂ ਕਈ ਆਕਾਰ ਵੱਡਾ ਹੁੰਦਾ ਹੈ। ਉਹਦੇ ਅਲੱਗ-ਅਲੱਗ ਹਿੱਸੇ ਹੁੰਦੇ ਹੈ। ਜਿੱਦਾਂ ਅੱਗੇ ਵਾਲਾ ਹਿੱਸਾ, ਜੇ ਤੁਸੀਂ ਸਾਈਡ ਸੈਕਸ਼ਨ ਤੇ ਦੇਖੋ, ਜਿੱਦਾਂ ਮੈਂ ਫੋਟੋ 'ਚ ਦਿਖਾਇਆ ਹੈ, ਅੱਗੇ ਵਾਲਾ ਹਿੱਸਾ ਇਹਨੂੰ ਅਸੀਂ ਫਰੰਟਲ ਲੋਬ ਕਹਿੰਦੇ ਹਾਂ। ਇਹ ਜਿਹੜੇ ਦੋ ਹਿੱਸੇ ਹੁੰਦੇ ਆ ਬ੍ਰੇਨ ਦੇ, ਜਿਹੜਾ ਸਾਡੇ ਸਕਲ ਦੇ ਅੰਦਰ ਬ੍ਰੇਨ ਹੁੰਦੀ ਹੈ, ਉਹਨੂੰ ਅਸੀਂ ਪੈਰਾਈਟਲ ਲੋਬ ਕਹਿੰਦੇ ਹਾਂ, ਸੱਜਾ ਤੇ ਖੱਬਾ ਪੈਰਾਈਟਲ ਲੋਬ। ਇਹ ਜਿਹੜੇ ਹਿੱਸੇ ਹੁੰਦੇ ਆ ਉਹਨਾਂ ਨੂੰ ਅਸੀਂ ਟੈਂਪੋਰਲ ਲੋਬ ਕਹੀਦਾ, ਤੇ ਪਿਛਲਾ ਹਿੱਸਾ ਹੁੰਦਾ ਆਕਸੀਪਿਟਲ ਲੋਬ। ਹੁਣ ਜਿੱਦਾਂ ਤੁਸੀਂ ਬਾਕੀ ਡਾਕਟਰਸ ਤੋਂ ਵੀ ਸੁਣਿਆ, ਡਿਫਰੈਂਟ ਸੈਕਸ਼ਨ ਆਫ ਦ ਬ੍ਰੇਨ ਚ ਜਦੋਂ ਸਟ੍ਰੋਕ ਹੁੰਦਾ ਹੈ ਉਹਦੀ ਡਿਫਰੈਂਟ ਪ੍ਰੈਜ਼ੈਂਟੇਸ਼ਨ ਹੁੰਦੀ ਹੈ। ਲੇਕਿਨ ਅੱਜ ਅਸੀਂ ਇਹਦੇ ਬਾਰੇ ਚ ਗੱਲ ਕਰਾਂਗੇ ਕਿ ਇਹ ਬੁੱਧੀ, ਡਿਫਰੈਂਟ ਏਰੀਆਜ਼ ਆਫ ਸਟ੍ਰੋਕ ਜਿਹੜੇ ਹੁੰਦੇ, ਡਿਫਰੈਂਟ ਹਿੱਸੇ ਦੇ ਸਟ੍ਰੋਕ ਹੁੰਦੇ, ਉਹ ਬੁੱਧੀ ਤੇ ਮੂਡ ਨੂੰ ਕਿੱਦਾਂ ਅਲੱਗ-ਅਲੱਗ ਤਰੀਕੇ ਨਾਲ ਅਸਰ ਕਰਦਾ ਹੈ। ਜੇ ਆਪਾਂ ਫਰੰਟਲ ਲੋਬ ਦੀ ਗੱਲ ਕਰੀਏ, ਜਦੋਂ ਇੱਥੇ ਸਟ੍ਰੋਕ ਹੁੰਦਾ ਹੈ ਤਾਂ ਮੂਡ ਤੇ ਬੁੱਧੀ ਦੇ ਕਿੱਦਾਂ ਚੇਂਜਸ ਆਉਂਦੇ ਹੈ। ਮੂਡ ਬਹੁਤ ਬਦਲਾਵ ਆ ਜਾਂਦਾ ਹੈ, ਕਾਫੀ ਇਨਸਾਨ ਦਾ ਬਿਹੇਵੀਅਰ ਬਿਲਕੁਲ ਚੇਂਜ ਹੋ ਜਾਂਦਾ, ਪਰਸਨੈਲਿਟੀ ਬਿਲਕੁਲ ਚੇਂਜ ਹੋ ਜਾਂਦੀ ਹੈ। ਜਿਹੜੇ ਪਹਿਲਾਂ ਬਹੁਤ ਹੀ ਸ਼ਾਂਤ ਸੁਭਾਅ ਦੇ ਹੁੰਦੇ ਸੀ, ਇੱਕਦਮ ਗੁੱਸੈਲੇ ਹੋ ਸਕਦੇ ਹੈ। ਉਹਨਾਂ ਦੇ ਵਿੱਚ ਕੋਈ ਮੋਟੀਵੇਸ਼ਨ ਨਹੀਂ ਰਹਿੰਦੀ, ਕੋਈ ਕੰਮ ਕਰਨ ਨੂੰ ਸ਼ੁਰੂਆਤ ਨਹੀਂ ਕਰਦੇ। ਜੋ ਕੋਈ ਪਹਿਲਾਂ ਬੜਾ ਹਿੰਮਤੀ ਹੁੰਦਾ ਸੀ ਔਰ ਬਹੁਤ ਅੱਗੇ ਜਾ ਕੇ ਸਾਰਾ ਕੁਝ ਕਰਦੇ ਸੀ, ਉਹ ਬਿਲਕੁਲ ਬਦਲ ਜਾਂਦੇ ਹੈ। ਇਨਅਪਰੋਪ੍ਰੀਏਟ ਕਮੈਂਟਸ, ਮਤਲਬ ਇਹ ਨਹੀਂ ਦੇਖਣਾ ਕੌਣ ਆਸ-ਪਾਸ ਹੈ, ਜੋ ਮੂੰਹ ਚ ਆਇਆ ਉਹ ਬੋਲ ਦੇਣਾ, ਜਿਹੜਾ ਠੀਕ ਸੋਸ਼ਲ ਸਕਿੱਲਸ ਖਤਮ ਹੋ ਜਾਂਦੀ ਹੈ। ਇਹ ਵੀ ਫਰੰਟਲ ਲੋਬ ਸਟ੍ਰੋਕ ਦੇ ਕਾਰਨ ਹੁੰਦਾ ਹੈ। ਤੇ ਸਾਰੀ ਫੈਮਿਲੀਜ਼ ਨੂੰ ਬੜਾ ਸ਼ੌਕ ਲੱਗਦਾ ਹੈ ਕਿ ਇਹ ਕਿੱਦਾਂ ਇੱਕਦਮ ਹੀ ਬਿਲਕੁਲ ਬਦਲ ਗਏ, ਜੋ ਸੋਚਦੇ ਨਹੀਂ ਹੈ ਕਿਹਨੂੰ ਕੀ ਬੋਲਣਾ ਹੈ। ਕਈ ਵਾਰ ਆਪਸ ਚ ਮਿਸਅੰਡਰਸਟੈਂਡਿੰਗਸ ਹੋ ਜਾਂਦੀ ਹੈ ਇਸ ਕਾਰਨ। ਲੇਕਿਨ ਇਹ ਸਮਝਣਾ ਜ਼ਰੂਰੀ ਹੈ ਕਿ ਫਰੰਟਲ ਲੋਬ ਦੇ ਸਟ੍ਰੋਕ ਦਾ ਹਿੱਸਾ ਹੈ, ਦੇ ਕਾਰਨ ਉਹਨਾਂ ਦਾ ਕੰਟਰੋਲ ਨਹੀਂ ਹੈ, ਲੇਕਿਨ ਏਦਾਂ ਹੋ ਜਾਂਦਾ ਹੈ। ਸੋਲਵ ਨਹੀਂ ਕਰ ਸਕਦੇ ਕੋਈ ਪ੍ਰੋਬਲਮ, ਕੋਈ ਵੀ ਘਰ 'ਚ ਛੋਟੀ ਪ੍ਰੋਬਲਮ 100 ਆਉਂਦੀ ਹੈ, ਉਹਨਾਂ ਨੂੰ ਪਹਿਲਾਂ ਇਹ ਸੋਲਵ ਕਰ ਸਕਦੇ ਸੀ, ਹੁਣ ਨਹੀਂ ਕਰ ਸਕਦੇ। ਕੁਝ ਵੀ ਕਰਨ ਤੋਂ ਪਹਿਲਾਂ ਬਹੁਤ ਵਾਰ ਉਹਨਾਂ ਨੂੰ ਕਹਿਣਾ ਪੈਂਦਾ, ਉੱਠਣ ਲਈ, ਨਹਾਉਣ ਲਈ, ਧੋਣ ਲਈ, ਕੁਝ ਵੀ ਕਰਨ ਲਈ ਉਹਨਾਂ ਨੂੰ ਬਹੁਤ ਬਾਰ ਬੋਲ ਕੇ ਸਾਰੀ ਫੈਮਿਲੀ ਥੱਕ ਜਾਂਦੀ ਹੈ, ਲੇਕਿਨ ਉਹ ਕਰਨਾ ਨਹੀਂ ਚਾਹੁੰਦੇ। ਇਹ ਫਰੰਟਲ ਲੋਬ ਦਾ ਸਟ੍ਰੋਕ ਦਾ ਮੂਡ ਦੇ ਉੱਤੇ ਤੇ ਬੁੱਧੀ ਦੇ ਉੱਤੇ ਅਸਰ ਏਦਾਂ ਹੁੰਦਾ ਹੈ। ਹੁਣ ਆਪਾਂ ਪੈਰਾਈਟਲ ਲੋਬ ਦੀ ਬਾਰੇ ਚ ਗੱਲ ਕਰਨਾ ਚਾਹੁੰਦੇ ਹਾਂ। ਜਿਹੜੇ ਪੈਰਾਈਟਲ ਲੋਬ ਹੁੰਦੇ ਆ ਉਹ ਸੱਜਾ ਤੇ ਖੱਬਾ ਪੈਰਾਈਟਲ ਲੋਬ ਹੁੰਦਾ ਹੈ। ਜਿਹੜਾ ਰਾਈਟ ਪੈਰਾਈਟਲ ਲੋਬ ਦਾ ਸਟ੍ਰੋਕ ਹੁੰਦਾ ਹੈ, ਡਾਕਟਰ ਚਹਿਲ ਬਾਕੀ ਲੋਕਾਂ ਦੇ ਨਾਲ ਤੁਸੀਂ ਉਹਨਾਂ ਦੀ ਗੱਲ ਸੁਣ ਕੇ ਤੁਹਾਨੂੰ ਪਤਾ ਚੱਲਿਆ ਹੋਗਾ, ਉਹਦੇ ਨਾਲ ਆਮ ਤੌਰ ਤੇ ਵੱਡੇ ਸਟ੍ਰੋਕ ਹੁੰਦੇ ਪੈਰਾਈਟਲ ਲੋਬ ਦੇ, ਤਾਂ ਉਹਦੇ ਨਾਲ ਅਧਰੰਗ ਵੀ ਹੋ ਜਾਂਦਾ ਹੈ। ਪਰ ਇਹ ਫਿਜ਼ੀਕਲ ਜਿਹੜੀ ਇੰਪੇਅਰਮੈਂਟਸ ਜਾਂ ਅਧਰੰਗ ਦੇ ਨਾਲ ਮੈਮਰੀ ਤੇ ਮੂਡ ਤੇ ਕਿੱਦਾਂ ਅਸਰ ਹੁੰਦਾ ਹੈ, ਇਹ ਆਪਾਂ ਦੇਖਣਾ ਹੈ। ਤੇ ਜਿਹੜਾ ਰਾਈਟ ਪੈਰਾਈਟਲ ਲੋਬ ਸਟ੍ਰੋਕ ਹੁੰਦਾ, ਉਹਦੇ ਨਾਲ ਡਿਸਓਰੀਐਂਟੇਸ਼ਨ ਹੋ ਜਾਂਦੀ ਹੈ, ਬੰਦਾ ਕਨਫਿਊਜ਼ ਹੋ ਜਾਂਦਾ ਹੈ, ਕੋਈ ਚੀਜ਼ ਲੱਭਦੀ ਨਹੀਂ ਉਹਨਾਂ ਨੂੰ, ਆਪ ਵੀ ਗੁੰਮ ਜਾਂਦੇ ਹੈ। ਰੀਸੈਂਟ ਮੈਮਰੀ, ਜਿਹੜੇ ਹੁਣ ਦੀ ਮੈਮਰੀ, 5 ਮਿੰਟ ਪਹਿਲਾਂ ਕੀ ਹੋਇਆ ਸੀ, ਅੱਧਾ ਘੰਟਾ ਪਹਿਲਾਂ ਕੀ ਹੋਇਆ ਸੀ, ਉਹ ਸਭ ਚੀਜ਼ਾਂ ਭੁੱਲਣ ਲੱਗ ਜਾਂਦੀਆਂ। ਇਮੋਸ਼ਨ ਨਹੀਂ ਐਕਸਪ੍ਰੈਸ ਕਰ ਪਾਉਂਦੇ, ਕਹਿਣਾ ਤਾਂ ਕੁਝ ਚਾਹੁੰਦੇ, ਕੁਝ ਆਪਣੇ ਜਿਹੜੇ ਅੰਦਰ ਹਾਵ ਭਾਵ ਹੈ ਉਹ ਐਕਸਪ੍ਰੈਸ ਕਰਨ ਨੂੰ ਉਹਨਾਂ ਨੂੰ ਪ੍ਰੋਬਲਮ ਹੋ ਜਾਂਦੀ ਹੈ। ਜੱਜਮੈਂਟ, ਕਿਸੇ ਵੀ ਚੀਜ਼ ਨੂੰ ਉਹਦਾ ਕੀ ਮਤਲਬ ਹੈ, ਉਹਨੂੰ ਆਪਾਂ ਕਿੱਦਾਂ ਜੱਜ ਕਰਨਾ ਹੈ, ਕੋਈ ਡਿਸੀਜਨ ਕਿੱਦਾਂ ਲੈਣੀ ਹੈ, ਉਹ ਸਭ ਚੀਜ਼ਾਂ ਉਹਨਾਂ ਦੀ
खराब हो जाती हैं, वो सब चीज़ां वो सेम नहीं रहती। बिहेवियर बड़ा इंपल्सिव हो जाता है, एकदम ही जो मन चाहे एकदम हुने करना, बिना सोचे समझे कोई चीज़ करनी, वो राइट पैराइटल लोब दे स्ट्रोक दे नाल इदां चेंजेस आंदी है। ਹੁਣ ਲੈਫਟ ਪੈਰਾਈਟਲ ਲੋਬ ਜਿਹੜਾ ਲੈਫਟ ਵਾਲਾ ਪੈਰਾਈਟਲ ਲੋਬ ਹੈ ਉਹਦੇ ਨਾਲ ਸਟ੍ਰੋਕ ਹੋਣ ਦੇ ਨਾਲ ਜਿਹੜਾ ਰਾਈਟ ਸਾਈਡ ਦੇ ਬੋਡੀ 'ਚ ਲਕਵਾ ਹੋ ਜਾਂਦਾ, ਉਹਦੇ ਨਾਲ ਨਾਲ ਬ੍ਰੇਨ ਦੇ ਉੱਤੇ ਬੁੱਧੀ ਜਾਂ ਮੂਡ ਤੇ ਕਿੱਦਾਂ ਅਸਰ ਹੁੰਦਾ ਹੈ, ਔਰ ਸਪੀਚ ਔਰ ਲੈਂਗੁਏਜ ਅਸਰ ਕਰਦੀ ਹੈ। ਤਾਂ ਕਿਉਂਕਿ ਜਿਹੜਾ ਲੈਫਟ ਪੈਰਾਈਟਲ ਲੋਬ ਵਾਲਾ ਹਿੱਸਾ ਹੁੰਦਾ ਬ੍ਰੇਨ ਦਾ, ਉਹ ਸਪੀਚ ਤੇ ਲੈਂਗੁਏਜ ਨੂੰ ਕੰਟਰੋਲ ਕਰਦਾ ਹੈ। ਤਾਂ ਇਹਨਾਂ ਪੇਸ਼ੈਂਟਸ ਨੂੰ पता होंदा की बोलना है, पर उन्होंने मुंह चो लफ्ज नहीं निकलते, ठीक नहीं मतलब एक्सप्रैस नहीं कर पाते कि की कहना चाहते हैं। फिर नई चीज़ों सीखना उन्होंने औखा लग जाता है। मैथ, सिंपल मैथ करना बहुत फैमिलीज में चेंजेस नजर आती है कि पहला तो इन्ने वड्डे वड्डे कैलकुलेशंस कर लेंदे सी सब कुछ, हुण एक सिंपल जो मैथ नहीं इन्हां तो हुंदा, वो लेफ्ट साइड स्ट्रोक दे नाल पैराइटल लोब स्ट्रोक दे नाल हुंदा है। फिर पेशेंट्स कॉशियस हेजिटेंट हो जाते हैं, बड़े सोच समझ के हर एक चीज़ में कॉन्फिडेंस खत्म हो जाता है, हर एक चीज़ च घबराते हैं। फिर टेंपोरल लोब की गल्लां करते हैं। जब टेंपोरल लोब च स्ट्रोक होता है तो पेशेंट नूं समझ नहीं आता, जो तुसीं उन्हां नाल गल करोगे ये नहीं कि वो समझ रहे हैं, बोल नहीं पा रहे, उदों पुट्ठा हुंदा है, उन्हां नूं अंदर ही नहीं जाती चीज़ां, उन्हां नूं समझ नहीं आता, जिन्ना मर्जी तुसीं उन्हां नूं समझाउण दी कोशिश कर लो, उन्हां दी समझ च प्रॉब्लम आ जाती है। फिर मैमरी बोथ लॉन्ग एंड शॉर्ट टर्म, हुंदी मैमरी ते पुरानी गल्लां दी मैमरी दोनों च असर हो जाता है। फिर सुनन च उन्हां नूं फर्क पै जाता है। एग्रेसिव बिहेवियर हो जाता है, एकदम ही वायलेंट रहंदे, एकदम उन्हां नूं गुस्सा आंदा है। पहला बिल्कुल जिद्दां स्ट्रोक होण तों पहला बिल्कुल शांत हुंदे सी, एकदम ही इन्हां नूं बिना मतलब गुस्सा आण लग जाएगा, एकदम वायलेंट एग्रेसिव हो जाते हैं। ये टेंपोरल लोब दे स्ट्रोक के कारण होता है। फिर कई पेशेंट्स जो सेक्सुअलिटी भी एकदम बढ़ जाती है, वो ये सब चीज़ें प्रॉब्लम्स फैमिली लिए बहुत दिक्कत आ सकती है, इसलिए ये सब चीज़ों की जानकारी होना बहुत ज़रूरी है, ताकि फैमिली समझ सके कि ये पेशेंट अपने आप नहीं कर रहा, या इसका कारण की है। वो जब अंडरस्टैंडिंग होती है तो एक्सेप्टेंस भी बेटर होती है, फिर वो प्रॉब्लम सॉल्विंग भी बेटर होती है। फिर ਆਪਾਂ ਗੱਲ ਕਰਦੇ ਹਾਂ ऑक्सीपिटल लोब। ਇੱਥੇ ਵਿਜ਼ਨ ਦਾ ਸੈਂਟਰ ਹੁੰਦਾ ਹੈ, ਨਿਗਾਹ ਦਾ ਸੈਂਟਰ। ਤਾਂ ਜਦੋਂ ਇੱਥੇ ਸਟ੍ਰੋਕ ਹੁੰਦਾ ਹੈ ਤਾਂ ਲਾਸ ਆਫ ਵਿਜ਼ਨ ਹੋਣ ਲੱਗ ਜਾਂਦੀ ਹੈ, ਦਿਖਾਈ ਨਹੀਂ ਦਿੰਦਾ ਠੀਕ ਤਰ੍ਹਾਂ ਨਾਲ। ਇੰਟਰਸਟਿੰਗ ਗੱਲ ਇਹ ਹੈ ਕਿ ਪੇਸ਼ੈਂਟਸ ਜਿਹੜੇ ਹੈ ਜਿਨ੍ਹਾਂ ਨੂੰ ऑक्सीपिटल लोब 'ਚ ਸਟ੍ਰੋਕ ਹੁੰਦਾ ਹੈ, ਉਹ ਲਿਖ ਸਕਦੇ ਹੈ ਪਰ ਪੜ੍ਹ ਨਹੀਂ ਸਕਦੇ। ਫਿਰ ਉਹਨਾਂ ਨੂੰ ਚੀਜ਼ਾਂ ਦਿਖਾਈ ਦਿੰਦੀਆਂ ਜੋ ਹੈ ਹੀ ਨਹੀਂ ਹੈ ਉੱਥੇ, ਹੈਲੂਸੀਨੇਸ਼ਨਸ ਅਸੀਂ ਉਹਨਾਂ ਨੂੰ ਕਹਿੰਦੇ ਹਾਂ। मनोभ्रांति होने लग जाती है। जिद्दां मेरा एक पेशेंट सी, ਉਹਨਾਂ ਨੂੰ ਇੱਕ ਬੰਦਾ ਦਿਖਾਈ ਦਿੰਦਾ ਸੀ ਜਿਹੜਾ ਉਹਨਾਂ ਦੇ ਘਰ ਆਂਦਾ ਸੀ ऑक्सीपिटल लोब स्ट्रोक होने तो बाद, तो ਉਹਨਾਂ ਨੂੰ ਲੱਗਦਾ ਸੀ ਇੱਕ ਬੰਦਾ ਐਕਸਟਰਾ ਆਂਦਾ ਉਹਨਾਂ ਦੇ ਘਰ, तो ਉਹਦੇ ਲਈ ਰੋਜ਼ ਖਾਣੇ ਦੀ ਟੇਬਲ ਤੇ ਉਹਦੇ ਪਲੇਟਾਂ ਫਲੂਟਾਂ ਲਗਾਉਂਦੇ ਹੁੰਦੇ ਸੀ, ਹਾਲਾਂਕਿ ਕੋਈ ਬੰਦਾ ਸੀਗਾ ਨਹੀਂ। ਤਾਂ ਏਦਾਂ ਚੀਜ਼ਾਂ ਦਿਖਾਈ ਦੇਣ ਲੱਗ ਜਾਂਦੀਆਂ। ਫਿਰ ਇਲੂਜ਼ਨ मतलब ਮਿਸਇੰਟਰਪ੍ਰੇਟ ਕਰਨਾ, मतलब एक जिदा रस्सी रखी हुई है उन्होंने लगेगा वो सप है, मतलब हर एक चीज नू मिसइंटरप्रेट कर दे, गलत अर्थ कट दे। फिर ऑक्सीपिटल लोब वाले स्ट्रोक वाले पेशेंट्स नू चेहरे नहीं ठीक तरह दिखाई देंगे। हुण ये तो सी शॉर्ट टर्म इफेक्ट्स, इमीडिएट इफेक्ट्स, हुणे स्ट्रोक होया तो उसके बाद की असर हुंदा है। एक हुंदे लॉन्ग टर्म इफेक्ट्स। लॉन्ग टर्म इफेक्ट स्ट्रोक दे बोध दे ऊपर कितना असर करते हैं या बुद्धि दे उत्ते कितना असर करते हैं, उसनों असीं कहंदे हैं वैस्कुलर डिमेंशिया। वैस्कुलर मतलब जिहड़ा खून दी नाड़ियां दे नाल रिलेटेड है, जिहदे नाल स्ट्रोक दे नाल रिलेटेड है। डिमेंशिया मतलब भुल्लण दी बीमारी या अपने आप नूं खो जांदे हैं। सो जिहड़े पेशेंट्स नूं वैस्कुलर डिमेंशिया हुंदा है, उन्हां दी थिंकिंग कैपेसिटी, सोचण दी शक्ति, उन्हां दी याददाश्त, उन्हां दी ओरिएंटेशन कित्थे है कित्थे नहीं है, ये किहड़ी जगह है, उन्हां दी डे टू डे जिहड़ी प्रॉब्लम है उन्हां सॉल्व करन दी कैपेसिटी, बैंकिंग, टीवी रिमोट कितना चलाना है, माइक्रोवेव कितना चलाना है, ये सब चीज़ां उन्हां नूं भुल जांदियां। जिहड़े पहलां बिल्कुल ठीक ठाक सी, स्ट्रोक दे करीब
1 या 2 ਮਹੀਨੇ ਦੇ ਦੌਰਾਨ ਉਹਨਾਂ ਨੂੰ ਇਹ ਸਿੰਪਟਮਸ ਹੋਣ ਲੱਗ ਜਾਂਦੇ ਤੇ ਫੈਮਿਲੀ ਬੜੀ ਕਲੀਅਰਲੀ ਦੱਸਦੀ ਹੈ ਕਿ ਸਟ੍ਰੋਕ ਤੋਂ ਬਾਅਦ 2 ਮਹੀਨਿਆਂ ਦੇ ਬਾਅਦ ਤੱਕ ਅਸੀਂ ਦੇਖਿਆ ਕਿ ਇਹਨਾਂ ਦਾ ਬਿਲਕੁਲ ਹੀ ਚੇਂਜ ਹੋ ਗਿਆ, ਇਹ ਸਭ ਚੀਜ਼ਾਂ ਹੋ ਗਈਆਂ, ਉਹਨੂੰ ਅਸੀਂ ਵੈਸਕੂਲਰ ਡਿਮੈਂਸ਼ੀਆ ਕਹਿੰਦੇ ਹਾਂ। ਇੱਕ ਐਨਲਸ ਆਫ ਟ੍ਰਾਂਸਲੇਸ਼ਨ ਮੈਡੀਸਨ ਚ ਰਿਪੋਰਟ ਆਈ ਸੀ, ਉਹਦੇ ਦੌਰਾਨ ਉਹਨਾਂ ਨੇ ਦੱਸਿਆ ਕਿ 2014 ਦੀ ਰਿਪੋਰਟ ਹੈ, ਉਹਨਾਂ ਦੇ ਦੌਰਾਨ ਉਹਨਾਂ ਨੇ ਦੱਸਿਆ ਕਿ ਦੇਖਿਆ ਗਿਆ ਕਿ 3 ਮਹੀਨੇ ਆਫਟਰ ਸਟ੍ਰੋਕ ਦੇ ਵਿੱਚ 31% ਪੇਸ਼ੈਂਟਸ ਨੂੰ ਡਿਮੈਂਸ਼ੀਆ ਸੀਗਾ ਤੇ 10 ਸਾਲ ਤੱਕ ਉਹਨਾਂ ਨੇ ਫੋਲੋ ਅਪ ਕੀਤਾ ਤਾਂ ਉਹਦੇ ਵਿੱਚੋਂ ਕਰੀਬ 20% ਲੋਕਾਂ ਨੂੰ ਡਿਮੈਂਸ਼ੀਆ ਹੋ ਗਿਆ ਸੀ। ਵੈਸਕੂਲਰ ਡਿਮੈਂਸ਼ੀਆ ਦੇ ਕੀ ਸਾਈਨਸ ਹੈ? ਇੱਕ ਤਾਂ ਮੈਮਰੀ ਦਾ ਲਾਸ ਹੋ ਜਾਣਾ, ਫਿਰ ਡਿਫਿਕਲਟੀ ਬੋਲਣ ਦੀ ਸ਼ਕਤੀ, ਲਾਈਕ ਕਿਸੇ ਨੂੰ ਸਮਝਾਉਣ ਦੀ ਸ਼ਕਤੀ ਕੀ ਕਹਿਣਾ ਚਾਹੁੰਦੇ ਹੈ ਉਹ ਨਹੀਂ ਕਰ ਪਾਉਂਦੇ ਸੀ ਪੇਸ਼ੈਂਟ। ਫਿਰ ਸਟ੍ਰੋਕ ਦੇ ਕਾਰਨ ਮੂਵਮੈਂਟਸ ਨਹੀਂ ਠੀਕ ਕਰ ਪਾਉਂਦੇ ਸੀ। ਫਿਰ ਹੱਥ ਪੈਰ ਕੰਬਣ ਲੱਗ ਜਾਂਦੇ ਸੀ, ਬੈਲੈਂਸ ਖਰਾਬ ਹੋ ਜਾਂਦਾ ਸੀ। ਇਹ ਤਾਂ ਇਸ ਲਈ ਇਹ ਲੱਗਦਾ ਹੈ ਕਿ ਇਹ ਵੈਸਕੂਲਰ ਸਟ੍ਰੋਕ ਦੇ ਨਾਲ ਰਿਲੇਟਡ ਡਿਮੈਂਸ਼ੀਆ ਹੈ। ਫਿਰ ਲੌਂਗ ਟਰਮ ਇਫੈਕਟ ਮੂਡ ਦੇ ਕਿੱਦਾਂ ਹੁੰਦੇ ਹੈ? ਇਹ ਤਾਂ ਅਸੀਂ ਕਿਹਾ ਸੀ ਨਾ, ਬੋਧ ਦੇ ਜਾਂ ਬਾਡੀ ਦੇ ਕਿੱਦਾਂ ਅਸਰ ਹੁੰਦਾ ਹੈ, ਮੂਡ ਦਾ ਕੀ ਅਸਰ ਹੁੰਦਾ ਹੈ? ਜਿਹੜਾ ਸਟ੍ਰੋਕ ਹੈ ਉਹ ਇੱਕਦਮ ਹੀ ਇਨਸਾਨ ਨੂੰ ਇੰਡੀਪੈਂਡੈਂਟ ਤੋਂ ਡਿਪੈਂਡੈਂਟ ਬਣਾ ਦਿੰਦਾ ਹੈ। ਉਹਦਾ ਬਹੁਤ ਬੜਾ ਧੱਕਾ ਲੱਗਦਾ ਹੈ, ਨਾ ਸਿਰਫ ਪੇਸ਼ੈਂਟ ਨੂੰ ਬਲਕਿ ਫੈਮਿਲੀ ਮੈਂਬਰਸ ਨੂੰ। ਇੱਕ ਗ੍ਰੀਫ ਸਾਈਕਲ ਰੈਕਗਨਾਈਜ਼ ਕੀਤਾ ਹੋਇਆ ਹੈ, ਕੁਬਲਰ-ਰੌਸ ਗ੍ਰੀਫ ਸਾਈਕਲ। ਉਹਦੇ ਵਿੱਚ ਉਹਨਾਂ ਨੇ ਕਿਸੇ ਵੀ ਸ਼ੌਕ, ਕਿਸੇ ਵੀ ਸਡਨ ਕੋਈ ਚੀਜ਼ ਹੋ ਜਾਏ, ਕੋਈ ਬੁਰੀ ਚੀਜ਼ ਹੋ ਜਾਏ ਕਿਸੇ ਇਨਸਾਨ ਨਾਲ, ਤਾਂ ਇਨਸਾਨ ਕਿੱਦਾਂ ਇੱਕ ਸਟੇਜਸ ਆਫ ਗ੍ਰੀਫ ਚ ਨਿਕਲਦਾ ਹੈ। ਜਾਂ ਤਾਂ ਕਿਸੇ ਏਦਾਂ ਸਟ੍ਰੋਕ ਹੋ ਜਾਏ, ਕੋਈ ਐਕਸੀਡੈਂਟ ਹੋ ਜਾਏ, ਕੋਈ ਡੈਥ ਹੋ ਜਾਏ, ਤਾਂ ਪਹਿਲਾਂ ਤੋਂ ਪਹਿਲਾਂ ਇਨਸਾਨ ਉਹਨੂੰ ਡਿਨਾਈ ਕਰਦਾ ਹੈ। ਏਦਾਂ ਲੱਗਦਾ ਹੈ ਕਿ ਹਾਂ ਮੇਰੇ ਨਾਲ, ਇਹਦਾ ਸ਼ੌਕ ਲੱਗਦਾ, ਜਿੱਦਾਂ ਆਪਾਂ ਕਹਿੰਦੇ ਕਿ ਐਕਸੈਪਟ ਹੀ ਨਹੀਂ ਹੁੰਦਾ ਕਿ ਇਹ ਸਟ੍ਰੋਕ ਹੋ ਗਿਆ, ਮੇਰੇ ਨਾਲ ਹੋ ਗਿਆ। ਤਾਂ ਇੱਕਦਮ ਘਬਰਾਹਟ ਵੀ ਹੋਏਗੀ, ਅਵੋਇਡੈਂਸ ਵੀ ਹੋਏਗੀ, ਕਨਫਿਊਜ਼ਨ ਹੋਏਗੀ, ਪਰ ਡਿਨਾਈ ਕਰਨਗੇ। ਫਿਰ ਜਦੋਂ ਇਹ ਰਿਅਲਾਈਜ਼ ਕਰਦੇ ਹੈ ਪੇਸ਼ੈਂਟ ਤੇ ਫੈਮਿਲੀ ਮੈਂਬਰਸ ਕਿ ਇਹ ਹੋ ਗਿਆ ਹੈ, ਫਿਰ ਗੁੱਸਾ ਆਉਂਦਾ ਹੈ, ਫਿਰ ਇਰੀਟੇਸ਼ਨ ਹੁੰਦੀ ਹੈ, ਐਂਜ਼ਾਈਟੀ ਹੁੰਦੀ ਹੈ, ਫਰਸਟ੍ਰੇਸ਼ਨ ਹੁੰਦੀ ਹੈ। ਫਿਰ ਜਦ ਗੁੱਸੇ ਦੀ ਸਟੇਜ ਤੋਂ ਨਿਕਲਦੇ ਫਿਰ ਹੌਲੀ ਹੌਲੀ ਬਾਰਗੇਨਿੰਗ ਹੁੰਦੀ ਹੈ, ਲੱਗਦਾ ਹੈ ਕਿ ਕਿਉਂ ਹੋਇਆ, ਆਪਣੀ ਕਹਾਣੀ ਸੁਣਾਉਂਦੇ ਸਾਰਿਆਂ ਨੂੰ। ਫਿਰ ਹੌਲੀ ਹੌਲੀ ਦੂਸਰਿਆਂ ਨੂੰ ਦੱਸਦੇ ਹੈ ਕਿ ਏਦਾਂ ਨਹੀਂ ਏਦਾਂ ਹੋਇਆ ਸੀ, ਏਦਾਂ ਨਹੀਂ ਏਦਾਂ ਹੋਣਾ ਚਾਹੀਦਾ ਸੀ, ਇਹਦਾ ਕਿਉਂ ਹੋਇਆ, ਇਸ ਲਈ ਹੋਇਆ ਕਿਉਂਕਿ ਉਹਨੇ ਏਦਾਂ ਕਿਹਾ ਸੀ। ਉਹਦਾ ਆਪਾਂ ਕਾਰਨ ਲੱਭਦੇ ਉਹਨੂੰ ਜਸਟੀਫਾਈ ਕਰਨ ਦੇ। ਫਿਰ ਜਦ ਪਤਾ ਚੱਲਦਾ ਹੈ ਕਿ ਇਹ ਤਾਂ ਏਦਾਂ ਦੀ ਤਕਲੀਫ ਹੈ ਜਿਹਨੇ ਮੈਨੂੰ ਡਿਪੈਂਡੈਂਟ ਬਣਾ ਦਿੱਤਾ ਤੇ ਇਹ ਤਾਂ ਇੱਥੇ ਹੁਣ ਰਹਿਣੀ ਹੈ, ਮੈਨੂੰ ਸਹਾਰਨਾ ਪੈਣਾ, ਫਿਰ ਡਿਪਰੈਸ਼ਨ ਹੁੰਦਾ, ਫਿਰ ਉਹ ਹੈਲਪਲੈਸਨੈਸ ਫੀਲ ਕਰਦੇ ਹੈ, ਫਿਰ ਉਹ ਉਦਾਸੀ ਚ ਚਲੇ ਜਾਂਦੇ ਹੈ। ਫਿਰ ਉਹ ਤੋਂ ਬਾਅਦ ਹੌਲੀ ਹੌਲੀ ਫਿਰ ਐਕਸੈਪਟੈਂਸ ਆਉਂਦੀ ਹੈ। ਤਾਂ ਇਹ ਇਨਸਾਨ ਜਿਹੜਾ ਜਿਹਨੂੰ ਸਟ੍ਰੋਕ ਹੁੰਦਾ ਹੈ ਉਹ ਕਿਸੇ ਵੀ ਫਾਰਮ ਚ ਇਹਨਾਂ ਸਟੇਜਸ ਚੋਂ ਗੁਜ਼ਰ ਸਕਦਾ ਹੈ। ਇਸ ਲਈ ਡਿਫਰੈਂਟ ਸਟੇਜਸ ਦਾ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ, ਫੈਮਿਲੀ ਦੀ ਸਪੋਰਟ ਤੇ ਗਾਈਡੈਂਸ ਐਂਡ ਡਾਇਰੈਕਸ਼ਨ ਡਾਕਟਰਾਂ ਦੀ ਜਾਂ ਫੈਮਿਲੀ ਦੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਫੈਮਿਲੀ ਨੂੰ ਸਮਝੇ, ਪੇਸ਼ੈਂਟ ਨੂੰ ਸਮਝਣ ਤੇ ਉਹਨਾਂ ਨੂੰ ਠੀਕ ਟਾਈਮ ਤੇ ਠੀਕ ਸਪੋਰਟ ਮਿਲੇ। ਦੇਖਿਆ ਗਿਆ ਹੈ ਕਿ ਲੰਬੇ ਟਾਈਮ ਲੌਂਗ ਟਰਮ ਇਫੈਕਟ ਆਫ ਸਟ੍ਰੋਕ ਮੂਡ ਦੇ ਉੱਤੇ ਕੀ ਹੁੰਦਾ ਹੈ ਕਿ ਤਕਰੀਬਨ 25 ਤੋਂ 30% ਮਰੀਜ਼ਾਂ 'ਚ ਡਿਪਰੈਸ਼ਨ ਹੋ ਜਾਂਦਾ ਹੈ, ਕਿਉਂਕਿ ਉਹ ਡਿਪੈਂਡੈਂਟ ਹੋ ਜਾਂਦੇ ਹੈ। ਕਿਸ ਲਈ ਡਿਪਰੈਸ਼ਨ ਹੁੰਦਾ ਹੈ? ਬਿਕਾਜ਼ ਆਫ ਸਟ੍ਰੈਸ। ਇੰਡੀਪੈਂਡੈਂਸ ਦਾ ਸਭ ਤੋਂ ਪਹਿਲਾਂ ਖਤਮ ਹੋਣਾ, ਜਿੱਦਾਂ ਮੈਂ ਕਿਹਾ ਹੈ, ਫਿਰ ਸਟ੍ਰੈਸ ਹੋ ਜਾਂਦਾ ਹੈ, ਫਿਰ ਸਲੀਪ ਪੂਰੀ ਨਹੀਂ ਹੁੰਦੀ, ਨੀਂਦ ਦੀ ਕਮੀ ਹੋ ਜਾਂਦੀ ਹੈ, ਫਿਰ ਸੋਸ਼ਲੀ ਆਈਸੋਲੇਟ ਹੋ ਜਾਂਦੇ ਹੈ, ਕਿਸੇ ਹੋਰ ਤੇ ਡਿਪੈਂਡੈਂਟ ਹੋ ਜਾਂਦੇ ਹੈ। ਲੋਕਾਂ ਨੂੰ ਕਈ ਲੋਕ ਮਿਲਣਾ ਨਹੀਂ ਚਾਹੁੰਦੇ ਕਿਉਂਕਿ ਮੂੰਹ ਤੋਂ ਬੋਲ ਨਹੀਂ ਪਾਉਂਦੇ ਠੀਕ ਤਰ੍ਹਾਂ ਨਾਲ, ਤਾਂ ਉਹਨਾਂ ਨੂੰ ਸੈਲਫ ਕੌਨਸ਼ੀਅਸ ਹੋ ਜਾਂਦੇ ਹਨ, ਉਹਨਾਂ ਨੂੰ ਸ਼ਰਮ ਆਉਂਦੀ ਹੈ, ਆਪਣੇ ਜਿਹੜਾ ਕੌਨਫੀਡੈਂਸ ਹੈ ਘੱਟ ਜਾਂਦਾ ਹੈ, ਆਪਣੀ ਪੋਜੀਸ਼ਨ ਘੱਟ ਜਾਂਦੀ ਹੈ ਸੋਸਾਇਟੀ 'ਚ। ਉਹ ਆਪਣੇ ਆਪ ਨੂੰ ਏਦਾਂ ਦੇਖਦੇ ਹੈ ਕਿ ਮੈਂ ਹੁਣ ਕਿਸੇ ਕੰਮ ਦਾ ਨਹੀਂ ਰਿਹਾ। ਫੈਮਿਲੀ 'ਚ ਉਹਨਾਂ ਨੂੰ ਲੱਗਦਾ ਹੈ ਕਿ ਮੇਰੀ ਪੋਜੀਸ਼ਨ ਸਲਿਪ ਹੋ ਗਈ ਹੈ। ਫਿਰ ਫਾਈਨੈਂਸ਼ੀਅਲ, ਕਈ ਲੋਕਾਂ ਨੂੰ ਫਾਈਨੈਂਸ਼ੀਅਲ ਬਰਡਨ ਹੋ ਜਾਂਦਾ ਹੈ, ਮਨੋਵਿਗਿਆਨਿਕ ਤੇ ਆਪਣੇ ਕੰਮ ਦੇ ਰਿਲੇਟਡ ਬਰਡਨ ਹੋ ਜਾਂਦਾ ਹੈ, ਫੰਕਸ਼ਨਲ ਬਰਡਨ ਹੋ ਜਾਂਦਾ ਹੈ। ਤੇ ਇਹਨੂੰ ਕਿੱਦਾਂ ਮੈਨੇਜ ਕਰੀਏ? ਮੈਮਰੀ ਲਾਸ ਔਰ ਡਿਪਰੈਸ਼ਨ ਨੂੰ ਸਟ੍ਰੋਕ ਤੋਂ ਬਾਅਦ ਕਿੱਦਾਂ ਮੈਨੇਜ ਕਰਨਾ ਚਾਹੀਦਾ? ਪਹਿਲਾਂ ਤਾਂ ਮੈਮਰੀ ਲਾਸ ਦੀ ਗੱਲ ਕਰਦੇ ਹਾਂ। ਜਿਹੜੇ ਪੇਸ਼ੈਂਟ ਨੂੰ ਮੈਮਰੀ ਲਾਸ ਹੋ ਜਾਂਦਾ ਹੈ ਉਹਨਾਂ ਨੂੰ ਤੇ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਘਰ ਨੂੰ ਆਰਗੇਨਾਈਜ਼ ਕਰਨਾ ਚਾਹੀਦਾ ਹੈ। ਇੱਕ ਰੂਟੀਨ ਰੱਖੋ,
ਸਾਰੀ ਚੀਜ਼ਾਂ ਨੂੰ ਆਰਗੇਨਾਈਜ਼ ਕਰੋ ਕਿ ਪਰਸ ਇੱਥੇ ਰੱਖਣਾ ਹੈ, ਚਾਬੀਆਂ ਇੱਥੇ ਰੱਖਣੀ ਹੈ, ਹਰ ਇੱਕ ਚੀਜ਼ ਦਾ ਲੇਬਲ ਕਰ ਦੋ ਤਾਂ ਉਹਨਾਂ ਨੂੰ ਯਾਦ ਰਹੇਗਾ। ਫਿਰ ਕੈਲੰਡਰ ਤੇ ਇਵੈਂਟਸ ਲਿਖ ਦੋ ਤਾਂ ਕਿ ਉਹ ਇਵੈਂਟਸ ਨਾ ਭੁੱਲਣ। ਫਿਰ ਦਵਾਈਆਂ ਬਲਿਸਟਰ ਪੈਕ ਚ ਹੋਣ, ਉਹਦੇ ਉੱਤੇ ਡੇਟ ਤੇ ਡੇ ਲਿਖਿਆ ਹੋਇਆ ਤੇ ਕੋਈ ਸੁਪਰਵਾਈਜ਼ ਕਰੇ ਕਿ ਠੀਕ ਲੈ ਰਹੇ ਹੈ ਕਿ ਨਹੀਂ, ਕਿਉਂਕਿ ਮੈਮਰੀ ਦੇ ਭੁੱਲਣ ਦੇ ਕਾਰਨ ਇਹ ਵੀ ਭੁੱਲ ਹੋ ਸਕਦੀ ਹੈ। ਫਿਰ ਇੱਕ ਨੋਟਬੁੱਕ ਰੱਖ ਜਿਹੜੇ ਚ ਇੰਪੋਰਟੈਂਟ ਇਨਫੋਰਮੇਸ਼ਨ ਹੋ ਸਕਦੇ, ਜਿਹੜੇ ਨਾਮ ਹੈ, ਫੈਮਿਲੀ ਮੈਂਬਰਸ ਜਾਂ ਕੋਈ ਇੰਪੋਰਟੈਂਟ ਇਵੈਂਟਸ ਹੈ, ਇੰਪੋਰਟੈਂਟ ਡੇਟਸ ਹੈ, ਤੁਹਾਡੇ ਪਾਸਵਰਡਸ, ਕੁਝ ਵੀ ਜੋ ਵੀ ਮਤਲਬ ਤੁਹਾਡਾ ਇੰਪੋਰਟੈਂਟ ਚੀਜ਼ਾਂ ਇੱਕ ਨੋਟਬੁੱਕ ਚ ਰੱਖੋ ਤਾਂ ਕਿ ਉਸੇ ਨੋਟਬੁੱਕ ਨੂੰ ਤੁਸੀਂ ਰੈਫਰ ਕਰੋ। ਫਿਰ ਇੱਕ ਟਾਈਮ ਤੇ ਬਹੁਤ ਸਾਰੀ ਚੀਜ਼ਾਂ ਨਾ ਕਰੋ, ਇੱਕ ਟਾਈਮ ਤੇ ਇੱਕ ਚੀਜ਼ ਤੇ ਧਿਆਨ ਦੇ ਕੇ ਕਰੋ ਤਾਂ ਕਿ ਉਹ ਫੋਕਸ ਤੁਹਾਡਾ ਹਿੱਲੇ ਨਾ, ਤਾਂ ਫਿਰ ਤੁਹਾਡੀ ਕੰਮ ਕਰਨ ਦੀ ਕੈਪੈਸਿਟੀ ਬੈਟਰ ਹੋ ਜਾਏਗੀ। ਫਿਰ ਮੈਮਰੀ ਹਿੰਟਸ ਯੂਜ਼ ਕਰ ਸਕਦੇ ਹਾਂ, ਜਿੱਦਾਂ ਸਟੋਵ ਤੇ ਇੱਕ ਸਟਿੱਕਰ ਲਾ ਦੋ, ਬਾਥਰੂਮ ਤੇ ਸਟਿੱਕਰ ਲਾ ਦੋ। ਸਟੋਵ ਤੇ ਸਟਿੱਕਰ ਲਾ ਦੋ ਕਿ ਮੁੜਨ ਤੋਂ ਪਹਿਲਾਂ ਚੈੱਕ ਕਰੋ ਸਟੋਵ ਬੰਦ ਹੈ ਕਿ ਨਹੀਂ। ਬਾਥਰੂਮ ਤੇ ਸਟਿੱਕਰ ਲਗਾ ਦੋ ਕਿ ਟੈਪ ਬੰਦ ਹੈ ਕਿ ਨਹੀਂ, ਚੈੱਕ ਕਰੋ। ਆਪਣੇ ਮੇਨ ਡੋਰ ਤੇ ਸਟਿੱਕਰ ਲਾ ਦੋ ਕਿ ਬਾਹਰ ਨਿਕਲ ਤੋਂ ਪਹਿਲਾਂ ਚਾਬੀਆਂ ਦੇ ਚੈੱਕ ਕਰ ਲਓ, ਫੋਨ ਚੈੱਕ ਕਰ ਲਓ। ਤੇ ਐਡਰੈਸ, ਫੋਨ ਨੰਬਰ ਤੁਹਾਡਾ ਹਰੇਕ ਜੈਕਟ ਪਾਕਟ ਚ ਹੋਣਾ ਚਾਹੀਦਾ ਕਿ ਕਿਤੇ ਕਨਫਿਊਜ਼ਨ ਹੋ ਜਾਏ, ਕਦੇ ਗੁੰਮ ਜਾਓ ਤਾਂ ਐਟਲੀਸਟ ਤੁਸੀਂ ਰੈਫਰ ਕਰ ਸਕਦੇ ਹੋ। ਫਿਰ ਆਪਣੇ ਕਈ ਦਵਾਈਆਂ ਵੀ ਆਉਂਦੀਆਂ ਜਿਹੜਾ ਸਪੋਰਟ ਕਰਦੀਆਂ, ਸਪੈਸ਼ਲੀ ਵੈਸਕੂਲਰ ਡਿਮੈਂਸ਼ੀਆ ਲਈ ਵੀ ਤੇ ਬਾਕੀ ਮੈਡੀਕਲ ਰਿਸਕ ਫੈਕਟਰਸ ਲਈ, ਤਾਂ ਉਹ ਡਾਕਟਰ ਨਾਲ ਆਪਣੀ ਗੱਲ ਕਰਕੇ ਦਵਾਈਆਂ ਦੇ ਬਾਰੇ ਗੱਲ ਕਰੋ। ਡਿਪਰੈਸ਼ਨ ਦੀ ਮੈਨੇਜਮੈਂਟ ਕਿੱਦਾਂ ਕਰਨੀ ਚਾਹੀਦੀ ਹੈ? ਪਹਿਲੀ ਗੱਲ ਤਾਂ ਇਹ ਹੈ ਕਿ ਹੈਜ਼ਿਟੇਟ ਨਾ ਕਰੋ ਸੋਸ਼ਲਾਈਜ਼ ਕਰਨ ਨੂੰ ਜਾਂ ਰੀਚ ਆਊਟ ਕਰਨ ਨੂੰ। ਜਿਹੜਾ ਸਟ੍ਰੋਕ ਹੋਇਆ, ਹਾਂ ਇਹ ਗੱਲ ਤਾਂ ਸਹੀ ਹੈ, ਜਿੱਦਾਂ ਬਾਕੀ ਸਭ ਨੇ ਵੀ ਕਿਹਾ ਕਿ ਪ੍ਰੀਵੈਂਟ ਹੋ ਸਕਦਾ ਹੈ, ਲੇਕਿਨ ਜਦੋਂ ਹੋ ਗਿਆ ਤਾਂ ਉਹਦੇ ਬਾਅਦ ਉਹਨੂੰ ਐਕਸੈਪਟ ਕਰਕੇ ਤੁਸੀਂ ਜਿੰਨਾ ਜ਼ਿਆਦਾ ਪੋਜ਼ਿਟਿਵ ਰਹੋਗੇ ਉਨੀ ਰਿਵਰਸਿਬਿਲਿਟੀ ਦੇ ਚਾਂਸਸ ਬੈਟਰ ਹੈ, ਉਨੇ ਬੈਟਰ ਹੋਣ ਦੇ ਚਾਂਸਸ ਬੈਟਰ ਹੈ। ਐਕਸਰਸਾਈਜ਼ ਜਿੰਨੀ ਹੋ ਸਕਦੀ ਹੈ ਉਨੀ ਕਰੋ, ਜਿੰਨੀ ਡਾਕਟਰ ਦੀ ਐਡਵਾਈਸ ਦੇ ਨਾਲ ਜੋ ਆਪ ਤੁਸੀਂ ਕਰ ਸਕਦੇ ਹੋ। ਤੁਸੀਂ ਹਿੰਮਤ ਨਹੀਂ ਹਾਰਨੀ। ਇੰਸਪੀਰੇਸ਼ਨਲ ਕਾਮਿੰਗ ਮਿਊਜ਼ਿਕ ਸੁਣੋ, ਪ੍ਰੇਅਰਸ ਕਰੋ, ਉਹਦੇ ਚ ਬਹੁਤ ਹਿੰਮਤ ਮਿਲਦੀ ਹੈ ਅੱਗੇ ਵਧਣ ਦੀ ਕਿ ਇਹ ਤੋਂ ਵੀ ਬੈਟਰ ਹੋ ਸਕਦੇ हैं। न्यूट्रिशन और स्लीप, अपनी नींद पूरी होए, खाना पीना पूरा होए, सही तरीके नाल होए। फिर फैमिली सपोर्ट की बहुत जरूरत है डिप्रेशन की मैनेजमेंट ਲਈ। फैमिली सपोर्ट ਤੇ एजुकेशन कि जिद्दां फर्ज करो घर ਦੇ ਵੱਡੇ ਨੂੰ ਕਿਸੇ ਨੂੰ ਸਟ੍ਰੋਕ ਹੋ ਗਿਆ ਤਾਂ ਇਹ ਨਾ ਸੋਚੋ ਕਿ ਹੁਣ ਇਹ ਤਾਂ ਕਾਬਿਲ ਨਹੀਂ ਰਹੇ ਕੁਝ ਕਰਨ ਦੇ, ਤਾਂ ਉਹਨਾਂ ਦੀ ਪੋਜੀਸ਼ਨ, ਉਹਨਾਂ ਦੀ ਰਿਸਪੈਕਟ ਹੈ ਉਹ ਨਹੀਂ ਖੋਣੀ ਫੈਮਿਲੀ 'ਚ। ਉਹਨਾਂ ਨੂੰ ਕੰਪਨਸੇਟ ਕਰਨਾ ਹੈ, ਉਹਨਾਂ ਨੂੰ ਹੈਲਪ ਕਰਨੀ ਹੈ, ਪਰ ਉਹਨਾਂ ਨੂੰ ਨਾਲ ਐਨਕਰੇਜ ਵੀ ਕਰਨਾ ਹੈ ਕਿ ਛੋਟੀ ਛੋਟੀ ਚੀਜ਼ਾਂ ਲਈ ਜੋ ਕਰ ਸਕਦੇ ਆ ਉਹਨਾਂ ਨੂੰ ਕਰਨ ਦਿਓ। ਤਾਂ ਇਹ ਐਜੂਕੇਸ਼ਨ ਇਹਦੇ ਬਾਰੇ ਚ ਜਾਣਨੀ ਬਹੁਤ ਜ਼ਰੂਰੀ ਹੈ। ਫਿਰ ਆਪਣੀ ਕੈਪੇਬਿਲਿਟੀ ਦੇ ਹਿਸਾਬ ਨਾਲ ਕੋਈ ਨਈ ਹੌਬੀ ਸ਼ੁਰੂ ਕਰ ਲਓ। ਫਰਜ਼ ਕਰੋ ਕਿਸੇ ਦੇ ਸੱਜੇ ਪਾਸੇ ਲਕਵਾ ਹੋ ਗਿਆ, ਹਾਫ ਸਾਈਡ, ਤਾਂ ਏਦਾਂ ਸੋਚ ਕੇ ਨਹੀਂ ਬੈਠਣਾ ਕਿ ਹੁਣ ਮੈਂ ਕੀ ਕਰਾਂਗਾ, ਕਿਉਂਕਿ ਖੱਬਾ ਪਾਸਾ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਆਪਾਂ ਕਈ ਵਾਰ ਵੀਡੀਓਜ਼ ਦੇਖਦੇ ਹਾਂ ਕਿ ਕਿਸੇ ਇਨਸਾਨ ਦੇ ਚਾਰੋਂ ਹੱਥ ਪੈਰ ਕੱਟੇ ਹੋਏ ਆ, ਫਿਰ ਵੀ ਉਹ ਮੂੰਹ ਨਾਲ ਪੇਂਟਿੰਗ ਕਰਦੇ ਆ। ਤਾਂ ਰੱਬ ਨੇ ਮਤਲਬ ਬੜੀ, ਜੇ ਤੁਸੀਂ ਹਿੰਮਤ ਰੱਖੋਗੇ ਬਹੁਤ ਆਪਸ਼ਨਸ ਹੋ ਸਕਦੀਆਂ, ਤਾਂ ਹਿੰਮਤ ਨਹੀਂ ਹਾਰਨੀ। ਤਾਂ ਜੇ ਬਹੁਤ ਜ਼ਿਆਦਾ ਡਿਪਰੈਸ਼ਨ ਹੁੰਦਾ ਹੈ, ਏਦਾਂ ਲੱਗਦਾ ਹੈ ਕਿ ਮੈਂ ਹੁਣ ਇੱਥੇ ਜੀਣਾ ਨਹੀਂ ਚਾਹੁੰਦਾ, ਜਾਂ ਫਿਰ ਮੈਂ ਆਪਣੇ ਆਪ ਨੂੰ ਕੁਝ ਕਰ ਲਵਾਂ, ਜਾਂ ਮੈਂ ਆਪਣੇ ਨੂੰ ਕਿਸੇ ਤਰ੍ਹਾਂ ਕੋਈ ਇੱਥੋਂ ਚਲਾ ਜਾਵਾਂ ਜਾਂ ਚਲੀ ਜਾਵਾਂ, ਤੇ ਡਾਕਟਰ ਨਾਲ ਗੱਲ ਕਰਕੇ ਡਿਪਰੈਸ਼ਨ ਲਈ ਦਵਾਈ ਲਓ। ਜਿਹੜੀ ਇੱਕ ਮੈਂ ਤੁਹਾਨੂੰ ਬਹੁਤ ਇੰਪੋਰਟੈਂਟ ਗੱਲ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ ਸਟ੍ਰੋਕ ਹੁੰਦਾ ਨਾ, ਉਹਦੇ ਬਾਅਦ ਪਹਿਲੇ 6 ਮਹੀਨੇ ਬਹੁਤ ਇੰਪੋਰਟੈਂਟ ਹੁੰਦੇ ਆ। ਉਹਨਾਂ 'ਚ ਕਾਫੀ ਚੀਜ਼ਾਂ ਰਿਵਰਸੀਬਲ ਹੋ ਸਕਦੀ ਹੈ, ਜਿੱਦਾਂ ਕਮਜ਼ੋਰੀ ਹੋ ਗਈ ਇੱਕ ਹਿੱਸੇ ਦੀ, ਉਹਨੂੰ ਐਕਸਰਸਾਈਜ਼ ਜੇ ਤੁਸੀਂ ਕਰੋਗੇ, ਉਹ 6 ਮਹੀਨੇ ਪੋਜ਼ਿਟਿਵਿਟੀ ਰੱਖੋਗੇ, ਕਰੈਕਟ ਚੀਜ਼ ਕਰੋਗੇ, ਉਹਨੂੰ ਐਕਟੀਵੇਟ ਰੱਖੋਗੇ ਉਸ ਹਿੱਸੇ ਨੂੰ, ਤੇ ਕਾਫੀ ਚੀਜ਼ਾਂ ਰਿਵਰਸ ਹੋ ਸਕਦੀਆਂ। ਜਿੱਦਾਂ ਸਪੀਚ, ਏਦਾਂ ਰੀਹੈਬਿਲਿਟੇਸ਼ਨ ਦੇ ਨਾਲ, ਫਿਜ਼ੀਓਥੈਰੇਪੀ ਦੇ ਨਾਲ, ਪ੍ਰੋਪਰ ਮਾਈਂਡਸੈਟ ਦੇ ਨਾਲ, ਪੋਜ਼ਿਟਿਵ ਐਟੀਟਿਊਡ ਤੇ ਫੈਮਿਲੀ ਸਪੋਰਟ ਨਾਲ ਕਾਫੀ ਚੀਜ਼ਾਂ ਰਿਵਰਸ ਹੋ ਜਾਂਦੀਆਂ। ਆਪਣੇ ਫੈਮਿਲੀ ਡਾਕਟਰ ਦੇ ਨਾਲ ਤੁਸੀਂ ਮਿਲ ਕੇ ਉਹਨਾਂ ਦੀ ਸਪੋਰਟ ਸੀਕ ਕਰੋ, ਰਿਸੋਰਸਿਸ ਦੀ, ਜਿੱਦਾਂ ਸਟ੍ਰੋਕ ਐਂਡ ਰੀਹੈਬ ਕਲੀਨਿਕ ਹੁੰਦੇ ਆ, ਸਪੀਚ ਐਂਡ ਲੈਂਗੁਏਜ ਥੈਰੇਪੀ ਹੁੰਦੀ ਹੈ। ਤਾਂ ਉਹਨੂੰ ਡਿਲੇ ਨਹੀਂ ਕਰਨਾ। ਜੇ ਪ੍ਰੋਬਲਮ ਆ ਗਈ ਹੈ ਤਾਂ ਉਹਨਾਂ ਹਿੰਮਤ ਕਰਕੇ ਉਹਨੂੰ ਫੇਸ ਕਰੋ ਤੇ ਉਹਨੂੰ ਫਿਕਸ ਕਰਨ ਦੀ ਕੋਸ਼ਿਸ਼ ਕਰੋ। ਹਾਰਟ ਐਂਡ ਸਟ੍ਰੋਕ ਫਾਊਂਡੇਸ਼ਨ ਹੈ ਇੱਥੇ, ਹੈਲਥ ਲਿੰਕ ਹੈ 811, ਜਿੱਥੋਂ ਨਰਸਿਸ ਲਾਈਨ, ਕੋਈ ਵੀ ਕਨਫਿਊਜ਼ਨ ਹੋ ਉੱਥੇ ਤੁਸੀਂ ਉਹਨਾਂ ਨਾਲ ਕਨੈਕਟ ਕਰ ਸਕਦੇ ਹੋ। ਲਾਈਫ ਲਾਈਨ ਹੁੰਦੀ ਹੈ, ਜੇ
ਕੋਈ ਜਿੱਦਾਂ ਇਕੱਲੇ ਰਹਿੰਦਾ ਹੋਏ ਉਹਨਾਂ ਨੂੰ ਏਦਾਂ ਕੁਝ ਹੋ ਜਾਏ ਤਾਂ ਡਿੱਗਦੇ ਹੋਣ ਤਾਂ ਗਲੇ 'ਚ ਲਾਈਫ ਲਾਈਨ ਵਿਦ ਆਟੋ ਅਲਰਟ ਹੁੰਦਾ ਹੈ ਜੋ ਜੇ ਕੋਈ ਫਾਲ ਹੋ ਜਾਏ ਤਾਂ ਉਹ ਸਾਰੀ ਐਮਰਜੈਂਸੀ ਸਰਵਿਸਿਜ਼ ਤੁਹਾਡੇ ਡੋਰ ਸਟੈਪ ਤੇ ਆ ਸਕਦੀ ਹੈ। ਤੁਸੀਂ ਆਪਣੇ ਫੈਮਿਲੀ ਡਾਕਟਰ ਨਾਲ ਇਨਫੋਰਮੇਸ਼ਨ ਲੈ ਸਕਦੇ ਹੋ। ਇੱਕ ਮੈਡੀਕਲ ਅਲਰਟ ਬ੍ਰੇਸਲੇਟ ਆਉਂਦਾ ਹੈ। हैंडी डार्ट टैक्सी सर्विसेज होंगे, कुछ लोग नहीं फिर गड्डियां चला सकते स्ट्रोक होने तो बाद, तो ये टैक्सी सर्विसेज होंगी हैं। टैक्सी सेवर कूपन्स होंगे हैं, वो तुहाडे फैमिली डॉक्टर तुहानू दस सकते हैं। फिर मैंटल हैल्थ सर्विसेज नू टैप कर सकते हो। होम हेल्थ सर्विसेज जे कल्ले अपने आप नहाना नहीं हो पांदा या कपड़े नहीं बदले जाते या उठिया नहीं जाता, तो होम हेल्थ सर्विसेज तुहानू उस टाइम लई सपोर्ट कर सकती हैं। सब तो इंपॉर्टेंट गल ये याद रखनी है कि प्रिवेंशन ही क्योर है, मतलब रोकथाम ही इलाज है। जे तुसी इस स्टेज ते लाइफ दे हो कि इदां दी कोई प्रॉब्लम नहीं हुई है हजे, तो तुसी हुण भी तुहाडे कोल टाइम है अपना ब्लड प्रेशर, अपनी डायबिटीज, कोलेस्ट्रॉल, ये सारे जिहड़े रिस्क फैक्टर सब ने मेंशन कीते हैं। हैवी अल्कोहल यूज, स्लीप एपनिया, इन्हां नू करैक्ट करो ताकि स्ट्रोक होवे ना, वो तो बचो। अगे जे स्ट्रोक हो भी गया तद भी ये रिस्क फैक्टर्स कंट्रोल करो, क्योंकि अगे भी स्ट्रोक होने तो बचना है। तो ये चीज़ां नू आपां नू अपनी जिम्मेवारी लैके करना पैना है। जब तक आपां नहीं करांगे तो बहुत अगे प्रॉब्लम्स हो सकती हैं। सब तो इंपॉर्टेंट चीज़ है कि चाहे असी किसी भी सिचुएशन च होंदे हैं, होप ਜਿਹੜੀ उम्मीद है हमेशा बरकरार रखो। ते अपनी कम्युनिटी का रब का इन्ना ध्यान रखती है, तो रब ते भरोसा करो कि ये जिंदगी बहुत छोटी है। सानू ये जानने लई, सानू ये रियलाइज होने लई कि ये क्यों होया, साडे नाल किस चीज़ दा सानू सिला मिलिया। असी इहदे बारे च कुछ नहीं कह सकते। कई लोग कहते पुराने कर्मां दा चक्कर है या कुछ ना कुछ इदां कर्मां दे कारण हथ आया, पर रब तुहानू बहुत मौके दिंदा है डॉक्टरां दे राही, बाकी टॉक्स दे राही कि अपनी लाइफ में तुसी अपने हाथ च रखो, उन्हें संभाल लो, अपने रिस्क फैक्टर्स को कंट्रोल करो। यही साडे जरिए या सारे लोगों के जरिए जो तुसी अपनी लाइफ में चेंज करोगे, हेल्दी रखोगे, तब बिल्कुल स्वस्थ रहोगे। यही साडी तुहाडे लई उम्मीद है, साडे तुहाडे लई प्रेयर है, पर बिल्कुल होप नहीं तुसी लूज करनी। Everything can be better with the right attitude. Thank you. ਸਾਡੇ ਨੈਕਸਟ ਸਪੀਕਰ ਨੇ ਡਾਕਟਰ ਰਜੀਵ ਰੇਬਾਏ। ਉਹ ਸਾਨੂੰ ਦੱਸਣਗੇ ਕਿ ਸਟ੍ਰੋਕ ਤੇ ਤੁਹਾਨੂੰ ਹੋ ਗਿਆ, ਜੇ ਹੋ ਗਿਆ ਤੇ ਤੁਸੀਂ ਘਰ ਆਉਣਾ, ਤੇ ਘਰ ਆਉਣ ਤੋਂ ਪਹਿਲਾਂ ਜੇ ਤੁਹਾਡੀ ਕੋਈ ਮੁਸ਼ਕਲ ਆ ਰਹੀ ਹੈ ਤੇ ਰੀਹੈਬਿਲਿਟੇਸ਼ਨ ਵਾਸਤੇ ਤੁਸੀਂ ਕੀ ਕਰਨਾ, ਕਿਸ ਤਰੀਕੇ ਨਾਲ ਕਿਹੜਾ ਜਾ ਸਕਦਾ ਰੀਹੈਬਿਲਿਟੇਸ਼ਨ ਸੈਂਟਰ ਦੇ ਵਿੱਚ, ਕਿਹੜਾ ਨਹੀਂ ਜਾ ਸਕਦਾ। ਨਾਲ ਹੀ ਹੁੰਦਾ ਵੀ ਘਰ ਆਉਣ ਤੋਂ ਪਹਿਲਾਂ ਇੱਕ ਬਹੁਤ ਹੀ ਇੰਪੋਰਟੈਂਟ ਪਾਰਟ ਹੁੰਦਾ ਕਿ ਤੁਹਾਡਾ OT ਤੇ ਫਿਜ਼ੀਓ ਵਾਲਿਆਂ ਨੇ ਤੁਹਾਨੂੰ ਅਸੈਸ ਕਰਨਾ, ਤੁਹਾਨੂੰ ਵੇਖਣਾ ਵੀ ਤੁਸੀਂ ਹਸਪੀਟਲ ਤੋਂ ਘਰ ਦੇ ਵਿੱਚ ਟ੍ਰਾਂਜੀਸ਼ਨ ਕਿਸ ਤਰ੍ਹਾਂ ਹੋਣੀ, ਉਹਨਾਂ ਆ ਕੇ ਤੁਹਾਡਾ ਘਰ ਦੇਖਣਾ, ਉਹਨਾਂ ਮੋਡੀਫਿਕੇਸ਼ਨ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ, ਹੋ ਸਕਦਾ ਫਿਜ਼ੀਕਲ ਸਟਰਕਚਰ ਦੀ ਗੱਲ ਕਰਨ। ਸੋ ਉਹ ਸਾਰਾ ਅਰੇਂਜਮੈਂਟ ਕਰਨਾ ਬਹੁਤ ਇੰਪੋਰਟੈਂਟ ਹੁੰਦਾ। ਫਿਰ ਲਾਈਫ ਸਟਾਈਲ ਦੀ ਜਿਹੜੀ ਅਡੈਪਟੇਸ਼ਨ ਹੈ ਨਾ, ਉਹ ਬੜੀ ਇੰਪੋਰਟੈਂਟ ਹੈ। ਚੇਂਜਸ ਆਉਣੀਆਂ ਤੁਹਾਡੇ ਹਰ ਕੰਮ ਦੇ ਵਿੱਚ ਸਟ੍ਰੋਕ ਤੋਂ ਬਾਅਦ, ਖਾਣ ਦੇ ਵਿੱਚ, ਪੀਣ ਦੇ, ਰਹਿਣ ਦੇ, ਤੇ ਹੋਰ ਇਸ ਤੋਂ ਇਲਾਵਾ ਉਹ ਬਹੁਤ ਇੰਪੋਰਟੈਂਟ ਹੁੰਦਾ। ਫਿਰ ਹੁੰਦਾ ਹੈ ਕਿ ਜੇ ਤੁਸੀਂ ਘਰ ਆਉਣ ਤੋਂ ਬਾਅਦ ਤੁਹਾਡਾ ਸਾਰਾ ਸਿਸਟਮ ਸੈਟਅਪ ਕਰ ਦਿੱਤਾ, ਤੇ ਜੇ ਪਹਿਲੇ ਕੁਛ ਮਹੀਨੇ ਐਟਲੀਸਟ 6 ਮਹੀਨੇ ਤੱਕ ਜਿਹੜੀ ਵੀ ਤੁਸੀਂ ਘਰ ਵਿੱਚ ਐਕਸਰਸਾਈਜ਼ ਕਰਨੀ ਹੈ, ਉਹਦੇ ਬਾਰੇ ਤੁਹਾਨੂੰ ਐਕਸਪਲੇਨ ਕਰਦੇ ਨੇ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਇੰਪਰੂਵਮੈਂਟ ਕਰਨੀ ਹੈ। ਕਿਉਂਕਿ ਜਿਸ ਤਰ੍ਹਾਂ ਅਸੀਂ ਕੱਲ੍ਹ ਵੀ ਤੁਹਾਨੂੰ ਐਕਸਪਲੇਨ ਕੀਤਾ ਸੀ ਕਿ ਸਟ੍ਰੋਕ ਦੇ ਕਾਰਨ ਕੀ ਨੇ, ਕੀ ਹੁੰਦਾ, ਅੱਜ ਡਾਕਟਰ ਚਾਲ ਨੇ ਤੁਹਾਨੂੰ ਐਕਸਪਲੇਨ ਕੀਤਾ ਵੀ ਇਹ ਜਿਹੜਾ ਤੁਸੀਂ ਟਾਈਮ ਬਹੁਤ ਇੰਪੋਰਟੈਂਟ ਹੈ, ਬ੍ਰੇਨ ਇਜ਼ ਟਾਈਮ। ਹੁਣ ਡਾਕਟਰ ਜੈਨ ਨੇ ਇਹ ਐਕਸਪਲੇਨ ਕੀਤਾ ਵੀ ਬ੍ਰੇਨ ਦਾ ਡੈਮੇਜ ਕੀ ਹੁੰਦਾ, ਤੇ ਹੁਣ ਡਾਕਟਰ ਜਿਹੜੇ ਸਾਡੇ ਨਵੇਂ ਸਪੀਕਰ ਨੈਕਸਟ ਸਪੀਕਰ ਨੇ ਉਹ ਐਕਸਪਲੇਨ ਕਰਨਗੇ ਜੇ ਬਦਕਿਸਮਤੀ ਨਾਲ ਸਾਰਾ ਕੁਝ ਹੋ ਚੁੱਕਾ ਤੇ ਤੁਸੀਂ ਇਹਦੇ ਬਾਰੇ ਕੀ ਕਰ ਸਕਦੇ ਹੋ। ਸੋ ਸਾਡੇ ਹੁਣ ਇਹਨਾਂ ਨੂੰ ਸਾਡੇ ਸਪੀਕਰ ਇਹਨਾਂ ਨੂੰ ਸੁਣੋ। Thank you. ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਨੂੰ ਅੱਜ ਇੱਥੇ ਆਈਕਨ ਦੀ ਕਾਨਫਰੰਸ ਦੇ ਉੱਪਰ ਨਿਯੋਤਾ ਦੇਣ ਲਈ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਮੇਰਾ ਨਾਮ ਰਾਜੀਵ ਰੇਬੀ ਹੈ। ਮੈਂ ਇੱਥੇ
ਫਿਜ਼ੀਕਲ ਮੈਡੀਸਿਨ ਅਤੇ ਰੀਹੈਬਲੀਟੇਸ਼ਨ ਦੇ ਵਿੱਚ ਐਸੋਸੀਏਟ ਪ੍ਰੋਫੈਸਰ ਹੈਗਾ, ਜਿਹੜਾ ਕਿ ਵੈਨਕੂਵਰ ਅਤੇ ਨਿਊ ਵੈਸਟਮਿਨਸਟਰ ਦੇ ਵਿੱਚ ਪ੍ਰੈਕਟਿਸ ਕਰਦਾ ਹਾਂ BC ਦੇ ਵਿੱਚ। ਅਤੇ ਮੇਰੀ ਅੱਜ ਦੀ ਚਰਚਾ ਦਾ ਉਦੇਸ਼ ਇਹ ਰਹੇਗਾ ਕਿ ਤੁਹਾਡੀ ਸਿਹਤ 'ਤੇ ਪੈਣ ਵਾਲੇ ਸਟ੍ਰੋਕ ਦਾ ਅਸਰ, ਉਹਦੇ ਬਾਰੇ ਅਸੀਂ ਗੱਲ ਕਰਾਂਗੇ। ਸਟ੍ਰੋਕ ਤੋਂ ਸਿਹਤਯਾਬੀ ਦੀ ਸੱਚਾਈ, ਸਟ੍ਰੋਕ ਦੇ ਬਾਅਦ ਬਹਾਲੀ ਉਹ ਕੀ ਹੈ, ਜਾਂ ਸਟ੍ਰੋਕ ਦੇ ਬਾਅਦ ਬਹਾਲੀ ਦੇ ਵਿੱਚ ਮੇਰੀ ਮਦਦ ਕਿਵੇਂ ਕਰ ਸਕਦੀ ਹੈ, ਅਤੇ ਹਸਪਤਾਲ ਤੋਂ ਘਰ ਦੀ ਵਾਪਸੀ ਦਾ ਸਫ਼ਰ ਕਿਸ ਤਰ੍ਹਾਂ ਹੁੰਦਾ। ਅਤੇ ਨਾਲ ਦੀ ਨਾਲ ਹੀ ਅਸੀਂ ਸਟ੍ਰੋਕ ਦੇ ਬਾਅਦ ਦੇ ਕਸਰਤ ਦੇ ਮਹੱਤਵ ਦੇ ਬਾਰੇ ਵੀ ਗੱਲ ਕਰਾਂਗੇ। ਸਟ੍ਰੋਕ ਦੇ ਪਿਛੋਕੜ ਦੀ ਗੱਲ ਕਰੀ ਤਾਂ ਜਿਹੜਾ ਸਟ੍ਰੋਕ ਹੈਗਾ, ਤੀਸਰਾ ਸਭ ਤੋਂ ਵੱਡਾ ਕਾਰਨ ਹੈਗਾ ਕੈਨੇਡਾ ਦੇ ਵਿੱਚ ਮੌਤ ਹੋਣ ਦਾ, ਅਤੇ ਸਾਰੀ ਦੁਨੀਆ ਦੇ ਵਿੱਚ ਦੂਸਰਾ ਸਭ ਤੋਂ ਵੱਡਾ ਕਾਰਨ ਹੈਗਾ ਇਹ। 4 ਲੱਖ ਤੋਂ ਵੀ ਲੋਕ ਜਿਹੜੇ ਹੈਗੇ ਸਟ੍ਰੋਕ ਦੇ ਨਾਲ ਇਸ ਸਮੇਂ ਜੂਝ ਰਹੇ ਹੈਗੇ ਨੇ। ਜਿੰਨੇ ਵੀ ਜਿਹੜੇ ਮਰੀਜ਼ ਹੁੰਦੇ ਨੇ ਹਸਪਤਾਲ ਦੇ ਵਿੱਚ ਜਿਹੜੇ ਦਾਖਲ ਹੁੰਦੇ ਨੇ, 100 ਤੋਂ ਜੇ ਮਰੀਜ਼ਾਂ ਦੀ ਗੱਲ ਕਰੀਏ, ਉਹਨਾਂ ਵਿੱਚੋਂ 15 ਜਿਹੜੇ ਹੈਗੇ ਉਹ ਹਸਪਤਾਲ ਤੋਂ ਆਉਂਦੇ ਨਹੀਂ, ਉਹ ਹਸਪਤਾਲ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ। ਸਿਰਫ 10% ਜਿਹੜੇ ਹੈਗੇ ਲੋਕ ਜਿਹੜੇ ਆ ਉਹ ਠੀਕ ਹੁੰਦੇ ਆ ਪੂਰੀ ਤਰ੍ਹਾਂ। 25% ਦੇ ਵਿੱਚ ਕੋਈ ਨਾ ਕੋਈ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਅਸਮਰਥਤਾ ਰਹਿ ਜਾਂਦੀ ਹੈ, ਅਧਰੰਗ ਜਿਹਾ ਰਹਿ ਜਾਂਦਾ। 40 ਜਿਹੜੇ ਹੈਗੇ ਉਹਨਾਂ ਵਿੱਚ ਕੋਈ ਥੋੜ੍ਹੇ ਤੋਂ ਲੈ ਕੇ ਦਰਮਿਆਨੇ ਤੋਂ ਲੈ ਕੇ ਸਭ ਜ਼ਿਆਦਾ ਤੱਕ ਉਹਦੇ 'ਚ ਅਸਮਰਥਤਾ ਹੋ ਜਾਂਦੀ ਹੈ, ਕਿਸੇ ਤਰ੍ਹਾਂ ਦੀ ਕੋਈ ਅਧਰੰਗਪਣਾ ਪੈ ਜਾਂਦਾ। ਅਤੇ 10% ਜਿਹੜੇ ਲੋਕ ਹੈਗੇ, ਜਿਹੜੇ 10 ਲੋਕ ਨੇ ਜਿਹੜੇ ਉਹਨਾਂ ਨੂੰ ਲੰਬੇ ਸਮੇਂ ਦੀ ਦੇਖਭਾਲ ਦੀ ਲੋੜ ਪੈਂਦੀ ਹੈ। ਸਾਲਾਨਾ ਖਰਚਾ ਜਿਹੜਾ ਹੈ ਇਹਦੇ ਉੱਪਰ, ਸਟ੍ਰੋਕ ਦੇ ਉੱਪਰ ਲਗਭਗ 3.6 ਬਿਲੀਅਨ ਦਾ ਜਿਹੜਾ ਕਿ ਖਰਚਾ ਆ ਜਾਂਦਾ। ਉਹ ਦੋਨਾਂ ਵਿੱਚ ਇਹ ਹੁੰਦਾ ਕਿ ਹੈਲਥ ਕੇਅਰ ਜਿਹੜੀ ਕੋਸਟ ਹੁੰਦੀ ਹੈ, ਜਿਹਦੀ ਸਿਹਤ ਸੰਭਾਲ ਦੀ ਕੋਸਟ ਹੁੰਦੀ ਹੈ, ਜਾਂ ਫਿਰ ਜਿਹੜੇ ਕਿ ਆਰਥਿਕ ਉਤਪਾਦਨ ਦੀ ਹਾਨੀ ਹੁੰਦੀ ਹੈ, ਉਹਨਾਂ ਦੇ ਉੱਪਰ ਜਿਹੜਾ ਖਰਚਾ ਹੁੰਦਾ ਹੈ, ਸਾਰੇ ਉਹਨਾਂ ਨੂੰ ਮਿਲਾ ਕੇ ਹੈ। ਜਿਹੜਾ ਬਾਕੀ ਖਰਚਾ ਹੈ ਆਪਣੇ ਪਰਿਵਾਰਾਂ ਅਤੇ ਭਾਈਚਾਰਿਆਂ ਦਾ, ਜਿਹੜਾ ਕਿ ਦੇਖਭਾਲ ਕਰਨ ਵਾਲਿਆਂ ਦਾ ਖਰਚਾ ਹੈ, ਉਹ ਤਾਂ ਬਹੁਤ ਜ਼ਿਆਦਾ ਹੈਗਾ ਜੀ, ਉਹਦੀ ਕੋਈ ਉਹ ਮਿਲ ਨਹੀਂ ਸਕਦੇ ਉਹਨੂੰ। ਅਤੇ ਜੇ ਤਾਂ ਦੇਖਿਆ ਜਾਏ ਤਾਂ ਮੇਰੀ ਸਿਹਤ ਦੇ ਉੱਪਰ ਸਟ੍ਰੋਕ ਦਾ ਕੀ ਅਸਰ ਹੁੰਦਾ ਹੈ। ਇਹ ਸਟ੍ਰੋਕ ਜਿਹੜੇ ਹੈਗੇ ਅਲੱਗ-ਅਲੱਗ ਹੁੰਦੇ ਸਾਰੇ ਲੋਕਾਂ ਦੇ ਵਿੱਚ। ਹਰ ਇੱਕ ਮਰੀਜ਼ ਜਿਹੜਾ ਉਹ ਅਲੱਗ ਹੁੰਦਾ, ਵਿਲੱਖਣ ਹੁੰਦਾ। ਸਟ੍ਰੋਕ ਦੇ ਬਾਅਦ ਦੇ ਅਸਰ ਜਿਹੜੇ ਉਹ ਮਾਮੂਲੀ, ਦਰਮਿਆਨੇ ਤੋਂ ਲੈ ਕੇ ਗੰਭੀਰ ਵੀ ਹੋ ਸਕਦੇ ਹਨ। ਉਹ ਇਹ ਸਾਰੇ ਕਾਰਨਾਂ ਦੇ ਉੱਪਰ ਨਿਰਭਰ ਕਰਦਾ ਹੈ ਕਿ ਸਟ੍ਰੋਕ ਕਿਸ ਤਰ੍ਹਾਂ ਦਾ ਹੈਗਾ, ਕਿ ਇਸਕੀਮਿਕ ਹੈਗਾ ਜਿਹਦੇ ਵਿੱਚ ਕਲੌਟ ਜਿਹਾ ਬਣ ਜਾਂਦਾ ਹੈ, ਜਾਂ ਫਿਰ ਖੂਨ ਵਗਿਆ ਹੈਗਾ ਸਟ੍ਰੋਕ ਦੇ ਵਿੱਚ, ਜਾਂ ਕਿਹੜੀ ਸਾਈਡ ਦੇ ਉੱਪਰ ਦਿਮਾਗ ਦੇ ਕਿਹੜੇ ਸਾਈਡ 'ਤੇ ਖੱਬੇ ਜਾਂ ਸੱਜੇ ਪਾਸੇ ਸਟ੍ਰੋਕ ਹੋਇਆ। ਅਤੇ ਬਾਕੀ ਜਿਹੜਾ ਸਾਈਜ਼ ਹੈਗਾ ਸਟ੍ਰੋਕ ਦਾ, ਉਹ ਕਿੱਡਾ ਕੁ ਵੱਡਾ ਹੈਗਾ, ਦਿਮਾਗ ਦੇ ਵਿੱਚ ਕਿੰਨੀ ਜਗ੍ਹਾ ਨੇ ਘੇਰੀ ਹੈਗੀ, ਅਤੇ ਉਹਦੇ ਨਾਲ ਵੀ ਫਰਕ ਪੈਂਦਾ ਹੈ ਕਿ ਉਹ ਜਿਹੜੇ ਕਿਸ ਤਰ੍ਹਾਂ ਦੇ ਵੀ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਸਰੀਰਕ ਤੌਰ 'ਤੇ ਥੋੜ੍ਹਾ ਫਰਕ ਪੈਂਦਾ। ਜਿੱਦਾਂ ਕਿ ਇਹ ਤੁਸੀਂ ਚਿੱਤਰ ਦੇ ਵਿੱਚ ਦੇਖ ਪਾ ਰਹੇ ਹੋ, ਜਿਵੇਂ ਤੁਸੀਂ ਪਿਕਚਰ ਵਿੱਚ ਦੇਖ ਪਾ ਰਹੇ ਹੋ, ਸੱਜੇ ਪਾਸੇ ਜਿੱਦਾਂ ਕਿ ਬੋਲਣ ਵਿੱਚ, ਲਿਖਣ ਵਿੱਚ ਜਾਂ ਕੁਛ ਸਮਝ ਵਿੱਚ ਕੋਈ ਮੁਸ਼ਕਿਲ ਆ ਸਕਦੀ ਹੈ ਇਹਦੇ ਬਾਅਦ। ਅਤੇ ਜੇ ਸੱਜੇ ਪਾਸੇ ਖੱਬੇ ਪਾਸੇ ਹੁੰਦਾ ਸਰੀਰ ਦੇ ਵਿੱਚ, ਅਤੇ ਸਰੀਰ ਵਿੱਚ ਖੱਬੇ ਪਾਸੇ ਇਹ ਅਸਰ ਹੋ ਸਕਦਾ ਹੈ ਕਿ ਤੁਹਾਨੂੰ ਪੜ੍ਹਨ ਵਿੱਚ ਜਾਂ ਸੁਣਨ ਵਿੱਚ ਜਾਂ ਹੋਰ ਕਿਸੇ ਓਰੀਐਂਟੇਸ਼ਨ ਦੇ ਵਿੱਚ ਕੋਈ ਮੁਸ਼ਕਿਲ ਆ ਸਕਦੀ, ਤੁਹਾਨੂੰ ਪਤਾ ਨਹੀਂ ਹੁੰਦਾ, ਸੁੱਧ ਬੁੱਧ ਨਹੀਂ ਹੁੰਦੀ ਕਿੱਥੇ ਹੈਗੇ ਕਿੱਥੇ ਨਹੀਂ। ਅਤੇ ਸਟ੍ਰੋਕ ਦੇ ਵਿੱਚ ਇਸ ਤਰ੍ਹਾਂ ਦਾ ਵੀ ਫਰਕ ਪੈਂਦਾ ਹੈਗਾ ਕਿ ਤੁਹਾਨੂੰ ਕਿੰਨਾ ਸਮੇਂ ਜਿਹੜਾ ਦਿਮਾਗ ਨੂੰ ਉਹ ਖੂਨ ਦੀ ਜਿਹੜੀ ਉਹਨੂੰ ਸੰਚਾਰ ਨਹੀਂ ਹੋ ਪਾਇਆ ਉਹਦੇ ਵਿੱਚ, ਜਾਂ ਤੁਹਾਨੂੰ ਕਿੰਨਾ ਟਾਈਮ ਲੱਗਿਆ ਹਸਪਤਾਲ ਦੇ ਵਿੱਚ ਪਹੁੰਚਣ ਦੇ ਵਿੱਚ, ਅਤੇ ਤੁਹਾਡਾ ਕਿਸ ਤਰ੍ਹਾਂ ਦਾ ਇਲਾਜ ਹੋਇਆ ਹੈ, ਜਾਂ ਫਿਰ ਤੁਹਾਨੂੰ ਜੇ ਪਹਿਲੇ ਕੋਈ ਸਟ੍ਰੋਕ ਹੋ ਚੁੱਕਿਆ ਹੈ ਜਾਂ ਉਸ ਤਰ੍ਹਾਂ ਦੀ ਕੋਈ ਹਾਲਤ ਰਹਿ ਚੁੱਕੀ ਹੈ, ਅਤੇ ਉਹਦੇ ਵਿੱਚ ਇਹ ਚੀਜ਼ਾਂ ਵੀ ਅਸਰ ਪਾਉਂਦੀਆਂ ਨੇ। ਅਤੇ ਇਸ ਚੀਜ਼ 'ਤੇ ਵੀ ਫਰਕ ਪੈਂਦਾ ਕਿ ਨੁਕਸਾਨ ਕਿੰਨਾ ਵੱਡਾ ਅਤੇ ਕਿੱਥੇ ਹੋਇਆ ਹੈ। ਉਹਦੇ ਵਿੱਚ ਤਬਦੀਲੀਆਂ ਜਿਹੜੀਆਂ ਸਰੀਰ ਵਿੱਚ ਆਉਂਦੀਆਂ ਨੇ, ਉਹ ਬਹੁਤ ਮਾਤਮਕ ਤੋਂ ਲੈ ਕੇ ਅਤੇ ਹਰ ਤਰ੍ਹਾਂ ਦੀ ਤਬਦੀਲੀਆਂ ਦਾ ਜੋੜ ਵੀ ਹੋ ਸਕਦਾ ਹੈ। ਪਹਿਲੀ ਤਬਦੀਲੀ ਜਿਹੜੀ ਹੋ ਸਕਦੀ ਹੈ ਉਹ ਤੁਹਾਡੀ ਆਪਸੀ ਗੱਲਬਾਤ ਦੇ ਵਿੱਚ, ਕਮਿਊਨੀਕੇਸ਼ਨ ਜਿਹੜੀ ਹੈ, ਕਿ ਤੁਹਾਨੂੰ ਆਪਣੇ ਆਪ ਨੂੰ ਦੱਸਣ ਦੇ ਵਿੱਚ, ਦੂਜਿਆਂ ਨੂੰ ਸਮਝਾਉਣ ਵਿੱਚ ਮੁਸ਼ਕਿਲਾਂ ਹੋ ਸਕਦੀਆਂ ਨੇ। ਤੁਹਾਨੂੰ ਆਪਣੀ ਗੱਲ ਸਮਝਾਉਣ ਵਿੱਚ, ਕਿਸੇ ਦੇ ਬੋਲਣ ਦੇ ਵਿੱਚ ਮੁਸ਼ਕਿਲ ਆ ਸਕਦੀ ਹੈ, ਜਾਂ ਬੋਧਾਤਮਕ ਜਿਹੜੀਆਂ ਚੀਜ਼ਾਂ ਹੈਗੀਆਂ, ਤੁਹਾਡੀ ਯਾਦਾਸ਼ਤ ਦੇ ਵਿੱਚ ਮੁਸ਼ਕਿਲ ਆ ਸਕਦੀ ਹੈ, ਥਕਾਵਟ ਹੋ ਸਕਦੀ ਹੈ, ਜਾਂ ਤੁਹਾਡੀਆਂ ਭਾਵਨਾਵਾਂ ਦੇ ਵਿੱਚ ਮਾੜੇ ਮੂਡ ਹੋ ਸਕਦਾ ਹੈ। ਡਿਪਰੈਸ਼ਨ ਨੂੰ ਕਾਬੂ ਕਰਨ ਵਿੱਚ ਮੁਸ਼ਕਿਲਾਂ ਹੋ ਸਕਦੀਆਂ ਨੇ। ਜਿਹੜੀ ਡਿਪਰੈਸ਼ਨ ਹੈਗੀ ਹੈ, ਇਹ ਕਾਫੀ ਜ਼ਿਆਦਾ ਜਦੋਂ ਸਟ੍ਰੋਕ ਹੁੰਦਾ ਉਹਦੇ ਬਾਅਦ ਕਾਫੀ ਜ਼ਿਆਦਾ ਇਹ ਦੇਖੀ ਜਾਂਦੀ ਹੈ। 20 ਤੋਂ 25% ਲੋਕਾਂ ਦੇ ਵਿੱਚ ਇਹ ਚੀਜ਼ ਦੇਖੀ ਜਾਂਦੀ ਹੈ, ਜਿਹੜੀ ਕਿ 2 ਸਾਲ ਜਦੋਂ ਉਹ ਸਟ੍ਰੋਕ ਹੁੰਦਾ ਅਤੇ 2 ਸਾਲ ਦੇ ਵਿੱਚ ਇਹ ਮੁਸ਼ਕਿਲ ਆਉਂਦੀ ਹੈ। ਅਤੇ ਸਰੀਰਕ ਤੌਰ 'ਤੇ ਵੀ ਕਮਜ਼ੋਰੀ ਆ ਸਕਦੀ ਹੈ। ਸਰੀਰ ਦੇ ਵਿੱਚ ਕੋਈ ਮਾਸਪੇਸ਼ੀਆਂ ਦੇ ਵਿੱਚ ਸੁੱਕੜਨ ਅਤੇ ਆਕੜਾਹਟ ਆ ਸਕਦੀ ਹੈ। ਜਿਹੜੀਆਂ ਤਬਦੀਲੀਆਂ ਜਿਹੜੀਆਂ ਨਜ਼ਰ ਆਉਂਦੀਆਂ ਹੈਗੀਆਂ ਉਹ ਹੋ ਸਕਦੀਆਂ ਨੇ, ਜਿੱਦਾਂ ਕਿ ਫੀਲਡ ਇਫੈਕਟ ਹੁੰਦਾ, ਨਜ਼ਰ ਸੰਬੰਧੀ ਅਣਗਹਿਲੀਆਂ ਹੁੰਦੀਆਂ ਨੇ,
ਤੇ ਕਈਆਂ ਦੇ ਕੇਸਿਸ ਦੇ ਵਿੱਚ ਜਿਹੜੇ ਹੈ ਕਿ ਉਹਨਾਂ ਨੂੰ ਲੈਟਰਿਨ ਜਾਂ ਪਿਸ਼ਾਬ ਦੇ ਵਿੱਚ ਵੀ ਮੁਸ਼ਕਲ ਆਉਂਦੀ ਹੈ ਜਿਹੜੇ ਲੋਕਾਂ ਨੂੰ। ਇਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਹੈਗੀਆਂ ਨੇ ਉਹ ਸਰੀਰਕ ਤੋਂ ਬੋਧਾਤਮਕ ਤੱਕ ਹੋ ਸਕਦੀਆਂ ਨੇ, ਜਾਂ ਦੋਨਾਂ ਚੀਜ਼ਾਂ ਦਾ ਇਕੱਠਾ ਵੀ ਹੋ ਸਕਦਾ ਹੈ ਇਹਨਾਂ ਕਈਆਂ ਵਿੱਚ। ਜਿਹੜਾ ਸਟ੍ਰੋਕ ਹੈਗਾ ਉਹਦਾ ਜਿਹੜਾ ਪ੍ਰਭਾਵ ਹੁੰਦਾ ਹੈ ਉਹ ਸਾਈਜ਼ ਦੇ ਨਾਲ ਹਿਸਾਬ ਨਾਲ ਹੁੰਦਾ ਹੈਗਾ। ਇਹ ਤੁਸੀਂ ਜਿਹੜੀ ਸਲਾਈਡ ਦੇਖ ਪਾ ਰਹੇ ਹੋ ਇਹ ਉਸੇ ਚੀਜ਼ ਦਾ ਇੰਗਲਿਸ਼ ਦੇ ਵਿੱਚ ਹੈ। ਅਤੇ ਜੇ ਆਪਾਂ ਸਿਹਤਯਾਬੀ ਦੀਆਂ ਸੱਚਾਈਆਂ ਦੇ ਬਾਰੇ ਗੱਲ ਕਰੀਏ ਅਤੇ ਸਿਹਤਯਾਬੀ ਸਟ੍ਰੋਕ ਦੀ ਕਿਸਮ ਅਤੇ ਸਾਈਜ਼ ਦੇ ਉੱਪਰ ਅਤੇ ਮਰੀਜ਼ ਦੇ ਸਟ੍ਰੋਕ ਜੇ ਪਹਿਲੇ ਹੋਇਆ ਜਾਂ ਮੌਜੂਦਾ ਮੈਡੀਕਲ ਜਾਂ ਸਰੀਰਕ ਜਾਂ ਬੋਧਾਤਮਕ ਹਾਲਤ ਜਿਹੜੀ ਹੈ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਨਿਰਭਰ ਕਰਦੀ ਹੈ। ਦਿਮਾਗ ਦੀ ਢਾਲਣ ਯੋਗਤਾ ਜਿਹੜੀ ਹੈਗੀ ਉਹ ਦਿਮਾਗ ਦੀ ਸਮੇਂ ਦੇ ਨਾਲ ਬਦਲਣ ਅਤੇ ਢਾਲਣ ਦੀ ਯੋਗਤਾ ਦੇ ਨਾਲ ਖਾਰਜ ਕਰਨ ਦੀ ਯੋਗਤਾ ਦੀ ਵਾਪਸੀ ਵਿੱਚ ਮਦਦ ਮਿਲਦੀ ਹੈ, ਕਿਉਂਕਿ ਬਾਕੀ ਬਚੇ ਹੋਏ ਨਿਊਰੋਨ ਜਿਹੜੇ ਆ ਉਹ ਨਵੇਂ ਸੰਪਰਕ ਬਣਾਉਂਦੇ ਨੇ ਅਤੇ ਦਿਮਾਗ ਦੇ ਬਾਕੀ ਹਿੱਸੇ ਗੁੰਮ ਹੋਈ ਕਾਰਜ ਯੋਗਤਾਵਾਂ ਨੂੰ ਆਪਣੇ ਕੰਟਰੋਲ ਵਿੱਚ ਲੈ ਲੈਂਦੇ ਨੇ। ਅਤੇ ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਜਿਹੜੀ ਕਿ ਆਪਣੇ ਆਪ ਹੁੰਦੀ ਹੈ, ਉਹਦੇ 'ਚ ਤੁਹਾਡਾ ਕੋਈ ਕੰਟਰੋਲ ਨਹੀਂ ਹੁੰਦਾ ਜ਼ਿਆਦਾਤਰ। ਸਟ੍ਰੋਕ ਸੰਬੰਧੀ ਕੀ ਪ੍ਰਤੀਕਿਰਿਆਵਾਂ ਹੋ ਸਕਦੀਆਂ ਨੇ? ਉਹ ਸਮਾਜਿਕ ਔਡਰਾਪਨ ਹੋ ਸਕਦਾ ਹੈ, ਜਾਂ ਜਿਹਦੇ ਵਿੱਚ ਕਿ ਤੁਹਾਨੂੰ ਦੁੱਖ ਹੋ ਸਕਦਾ ਹੈ, ਗੁੱਸਾ ਆ ਸਕਦਾ ਹੈ, ਚਿੜਚਿੜਾਪਨ, ਡਿਪਰੈਸ਼ਨ, ਇਹ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ। ਅਵਿਸ਼ਵਾਸ ਹੋ ਸਕਦਾ ਹੈ, ਡਰ ਹੋ ਸਕਦਾ, ਕਿਸੇ ਤਰ੍ਹਾਂ ਦਾ ਬੇਚੈਨੀ ਹੋ ਸਕਦੀ ਹੈ। ਸਰੀਰਕ ਅਤੇ ਬੋਧਾਤਮਕ ਅਤੇ ਭਾਵਨਾਤਮਕ ਤਬਦੀਲੀਆਂ ਦੇ ਨਾਲ ਸਮਝੌਤਾ ਕਰਨ ਵਿੱਚ ਕਠਿਨਾਈ ਹੁੰਦੀ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸਟ੍ਰੋਕ ਤੋਂ ਜਿਹੜੇ ਬਚੇ ਹੋਏ ਹੁੰਦੇ ਨੇ ਉਹਨਾਂ ਨਾਲ ਜਾਂ ਉਹਨਾਂ ਦੇ ਪਰਿਵਾਰਾਂ ਦੇ ਨਾਲ, ਅਤੇ ਜਿਹੜੇ ਉਹਨਾਂ ਦੀ ਦੇਖਭਾਲ ਕਰ ਰਹੇ ਹੁੰਦੇ, ਉਹਨਾਂ ਦਾ ਇਲਾਜ ਕਰ ਰਹੇ ਹੁੰਦੇ ਹਨ, ਉਹਨਾਂ ਸਾਰਿਆਂ ਦੇ ਨਾਲ ਇਹ ਸਭ ਚੀਜ਼ਾਂ ਹੋ ਸਕਦੀਆਂ ਨੇ। ਸਟ੍ਰੋਕ ਦੇ ਬਾਅਦ ਦੀ ਬਹਾਲੀ ਦੇ ਵਿੱਚ ਰੀਹੈਬਿਲਿਟੇਸ਼ਨ ਦੇ ਵਿੱਚ ਕੀ ਹੋ ਸਕਦਾ ਕਿ ਉਹ ਕਾਰਜਾਤਮਕ ਯੋਗਤਾਵਾਂ ਬਿਹਤਰ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ। ਸਰੀਰਕ ਜਿਹੜੀ ਬੋਧਾਤਮਕ ਅਤੇ ਭਾਵਨਾਤਮਕ ਮਿਹਨਤ ਵਿੱਚ ਵਾਧਾ ਕਰ ਸਕਦੇ ਹੋ ਅਤੇ ਦੇਖਭਾਲ ਕਰਨ ਦੀ ਮਿਹਨਤ ਨੂੰ ਘੱਟ ਕਰਵਾ ਸਕਦੇ ਹੋ। ਜੀਵਨ ਦੀ ਕੁਆਲਿਟੀ ਨੂੰ ਤੁਸੀਂ ਬਿਹਤਰ ਬਣਾ ਸਕਦੇ ਹੋ। ਆਪਣਾ ਧਿਆਨ ਯੋਗਤਾਵਾਂ ਨੂੰ ਵਧਾਉਣ ਦੇ ਵੱਲ ਹੋਰ ਵੱਧ ਸਕਦਾ ਹੈ ਅਤੇ ਕੇਂਦਰਿਤ ਕਰ ਸਕਦੇ ਹੋ ਆਪਣੀਆਂ ਸਮਰਥਨਾ ਨੂੰ ਬਿਨਾਂ ਉਹਨਾਂ 'ਤੇ। ਇਹ ਰੋਗ ਦੇ ਪ੍ਰਬੰਧਨ ਦਾ ਇੱਕ ਅਟੁੱਟ ਹਿੱਸਾ ਹੈਗਾ ਜਿਹੜਾ ਕਿ ਸੋਧਣਯੋਗ ਸਟ੍ਰੋਕ ਜੋਖਮ ਕਾਰਕਾਂ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ, ਜਿਵੇਂ ਕਿ ਤੁਸੀਂ ਕਹਿ ਸਕਦੇ ਹੋ ਹਾਈਪਰਟੈਂਸ਼ਨ ਹੁੰਦੀ ਹੈ ਜਾਂ ਤੁਹਾਡਾ ਡਾਇਬਟਿਕ ਹੁੰਦੀ ਹੈ, ਉਹਨਾਂ ਚੀਜ਼ਾਂ ਦੇ ਉੱਪਰ ਜ਼ਿਆਦਾ ਅਸਰ ਹੁੰਦਾ, ਜ਼ਿਆਦਾ ਕੰਟਰੋਲ ਕਰ ਸਕਦੇ ਹੋ ਤੁਸੀਂ। ਅਤੇ ਕਾਰਜਾਤਮਕ ਟੀਚੇ ਜਿਹੜੇ ਉਹਨਾਂ ਨੂੰ ਬਿਹਤਰ ਬਣਾਉਣ ਦੇ ਵਿੱਚ ਵੀ ਮਦਦ ਮਿਲਦੀ ਹੈ। ਬਾਕੀ ਜਿਹੜਾ ਰੀਹੈਬਿਲਿਟੇਸ਼ਨ ਜਿਹੜੀ ਹੈਗੀ ਇਹ ਇੱਕ ਲੰਬਾ ਪ੍ਰਕਿਰਿਆ ਹੈ, ਇਹ ਕਾਫੀ ਸਮੇਂ ਵੀ ਲੱਗ ਸਕਦਾ ਹੈ ਇਸ ਨੂੰ, ਅਤੇ ਤੁਸੀਂ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਬੰਦੇ ਤੋਂ ਬੰਦੇ ਦੇ ਹਿਸਾਬ ਨਾਲ ਇਹਦਾ ਅਸਰ ਪੈਂਦਾ ਹੈਗਾ। ਇੱਕ ਮਤਲਬ ਕਿਸੇ ਵਿੱਚ ਜ਼ਿਆਦਾ ਵੀ ਲੱਗ ਸਕਦਾ, ਕਿਸੇ ਵਿੱਚ ਘੱਟ ਵੀ ਲੱਗ ਸਕਦਾ ਹੈ, ਅਤੇ ਰਿਕਵਰੀ ਜਿਹੜੀ ਹੈਗੀ ਉਹ ਕਾਫੀ ਮਹੀਨੇ ਤੋਂ ਲੈ ਕੇ ਸਾਲਾਂ ਤੱਕ ਵੀ ਲੱਗ ਸਕਦਾ ਹੈ। ਕਈ ਵਾਰ ਤੁਸੀਂ ਪੂਰੀ ਤਰ੍ਹਾਂ ਪਹਿਲੇ ਵਾਲੀ ਜਿਹੜੀ ਹਾਲਤ ਵਿੱਚ ਹੈਗੀ ਜੋ ਸਟ੍ਰੋਕ ਤੋਂ ਪਹਿਲੇ ਸੀਗੀ ਉਹਦੇ ਤੱਕ ਨਹੀਂ ਵੀ ਪਹੁੰਚਦੇ ਹੈਗੇ ਹੋ। ਅਤੇ ਸਾਡਾ ਮਤਲਬ ਮੇਨ ਟੀਚਾ ਇਹੀ ਹੁੰਦਾ ਹੈ ਕਿ ਤੁਹਾਡੀ ਜਿਹੜੀ ਹੋਣ ਦੀ ਯੋਗਤਾ ਹੈਗੀ ਉਹਦੇ ਵਿੱਚ ਵਾਧਾ ਕੀਤਾ ਜਾਵੇ, ਅਤੇ ਜਿਹੜੀ ਇਹ ਇਸ 'ਤੇ ਕਾਫੀ ਜ਼ਿਆਦਾ ਲੰਬਾ ਸਮੇਂ ਪ੍ਰੋਗਰੈਸ ਜਿਹੜੇ ਹੈਗੇ ਉਹਦੇ 'ਤੇ ਲੰਬੇ ਸਮੇਂ ਤੱਕ ਚੱਲਦੀ ਰਹਿੰਦੀ ਹੈ, ਹੌਲੀ ਹੌਲੀ ਹੁੰਦੀ ਹੈ, ਇਹਦੇ ਵਿੱਚ ਜਿਹੜਾ ਵਾਧਾ ਹੁੰਦਾ ਇੱਕਦਮ ਨਹੀਂ ਹੁੰਦਾ। ਕੁਛ ਮਰੀਜ਼ ਤੇ ਜਿੱਦਾਂ ਪਹਿਲੇ ਵਾਲੀ ਸਟ੍ਰੋਕ ਤੋਂ ਪਹਿਲੇ ਵਾਲੀ ਹਾਲਤ ਵਿੱਚ ਕਦੇ ਵੀ ਨਹੀਂ ਪਹੁੰਚ ਪਾਉਂਦੇ ਹੈਗੇ। ਇਹ ਜਿਹੜਾ ਚਿੱਤਰ ਹੈਗਾ ਇਹਨੂੰ ਮੈਂ ਬਹੁਤ ਜ਼ਿਆਦਾ ਪਸੰਦ ਕਰਦਾ ਹਾਂ। 2009 ਦੇ ਜਿਹੜੇ ਕੈਨੇਡੀਅਨ ਸਟ੍ਰੋਕ ਬੈਸਟ ਪ੍ਰੈਕਟਿਸ ਦੀ ਵੱਲੋਂ ਇੱਕ ਗਾਈਡਲਾਈਨ ਹੈਗੀ ਉਹਦੇ ਵਿੱਚ ਦਰਸਾਇਆ ਗਿਆ ਹੈ। ਇਹਦੇ ਵਿੱਚ ਇਹ ਹੈ ਕਿ ਤੁਸੀਂ ਨਿਰੰਤਰ ਤੌਰ 'ਤੇ ਤੁਸੀਂ ਸਟ੍ਰੋਕ ਦੀ ਦੇਖਭਾਲ ਕਿਸ ਤਰ੍ਹਾਂ ਕਰ ਸਕਦੇ ਹੈਗੇ ਹੋ। ਤੁਸੀਂ ਉਹਦੇ ਵਿੱਚ ਆਪਣੇ ਜਿਹੜੇ ਸ਼ਮਤਾ ਹੈ ਉਹ ਕਿਸ ਤਰ੍ਹਾਂ ਵਧਾ ਸਕਦੇ ਹੋ ਆਪਣੇ ਕੰਮਕਾਜ ਕਰਨ ਦੀ, ਅਤੇ ਜਿਹੜੇ ਤੁਹਾਨੂੰ ਦੇਖਭਾਲ ਕਰ ਰਹੇ ਹਨ ਉਹ ਤਾਂ ਕਿ ਉਹ ਜ਼ਿਆਦਾ ਥਕਾਵਟ ਮਹਿਸੂਸ ਨਾ ਕਰਨ ਜਾਂ ਫਿਰ ਉਹ ਬਿਲਕੁਲ ਟੁੱਟ ਕੇ ਨਾ ਪੈ ਜਾਣ ਕਿ ਤੁਹਾਡੀ ਦੇਖਭਾਲ ਕਰਦੇ ਹੋਏ। ਇਹਦੇ ਵਿੱਚ ਇਹ ਹੁੰਦਾ ਕਿ ਤੁਹਾਨੂੰ ਕਿਸ ਤਰ੍ਹਾਂ ਕਿ ਇਹਦੇ ਬਾਰੇ ਪਤਾ ਹੈਗਾ ਕਿ ਤੁਸੀਂ ਪਹਿਲੇ ਇਸ ਤੋਂ ਸਟ੍ਰੋਕ ਤੋਂ ਬਚਣ ਵਾਸਤੇ ਕੀ ਕਰ ਸਕਦੇ ਹੈਗੇ ਹੋ, ਜਾਂ ਫਿਰ ਸਟ੍ਰੋਕ ਤੋਂ ਬਾਅਦ ਤੁਸੀਂ ਜੇ ਹੁੰਦਾ ਤਾਂ ਉਹਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਜਾਂ ਫਿਰ ਜੇ ਕੋਈ ਸਟ੍ਰੋਕ ਹੁੰਦਾ ਤਾਂ ਉਹਦੇ ਬਾਅਦ ਉਸ ਤੋਂ ਕਿਸ ਤਰ੍ਹਾਂ ਤੁਸੀਂ ਪਾਰ ਪਾ ਸਕਦੇ ਹੈਗੇ ਹੋ। ਅਤੇ ਦੂਸਰੇ ਤਰੀਕੇ ਨਾਲ ਇਹ ਹੈ ਕਿ ਤੁਸੀਂ ਜੇ ਕੁਝ ਥੋੜ੍ਹੇ ਤਰੀਕੇ ਦਾ ਸਟ੍ਰੋਕ ਹੁੰਦਾ ਤਾਂ ਉਹਨੂੰ ਮੈਨੇਜ ਕਿਸ ਤਰ੍ਹਾਂ ਕਰਨਾ ਹੈਗਾ ਤੁਸੀਂ, ਅਤੇ ਉਹਦੇ ਜਦੋਂ ਤੱਕ ਕਿ ਉਹ ਸਟ੍ਰੋਕ ਖਤਮ ਨਹੀਂ ਹੁੰਦਾ ਉਦੋਂ ਤੱਕ ਉਸ ਦੀ ਪੂਰੀ ਦੇਖਭਾਲ ਕਿਸ ਤਰ੍ਹਾਂ ਕਰਨੀ ਹੈ।
ਤੇ ਕੈਨੇਡੀਅਨ ਗਾਈਡਲਾਈਨ ਜਿਹੜੀ 2019 ਦੀ ਹੈਗੀ ਉਹਦੇ ਵਿੱਚ ਕਾਫੀ ਤਰ੍ਹਾਂ ਦੇ ਸਬੂਤ ਪਾਏ ਗਏ ਹਨ ਕਿ ਜਿੰਨੇ ਵੀ ਪੇਸ਼ੈਂਟ ਜਿਹੜੇ ਹੈਗੇ ਉਹ ਹਸਪਤਾਲ ਦੇ ਵਿੱਚ ਜਿਹੜੇ ਦਾਖਲ ਹੁੰਦੇ ਨੇ ਇਸ ਤੀਬਰ ਸਟ੍ਰੋਕ ਦੇ ਨਾਲ, ਐਕਿਊਟ ਸਟ੍ਰੋਕ ਦੇ ਨਾਲ, ਉਹਨਾਂ ਸਾਰਿਆਂ ਦਾ ਸ਼ੁਰੂਆਤੀ ਮੁਲਾਂਕਣ ਜਿਹੜਾ ਚੰਗੀ ਤਰ੍ਹਾਂ ਅਸੈਸਮੈਂਟ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਕਿਸੇ ਵੀ ਇੱਕ ਪੇਸ਼ੇਵਾਰ ਵੱਲੋਂ ਬਹਾਲ ਜਿਹੜੀ ਕਹਿੰਦੇ ਨੇ, ਅਤੇ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਉਹ ਹੋਣੀ ਚਾਹੀਦੀ ਹੈ। ਇਹ ਜਿਹੜੀ ਕੋਰ ਟੀਮ ਹੈਗੀ ਉਹਦੇ ਵਿੱਚ ਜਿੱਦਾਂ ਡਾਕਟਰ ਹੋ ਸਕਦੇ ਨੇ, ਆਕੂਪੇਸ਼ਨਲ ਥੈਰੇਪਿਸਟ ਹੋ ਸਕਦੇ ਨੇ, ਫਿਜ਼ੀਓਥੈਰੇਪਿਸਟ ਹੋ ਸਕਦੇ ਨੇ, ਸੋਸ਼ਲ ਵਰਕਰ ਹੋ ਸਕਦੇ ਨੇ, ਡਾਇਟੀਸ਼ੀਅਨਸ ਹੋ ਸਕਦੇ, ਫਾਰਮਾਸਿਸਟ ਹੋ ਸਕਦੇ ਨੇ, ਅਤੇ ਨਾਲ ਦੀ ਨਾਲ ਤੁਹਾਡੇ ਪਰਿਵਾਰ ਅਤੇ ਮਰੀਜ਼ ਦਾ ਯੋਗਦਾਨ ਵੀ ਜ਼ਰੂਰੀ ਹੈ। ਇਹਨਾਂ ਸਾਰਿਆਂ ਦਾ ਇਕਜੁੱਟ ਹੋ ਕੇ ਸਾਥ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਇਹ ਆਪਣੀ ਇਸ ਪੂਰਨ ਬਹਾਲੀ ਨੂੰ ਜਿਹੜਾ ਰੀਹੈਬਲੀਟੇਸ਼ਨ ਦੀ ਵਿੱਚ। ਅਤੇ ਇਹ ਸਲਾਈਡ ਦੇ ਉੱਪਰ ਤੁਸੀਂ ਦੇਖ ਰਹੇ ਵੀ ਅਸੀਂ ਕਿਸ ਤਰ੍ਹਾਂ ਦੇ ਕੋਈ ਟੀਚੇ ਜਿਹੜੇ ਨਜਿੱਠੇ ਨੇ ਕਿ ਸਾਰਿਆਂ ਨੂੰ ਇਕਜੁੱਟ ਹੋ ਕੇ ਇੱਕ ਟੀਮ ਬਣਾ ਕੇ ਕੰਮ ਕਰਨ ਦੇ ਸਹਿਯੋਗ ਦੇ ਨਾਲ ਕੰਮ ਕਰਨਾ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਜਿਹੜਾ ਮਰੀਜ਼ ਹੈਗਾ ਉਹ ਵਿੱਚ ਹੁੰਦਾ ਬਿਲਕੁਲ ਸੈਂਟਰ ਦੇ ਵਿੱਚ, ਅਤੇ ਬਾਕੀ ਉਹਦੇ ਆਲੇ ਦੁਆਲੇ ਟੀਮ ਜਿਹੜੀ ਹੈ ਉਹ ਕੰਮ ਕਰਦੀ ਹੈ ਜਿਹੜੀ ਕਿ ਉਹਦੇ ਪੁਨਰ ਜਠਨ ਦੇ ਵਿੱਚ ਉਹਨੂੰ ਰੀਹੈਬਲੀਟੇਸ਼ਨ ਕਰਨ ਦੇ ਵਿੱਚ ਮਦਦ ਕਰਦੀ ਹੈ। ਸਾਨੂੰ ਉਹਦੇ ਵਿੱਚ ਇਸ ਚੀਜ਼ ਦਾ ਵੀ ਧਿਆਨ ਰੱਖਣਾ ਪਏਗਾ ਜਾਂ ਉਹਨਾਂ ਦੀ ਮਰਿਆਦਾਵਾਂ ਦਾ ਜਿਹੜੇ ਉਹ ਬੋਲਣ ਦਾ ਉਹਨਾਂ ਦੀ ਸ਼ਮਤਾ ਹੈਗੀ ਹੈ, ਜਾਂ ਬੈੱਡ ਤੋਂ ਲੈ ਕੇ ਥੱਲੇ ਤੱਕ ਜਾਣਾ, ਜਾਂ ਉਹ ਕਿਸ ਤਰ੍ਹਾਂ ਚੱਲਦੇ ਫਿਰਦੇ ਨੇ ਜਾਂ ਕੀ ਕੰਮ ਕਰਦੇ ਨੇ, ਇਹ ਸਾਰੀ ਚੀਜ਼ਾਂ ਦਾ ਅਸੀਂ ਧਿਆਨ ਦਿੰਦੇ ਉਹਦੇ ਵਿੱਚ। ਜਿਹੜੇ ਟੀਚੇ ਅਸੀਂ ਬਣਾਉਂਦੇ ਹਾਂ ਉਹ ਵੀ ਸਾਡੇ ਹੋਣੇ ਚਾਹੀਦੇ ਆ ਕਿ ਜਿਹੜੇ ਕਿ ਹੋ ਸਕਣ, ਜਿਹੜੇ ਪੂਰੇ ਹੋ ਸਕਣ। ਜਿਸ ਤਰ੍ਹਾਂ ਕੋਈ ਜੇ ਅਸੀਂ ਗੋਲ ਬਣਾਉਂਦੇ ਹਾਂ ਤਾਂ ਕਿ ਉਹ ਸੰਭਾਲ ਕਰਨ ਵਾਲੇ ਜਾਂ ਮਰੀਜ਼ ਦੇ ਜਿਹੜੇ ਹੈ ਉਹ ਗੋਲ ਹੈ ਜਾਂ ਟੀਚੇ ਹੈ ਉਹ ਪੂਰੇ ਹੋਣ ਯੋਗ ਹੋਣ। ਕੈਨੇਡੀਅਨ ਗਾਈਡ ਜਿਹੜੀ ਹੈਗੀ ਉਹ ਇਹ ਵੀ ਦੱਸਦੀ ਹੈਗੀ ਕਿ ਜੇ ਸਟ੍ਰੋਕ ਤੋਂ ਬਾਅਦ ਜਿਹੜੇ ਬਹਾਲੀ ਦੇ ਲਗਾਤਾਰ ਜਿਹੜੇ ਜਾਰੀ ਰੱਖੇ ਟੀਚੇ ਵਾਲੇ ਲੋਕਾਂ ਨੂੰ ਵਿਸ਼ੇਸ਼ ਸਟ੍ਰੋਕ ਸੇਵਾਵਾਂ ਉਪਲਬਧ ਹੋਣ ਹਸਪਤਾਲ ਤੋਂ ਜਾਣ ਤੋਂ ਬਾਅਦ ਵੀ, ਉਸ ਦੇ ਵਿੱਚ ਇਹ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਸ਼ਾਮਲ ਹੁੰਦੀਆਂ, ਜਿਹੜੀਆਂ ਕਿ ਫੈਸਿਲਿਟੀ ਜਿਹੜੀਆਂ ਬਾਹਰੀ ਮਰੀਜ਼ ਸੇਵਾਵਾਂ ਜਾਂ ਘਰ ਦੇ ਅੰਦਰ ਦੀ ਬਹਾਲੀ ਦੀਆਂ ਸੇਵਾਵਾਂ ਸ਼ਾਮਲ ਹੋਣ। ਅਸੀਂ ਇਹਨਾਂ ਦੇ ਬਾਰੇ ਹੁਣ ਗੱਲ ਕਰਦੇ ਹਾਂ ਥੋੜ੍ਹਾ ਇਹਦੇ ਬਾਰੇ ਅੱਜ ਜ਼ਿਆਦਾ ਤੌਰ 'ਤੇ। ਅਤੇ ਕਦੋਂ ਤੁਸੀਂ ਤਿਆਰ ਹੁੰਦੇ ਹੋ ਬਹਾਲੀ ਲਈ, ਜਿਹੜੀ ਕਿ ਇਨ ਪੇਸ਼ੈਂਟ ਵਿੱਚ ਦਾਖਲ ਮਰੀਜ਼ਾਂ ਵਿੱਚ, ਜਾਂ ਫਿਰ ਤੁਸੀਂ ਬਾਹਰਲੇ ਮਰੀਜ਼ਾਂ ਵਾਸਤੇ? ਪਹਿਲੇ ਅਸੀਂ ਗੱਲ ਕਰਦੇ ਹਾਂ ਦਾਖਲ ਮਰੀਜ਼ਾਂ ਦੀ। ਇਹਦੇ ਵਿੱਚ ਕਾਫੀ ਚੀਜ਼ਾਂ ਹੋ ਸਕਦੀਆਂ ਨੇ ਜਿਹੜੀਆਂ ਕਿ ਬਹਾਲੀ ਲਈ ਹੋ ਸਕਦੀਆਂ, ਜਿੱਦਾਂ ਕਿ ਖਿੱਚ ਪਾਉਣਾ ਆਪਣੇ ਅੰਗਾਂ ਨੂੰ, ਜਾਂ ਉਹਨਾਂ ਦੇ ਪੇਸ਼ੈਂਟ ਦੀ ਜਿਹੜੀ ਪੋਜੀਸ਼ਨ ਹੈਗੀ ਉਹਨਾਂ ਨੂੰ ਚੇਂਜ ਕਰਨਾ, ਜਾਂ ਅਸੈਸਮੈਂਟ ਕਰਨੀ ਹੈ ਜਿਹੜੇ ਕੋਈ ਚੀਜ਼ ਤੁਸੀਂ ਨਿਗਾਹ ਰਹੇ ਹੋ ਗਲੇ ਵਿੱਚੋਂ, ਉਹ ਸਾਰੀਆਂ ਚੀਜ਼ਾਂ ਵਿੱਚੋਂ। ਅਤੇ ਨਾਲ ਇਹਦੇ ਨਾਲ ਸ਼ੁਰੂ ਹੋ ਜਾਂਦਾ ਕਿ ਇਹ ਸਾਰਾ ਹੀ ਤੁਹਾਡੇ ਐਕਿਊਟ ਵਾਰਡ ਦੇ ਵਿੱਚ ਇਹ ਚੀਜ਼ਾਂ ਸਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਤੁਹਾਡੇ ਉੱਪਰ। ਇਹ ਜਿਹੜੇ ਦਾਖਲ ਮਰੀਜ਼ ਹੁੰਦੇ ਨੇ ਜਿਹਨਾਂ ਵਿੱਚ ਇਹ ਜਿਹੜਾ ਕਿ ਦਰਮਿਆਨੇ ਤੋਂ ਲੈ ਕੇ ਜ਼ਿਆਦਾਤਰ ਜਿਹਨਾਂ 'ਚ ਮੁਸ਼ਕਿਲਾਂ ਆ ਜਾਂਦੀਆਂ ਨੇ ਜਾਂ ਅਧਰੰਗ ਜਿਹਾ ਪੈ ਜਾਂਦਾ, ਉਹਨਾਂ ਵਿੱਚ ਇਹ ਜੇ ਕੋਈ ਉਹ ਮੈਡੀਕਲ ਤੌਰ 'ਤੇ ਬਿਲਕੁਲ ਠੀਕ ਠਾਕ ਹੈਗੇ ਨੇ, ਜਿਹੜੇ ਕਿ ਜਿਹਨਾਂ ਨੂੰ ਸਥਿਰ ਹੈਗੇ ਨੇ, ਜਿਹੜੇ ਕਿ ਸਟ੍ਰੋਕ ਦੇ ਬਾਅਦ ਜਿੱਦਾਂ ਕਿ ਉਹਨਾਂ ਵਿੱਚ ਕੁਛ ਤਰੀਕੇ ਨਾਲ ਅਸੀਂ ਮਾਪਦੇ ਹਾਂ ਕਿ ਉਹ ਘੱਟੋ ਘੱਟ 1 ਘੰਟਾ ਆਪਣੇ ਆਪ ਬੈਠ ਸਕਦੇ ਹੋਣ ਆਪਣੇ ਭਾਰ ਕਿਸੇ ਸਹਾਰੇ ਤੋਂ ਬਿਨਾਂ। ਉਹਨਾਂ ਵਿੱਚ ਇਹ ਕਿ ਨਾਲ ਘੱਟੋ ਘੱਟ ਉਹਨਾਂ ਦੇ 2 ਜਿਹੜੇ ਜਾਂ ਫਿਜ਼ੀਓਥੈਰੇਪਿਸਟ ਜਾਂ ਆਕੂਪੇਸ਼ਨਲ ਥੈਰੇਪਿਸਟ ਜਿਹੜੇ ਉਹਨਾਂ ਦੇ ਨਾਲ ਹੋਣ, ਅਤੇ ਉਹ ਘੱਟ ਤੋਂ ਘੱਟ 3 ਘੰਟੇ ਜਿਹੜੀ ਦੀ ਥੈਰੇਪੀ ਹਰ ਰੋਜ਼ ਜਾਂ ਹਫ਼ਤੇ ਦੇ ਵਿੱਚ 5 ਦਿਨ ਦੀ ਥੈਰੇਪੀ ਲੈਣ ਦੇ ਯੋਗ ਹੋਣ। ਇਹਦੇ ਨਾਲ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਜਿਹੜੇ ਯਥਾਰਥਵਾਦੀ ਜਿਹੜੇ ਬਿਲਕੁਲ ਹੋ ਪਾਉਣ ਵਾਲੇ ਟੀਚੇ ਜਿਹੜੇ ਉਹਨਾਂ ਨੂੰ ਅਸੀਂ ਰੱਖੀਏ, ਅਤੇ ਉਹਨਾਂ ਦੇ ਨਾਲ ਅਸੀਂ ਜਿਹੜੀ ਆਪਣੀ ਮੈਡੀਕਲ ਟੀਮ ਹੈ, ਬਹਾਲੀ ਟੀਮ ਹੈ, ਅਤੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਜੁੜ ਕੇ ਕੰਮ ਕਰੀਏ। ਇਹਦੇ ਨਾਲ ਸਰੀਰਕ ਯੋਗਤਾਵਾਂ ਜਿਵੇਂ ਕਿ ਹੱਥ ਖਿੱਚਣਾ ਜਾਂ ਪਕੜਨ ਦਾ ਜਾਂ ਦਾ ਅਭਿਆਸ ਕਰਨਾ, ਜਾਂ ਬੋਧਾਤਮਕ ਯੋਗਤਾਵਾਂ ਨੂੰ ਵਧਾਉਣਾ, ਜਿਵੇਂ ਯਾਦਾਸ਼ਤ ਅਤੇ ਸੋਚਣਾ, ਗੱਲਬਾਤ ਅਤੇ ਭਾਵਨਾਤਮਕ ਮੁੱਦੇ ਦੇ ਬਾਰੇ ਵਧਾਉਣਾ, ਉਹਨਾਂ ਵਿੱਚ ਸ਼ਮਤਾ ਨੂੰ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਮਦਦ ਮਿਲਦੀ ਹੈ। ਕੁਛ ਮਰੀਜ਼ ਜਿਹੜੇ ਹੈਗੇ ਆ ਉਹ ਹੋ ਸਕਦਾ ਹੈ ਕਿ ਉਹਨਾਂ ਵਿੱਚ ਪੂਰੇ ਲੱਛਣ ਇਸ ਤਰ੍ਹਾਂ ਦੇ ਹੋਣ ਕਿ ਉਹ ਸਮਰਥ ਹੋਣ ਆਪਣੀ ਰੀਹੈਬਲੀਟੇਸ਼ਨ ਜਾਂ ਬਹਾਲੀ ਦੇ ਲਈ, ਜਿਹਦੇ ਵਿੱਚ ਕਿ ਉਹਨਾਂ ਦੇ ਸਰੀਰਿਕ ਕੁਛ ਤੌਰ 'ਤੇ ਜਾਂ ਬੋਧਾਤਮਕ ਤੌਰ 'ਤੇ ਉਹਨਾਂ ਵਿੱਚ ਕੋਈ ਇਸ ਚੀਜ਼ ਦੇ ਵਿੱਚ ਹਿੱਸਾ ਲੈਣ ਦੇ ਵਿੱਚ ਅਸਮਰਥ ਹੋਣ।
ਬਹਾਲੀ ਕਿਸ ਤਰ੍ਹਾਂ ਕੰਮ ਕਰਦੀ ਹੈ? ਉਹਦੇ ਵਿੱਚ ਇਹ ਹੈ ਕਿ ਨੁਕਸਾਨ ਵਾਲੇ ਜਗ੍ਹਾ 'ਤੇ ਜਿਹੜੀ ਕਾਰਜਾਤਮਕ ਯੋਗਤਾਵਾਂ ਦੀ ਨੁਕਸਾਨ ਹੁੰਦਾ ਉਹਨਾਂ ਦੇ ਵਿੱਚ ਦਿਮਾਗ ਉਹਨਾਂ ਦੀ ਭਰਪਾਈ ਕਰ ਸਕਦਾ ਹੈ ਅਤੇ ਇਸ ਲਈ ਉਸਨੂੰ ਖੁਦ ਹੀ ਉਹ ਆਪਣੇ ਆਪ ਪੁਨਰਗਠਿਤ ਕਰ ਲੈਂਦਾ ਹੈ ਅਤੇ ਨਵੇਂ ਸਿਰੇ ਤੋਂ ਜੋੜਦਾ ਹੈ ਅਤੇ ਉਹਦੇ ਵਿੱਚ ਇਸ ਚੀਜ਼ ਨੂੰ ਨਿਊਰੋਪਲਾਸਟੀਸਿਟੀ ਕਹਿੰਦੇ ਆ ਅਤੇ ਉਹ ਉਹਦੇ ਵਿੱਚ ਵੀ ਮਦਦ ਕਰਦੇ ਨੇ। ਅਤੇ ਉਹਦੇ ਵਿੱਚ ਟੀਚਾ ਇਹ ਹੁੰਦਾ ਇੱਕ ਬਹਾਲੀ ਦਾ ਕਿ ਅਸੀਂ ਤੁਹਾਡੀ ਮਦਦ ਕਰ ਸਕੀਏ ਕਿ ਤੁਹਾਨੂੰ ਪੂਰੀ ਤਰ੍ਹਾਂ ਜਿਹੜਾ ਕੰਮ ਕਾਜ ਕਰਨ ਦੇ ਵਿੱਚ ਤੁਹਾਡੀ ਵਾਧਾ ਹੋ ਸਕੇ ਉਸ ਦੀ ਸ਼ਮਤਾ ਦੇ ਵਿੱਚ ਅਤੇ ਨਾਲ ਦੇ ਨਾਲ ਤੁਸੀਂ ਆਪਣੇ ਆਪ ਦੇ ਵਿੱਚ ਨਿਰਭਰ ਹੋ ਸਕੋ। ਜਿਹੜੀਆਂ ਕਿ ਤੁਸੀਂ ਕੰਮ ਕਰਦੇ ਹੈਗੇ ਆ, ਤੁਸੀਂ ਖਾਣਾ ਪੀਣਾ ਨਹਾਉਣਾ ਧੋਣਾ ਜਾਂ ਟੋਇਲਟ ਦੀ ਕੋਈ ਚੀਜ਼ ਹੈਗੀ ਅਤੇ ਬਿਲਕੁਲ ਆਤਮ ਨਿਰਭਰ ਹੋ ਕੇ ਪੂਰੀ ਤਰ੍ਹਾਂ ਸੁਰੱਖਿਆ ਦੇ ਨਾਲ ਤੁਸੀਂ ਘਰ ਜਾ ਸਕੋ। ਅਤੇ ਇਹਦੇ ਵਿੱਚ ਇਹ ਵੀ ਹੁੰਦਾ ਕਿ ਸਾਰੇ ਪੇਸ਼ੈਂਟ ਜ਼ਰੂਰੀ ਨਹੀਂ ਹੈ ਕਿ ਸਾਰੇ ਮਰੀਜ਼ ਜਿਹੜੇ ਕਿ ਉਹ ਸਿੱਧੇ ਇਹ ਐਕਿਊਟ ਕੇਅਰ ਤੋਂ ਕੰਮ ਕਰ ਜਾ ਸਕਣ। ਉਹਨਾਂ ਨੂੰ ਹੋ ਸਕਦਾ ਹੈ ਕਿ ਕਿਤੇ ਰੀਹੈਬ ਯੂਨਿਟ ਦੇ ਵਿੱਚ ਦਾਖਲ ਕੀਤਾ ਜਾਵੇ, ਉਹਦੇ ਬਾਅਦ ਫਿਰ ਘਰ ਭੇਜਿਆ ਜਾਵੇ, ਫਿਰ ਤੁਹਾਡੀ ਜਿਹੜੀ ਬਾਹਰ ਦੀ ਜਿਹੜੀ ਹੈਗੀ ਹੈ ਬਹਾਲੀ ਸ਼ੁਰੂ ਹੋਵੇਗੀ ਰੀਹੈਬਲੀਟੇਸ਼ਨ। ਦੁਰਭਾਗਯਵੰਸ਼ ਕਈ ਮਰੀਜ਼ਾਂ ਦੇ ਵਿੱਚ ਇਹ ਚੀਜ਼ ਬਿਲਕੁਲ ਉਹ ਅਸਮਰਥ ਹੁੰਦੇ ਨੇ ਕਿ ਉਹ ਦਾਖਲ ਵੀ ਨਹੀਂ ਰਹਿ ਸਕਦੇ ਅਤੇ ਬਾਹਰ ਵੀ ਉਹਨਾਂ ਦੀ ਰਹਿ ਕੇ ਰੀਹੈਬਲੀਟੇਸ਼ਨ ਜਾਂ ਬਹਾਲੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹਨਾਂ ਵਿੱਚ ਕਾਫੀ ਜ਼ਿਆਦਾ ਲੋੜ ਹੁੰਦੀ ਹੈ। ਉਹਨਾਂ ਦੀ ਹਾਲਤ ਜ਼ਿਆਦਾ ਖ਼ਰਾਬ ਹੁੰਦੀ ਹੈ, ਉਹ ਪੂਰੀ ਤਰ੍ਹਾਂ ਸਥਿਰ ਨਹੀਂ ਹੁੰਦੇ ਅਤੇ ਉਹ ਇਸ ਤਰ੍ਹਾਂ ਦੇ ਇਹਨਾਂ ਚੀਜ਼ਾਂ ਦੇ ਵਿੱਚ ਭਾਗ ਨਹੀਂ ਲੈ ਸਕਦੇ ਸਰੀਰਕ ਤੌਰ 'ਤੇ ਜਾਂ ਮੈਡੀਕਲ ਤੌਰ 'ਤੇ ਕਿਉਂਕਿ ਉਹਨਾਂ ਦੇ ਸਟ੍ਰੋਕ ਕਈਆਂ ਨੂੰ ਜ਼ਿਆਦਾ ਹੁੰਦਾ, ਕਈਆਂ ਨੂੰ ਘੱਟ ਹੁੰਦਾ। ਸੋ ਇਹ ਸਾਰਾ ਕੁਛ ਚੀਜ਼ਾਂ ਡਿਪੈਂਡ ਕਰਦੀਆਂ ਨੇ ਅਤੇ ਉਹਨਾਂ ਵਿੱਚ ਦੇਖਣਾ ਪੈਂਦਾ ਕਿ ਉਹ ਚੈੱਕ ਕਰਨਾ ਪਏਗਾ ਕਿ ਕਦੋਂ ਉਹ ਤਿਆਰ ਹੋਣਗੇ ਇਸ ਚੀਜ਼ ਬਾਰੇ ਕਿ ਉਹ ਦੁਬਾਰਾ ਉਹਨਾਂ ਵਿੱਚ ਬਹਾਲੀ ਜਿਹੜੀ ਹੈ ਜਾਂ ਰੀਹੈਬਲੀਟੇਸ਼ਨ ਜਿਹੜੀ ਹੈ ਉਹ ਸ਼ੁਰੂ ਕੀਤੀ ਜਾ ਸਕਦੀ ਹੈ। ਅਤੇ ਕਈ ਮਰੀਜ਼ਾਂ ਵਿੱਚ ਤਾਂ ਬਿਲਕੁਲ ਵੀ ਇਹ ਜ਼ਿਆਦਾ ਹੋ ਹੀ ਨਹੀਂ ਸਕਦਾ ਸੰਭਵ ਕਿ ਕਈਆਂ ਵਿੱਚ ਉਹਨਾਂ ਦੇ ਸਟ੍ਰੋਕ ਦੇ ਲੈਵਲ ਬਹੁਤ ਜ਼ਿਆਦਾ ਹੁੰਦਾ, ਕਾਫੀ ਵੱਡਾ ਸਟ੍ਰੋਕ ਹੋਇਆ ਹੁੰਦਾ ਅਤੇ ਉਹਨਾਂ ਵਿੱਚ ਬਿਲਕੁਲ ਵੀ ਇਹ ਚੀਜ਼ ਦੀ ਸੰਭਾਵਨਾ ਹੀ ਨਹੀਂ ਹੁੰਦੀ। ਅਤੇ ਜੇ ਅਸੀਂ ਸਟ੍ਰੋਕ ਤੋਂ ਬਾਅਦ ਦੇ ਹੋਣ ਵਾਲੇ ਰੀਹੈਬਲੀਟੇਸ਼ਨ ਜਾਂ ਬਹਾਲੀ ਦੀ ਅਭਿਆਸ ਦੀ ਜਾਂ ਐਕਸਰਸਾਈਜ਼ ਦੀ ਗੱਲ ਕਰੀਏ, ਇਹ ਸਾਰੀ ਚੀਜ਼ਾਂ ਡਿਪੈਂਡ ਕਰਦੀਆਂ ਕਾਫੀ ਚੀਜ਼ਾਂ ਜਿਹੜੀਆਂ ਰੀਹੈਬਲੀਟੇਸ਼ਨ ਹੈਗੀਆਂ ਉਹ ਇਹਨਾਂ ਚੀਜ਼ਾਂ 'ਤੇ ਕਿ ਤੁਹਾਡੇ ਦੌਰਾ ਕਿੱਡਾ ਕੁ ਵੱਡਾ ਪਿਆ ਹੈਗਾ, ਤੁਹਾਨੂੰ ਤੀਬਰਤਾ ਦਾ ਕਿੰਨਾ ਸਟ੍ਰੋਕ ਸੀਗਾ ਅਤੇ ਤੁਹਾਡੇ ਦਿਮਾਗ ਦਾ ਕਿਹੜਾ ਹਿੱਸਾ ਜਿਹੜਾ ਉਹ ਪ੍ਰਭਾਵਿਤ ਹੋਇਆ ਸੀ, ਤੁਹਾਡੇ ਸਰੀਰ ਦਿਮਾਗ ਅਤੇ ਭਾਵਨਾਵਾਂ 'ਤੇ ਸਟ੍ਰੋਕ ਦਾ ਕੀ ਪ੍ਰਭਾਵ ਪਿਆ ਅਤੇ ਮੈਡੀਕਲੀ ਤੁਸੀਂ ਕਿੰਨੇ ਕੁ ਸਥਿਰ ਹੈਗੇ ਹੋ ਅਤੇ ਤੁਹਾਡੀ ਰਿਕਵਰੀ ਜਿਹੜੀ ਹੈਗੀ ਉਹ ਸਰਗਰਮੀ ਦੇ ਨਾਲ ਹਿੱਸਾ ਲੈਣ ਦੇ ਵਿੱਚ ਤੁਸੀਂ ਸਮਰੱਥ ਹੈਗੇ ਹੋ ਕਿ ਨਹੀਂ, ਪਰਿਵਾਰ ਅਤੇ ਦੇਖਭਾਲ ਕਰਨ ਵਾਲਿਆਂ ਦੀ ਸਹਾਇਤਾ ਦੀ ਪ੍ਰਣਾਲੀ ਕਿਸ ਤਰ੍ਹਾਂ ਦੀ ਹੈ ਅਤੇ ਜਾਂ ਮਰੀਜ਼ਾਂ ਅਤੇ ਡਾਕਟਰਾਂ ਦੇ ਵਿੱਚ ਮੁੜ ਵਸੇਬਾ ਟੀਮ ਜਿਹੜੀ ਵਿਚਕਾਰ ਪ੍ਰਾਪਤੀ ਯੋਗ ਦੀ ਟੀਚੇ ਜਿਹੜੇ ਨੇ ਉਹ ਰੀਅਲਿਸਟਿਕ ਯਥਾਰਥਵਾਦੀ ਹੈ ਨੇ ਕਿ ਨਹੀਂ। ਅਤੇ ਇਹ ਬਹੁਤ ਜ਼ਰੂਰੀ ਹੈ ਕਿ ਇਹ ਟੀਚੇ ਜਿਹੜੇ ਹੈਗੇ ਉਹਨਾਂ ਨੂੰ ਅਸੀਂ ਰੀਅਲਿਸਟਿਕ ਜਿਹੜਾ ਯਥਾਰਥਵਾਦੀ ਬਣਾਇਆ ਜਾਵੇ ਤਾਂ ਕਿ ਉਹ ਉਹਨਾਂ ਦੇ ਉੱਪਰ ਉਹਨਾਂ ਨੂੰ ਪਾਇਆ ਜਾ ਸਕੇ। ਉਹ ਜਿਹੜੀ ਇਹ ਐਕਸਰਸਾਈਜ਼ ਹੁੰਦੀਆਂ ਜਿਹੜੀਆਂ ਸਟ੍ਰੋਕ ਤੋਂ ਬਾਅਦ ਦੇ ਬਹਾਲੀ ਦੀਆਂ ਜਿਹੜੀਆਂ ਐਕਸਰਸਾਈਜ਼ ਨੇ ਇਹਨਾਂ ਵਿੱਚ ਬਹੁਤ ਜ਼ਰੂਰੀ ਹੈਗਾ ਕਿ ਤੁਸੀਂ ਬਲੱਡ ਪ੍ਰੈਸ਼ਰ ਜਿਹੜੀ ਹੈ ਕੋਲੈਸਟਰੋਲ ਜਾਂ ਡਾਇਬਟੀਜ਼ ਦੇ ਉੱਪਰ ਜਿਹੜਾ ਹੈ ਕੰਟਰੋਲ ਹੋਣਾ ਚਾਹੀਦਾ। ਉਹਦੇ ਉੱਪਰ ਜਿਹੜੇ ਤਾਕਤਵਰ ਬਣਾਉਣ ਦੀਆਂ ਜਿਹੜੀਆਂ ਕਸਰਤਾਂ ਨੇ ਉਹ ਵੀ ਤੁਹਾਡੇ ਜਿਹੜੇ ਮਸਲਸ ਜਿਹੜੇ ਹੈਗੇ ਉਹਦਾ ਭਾਰ ਘਟਵਾ ਸਕਦੇ ਨੇ ਜਾਂ ਮਸਲ ਤੁਹਾਡੇ ਘਟ ਸਕਦੇ ਨੇ ਅਤੇ ਸਟਰੈਚ ਕਰਨ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਖਿਚਾਵ ਜਿਹੜੀ ਉਹਦੇ ਵਿੱਚ ਵੀ ਵਾਧਾ ਹੋ ਸਕਦਾ ਹੈ ਜਿਹੜਾ ਕਿ ਲਗਭਗ 30% ਲੋਕਾਂ ਦੇ ਵਿੱਚ ਜਿਹੜਾ ਸਟ੍ਰੋਕ ਦੇ ਜਿਹਨਾਂ ਨੂੰ ਸਟ੍ਰੋਕ ਹੁੰਦਾ ਉਹਦੇ ਬਾਅਦ ਉਹਨਾਂ ਦੇ ਵਿੱਚ ਦੇਖਿਆ ਜਾਂਦਾ ਹੈ। ਅਤੇ ਸਟਰੈਚਿੰਗ ਅਤੇ ਐਕਸਰਸਾਈਜ਼ ਕਰਨ ਦੇ ਨਾਲ ਤੁਹਾਡੇ ਜਿਹੜੇ ਹੈਗੇ ਆ ਫੰਕਸ਼ਨਸ ਜਿਹੜੇ ਆ ਤੁਹਾਡੇ ਕੰਮ ਕਰਨ ਦੀ ਸ਼ਮਤਾ ਜਿਹੜੀ ਉਹ ਵੱਧ ਸਕਦੀ ਹੈ ਅਤੇ ਤੁਹਾਡੀ ਦਰਦ ਜਿਹੜੀ ਉਹ ਘੱਟ ਸਕਦੀ ਹੈ। ਅਤੇ ਤੁਹਾਡੇ ਦਿਮਾਗ ਨੂੰ ਇਸ ਦੇ ਵਿੱਚ ਪੂਰੀ ਤਰ੍ਹਾਂ ਆਦੀ ਕਰਨ ਦੇ ਲਈ ਅਸੀਂ ਤੁਹਾਨੂੰ ਚਾਹੀਦਾ ਕਿ ਲਗਾਤਾਰ ਅਤੇ ਰੋਜ਼ ਕੁਝ ਸਮੇਂ ਦੇ ਵਿੱਚ ਉਸ ਸਮੇਂ ਦੇ ਵਿੱਚ ਤੁਸੀਂ ਐਕਸਰਸਾਈਜ਼ ਅਤੇ ਸਟਰੈਚਿੰਗ ਕਰੋ ਤਾਂ ਕਿ ਉਹ ਨਿਊਰੋਪਲਾਸਟੀਸਿਟੀ ਦੇ ਵਿੱਚ ਉਸ ਦੇ ਵਿੱਚ ਤੁਹਾਡੇ ਦਿਮਾਗ ਨੂੰ ਮਦਦ ਮਿਲ ਸਕੇ। ਜਿਹੜੀਆਂ ਐਕਸਰਸਾਈਜ਼ ਇਹ ਕਿਸੇ ਤਰ੍ਹਾਂ ਵੀ ਹੋ ਸਕਦੀਆਂ ਨੇ ਜੇ ਤੁਸੀਂ ਦਾਖਲ ਹੈਗੇ ਹਸਪਤਾਲ ਦੇ ਵਿੱਚ ਜਾਂ ਤੁਸੀਂ ਬਾਹਰ ਜਾਂ ਤੁਸੀਂ ਘਰ ਦੇ ਵਿੱਚ ਵੀ ਆਪਣੀਆਂ ਇਹ ਸਾਰੀਆਂ ਐਕਸਰਸਾਈਜ਼ ਕਰ ਸਕਦੇ ਹੈਗੇ ਹੋ। ਜਿਹੜੇ ਤੁਸੀਂ ਮਸਲ ਜਿਹੜੇ ਸਟ੍ਰੋਕ ਤੋਂ ਬਾਅਦ ਜਿਹੜੇ ਉਹ ਅਕੜ ਜਾਂਦੇ ਨੇ ਉਹਨਾਂ ਨੂੰ ਤੁਸੀਂ ਸਟਰੈਚ ਕਰਕੇ ਤੁਸੀਂ ਉਹਨਾਂ ਨੂੰ ਠੀਕ ਕਰ ਸਕਦੇ ਹੋ। ਇਲਾਸਟਿਕ ਬੈਂਡ ਦੇ ਨਾਲ ਤੁਸੀਂ ਆਪਣੇ ਮਸਲਸ ਨੂੰ ਸਟਰੋਂਗ ਅਤੇ ਤਾਕਤਵਰ ਬਣਾ ਸਕਦੇ ਹੋ ਅਤੇ ਤੁਸੀਂ ਆਪਣੇ ਚੱਲ ਪਾਉਣ ਦੀ ਸ਼ਮਤਾ ਨੂੰ ਵੀ ਵਧਾ ਸਕਦੇ ਹੋ। ਤੁਸੀਂ ਸੋਟੀ ਲੈ ਕੇ ਚੱਲ ਸਕਦੇ ਹੋ ਜਾਂ ਵੀਲ ਚੇਅਰ ਦੇ ਨਾਲ ਉਹਦੇ ਉੱਪਰ ਬੈਠ ਕੇ ਵੀ ਥੋੜ੍ਹਾ ਚੱਲ ਸਕਦੇ ਹੋ ਅਤੇ ਨਾਲ ਤੁਸੀਂ ਜਿਹੜਾ ਪਾਸਾ ਤੁਹਾਡਾ ਠੀਕ ਹੈ ਉਹਦੀ ਸਾਈਡ 'ਤੇ ਐਕਸਰਸਾਈਜ਼ ਕਰਨ ਦੇ ਨਾਲ ਦੂਜੇ ਜਿੱਥੇ ਪਾਸਾ ਜਿਹੜਾ ਤੁਹਾਡਾ ਅਧਰੰਗ ਪਿਆ ਹੈ ਜਾਂ ਖਰਾਬ ਹੈ ਜਿਹੜਾ ਪਾਸਾ ਠੀਕ ਨਹੀਂ ਹੈ ਉਹਦੇ ਵਿੱਚ ਵੀ ਤੁਸੀਂ ਬਦਲਾਵ ਲਿਆ ਸਕਦੇ ਹੋ। ਤੁਸੀਂ ਆਪਣੇ ਦਿਮਾਗ ਨੂੰ ਉਸ ਤਰ੍ਹਾਂ ਟ੍ਰੇਨਡ ਕਰ ਸਕਦੇ ਹੋ ਕਿ ਇੱਕ ਪਾਸਾ ਜੇ ਠੀਕ ਚੱਲ ਰਿਹਾ ਤਾਂ ਦੂਸਰਾ ਵੀ ਹੌਲੀ ਹੌਲੀ ਹੋ ਜਾਏਗਾ।
ਤੁਸੀਂ ਕੁਝ ਟੈਕਨੋਲੋਜੀ ਦੀ ਵੀ ਮਦਦ ਲੈ ਸਕਦੇ ਹੋ। ਫ਼ੋਨ ਦੇ ਉੱਪਰ ਕੁਝ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਜਿਨ੍ਹਾਂ ਵਿੱਚ ਤੁਸੀਂ ਆਪਣਾ ਭਾਗ ਲੈ ਸਕਦੇ ਹੋ ਅਤੇ ਤੁਹਾਡੀ ਸਾਰੀ ਜਿੰਨੀ ਵੀ ਜੋ ਵੀ ਤੁਹਾਡੇ ਵਿੱਚ ਬਦਲਾਵ ਆ ਰਹੇ ਨੇ ਉਹ ਤੁਸੀਂ ਉਹਦੇ ਵਿੱਚ ਰਿਕਾਰਡ ਰੱਖ ਸਕਦੇ ਹੋ, ਦੇਖ ਸਕਦੇ ਹੋ ਕਿਸ ਤਰ੍ਹਾਂ ਹੋ ਰਿਹਾ। ਨਾਲ ਦੀ ਨਾਲ ਤੁਸੀਂ ਇਸ ਤਰ੍ਹਾਂ ਦੀ ਕੁਝ ਐਕਸਰਸਾਈਜ਼ ਕਰ ਸਕਦੇ ਹੋ ਜਿਹੜੀ ਕਿ ਫੋਟੋ ਦੇ ਵਿੱਚ ਦਿਖ ਰਹੀ ਹੈ, ਜਿਹੜੀ ਕਿ ਤੁਸੀਂ ਬਾਲ ਜਾਂ ਪੱਟੀ ਦੇ ਨਾਲ ਜਿਹੜੀ ਕਿ ਤੁਸੀਂ ਆਪਣੇ ਹੱਥ ਨੂੰ ਕਿਸ ਤਰ੍ਹਾਂ ਤੁਸੀਂ ਗ੍ਰਿਪ ਬਣਾਉਣੀ ਹੈ ਜਾਂ ਉਸ ਨੂੰ ਕਿਸ ਤਰ੍ਹਾਂ ਸਟਰੋਂਗ ਬਣਾਉਣਾ, ਤਾਕਤਵਰ ਬਣਾਉਣਾ, ਤੁਸੀਂ ਇਹ ਸਾਰੀਆਂ ਐਕਸਰਸਾਈਜ਼ ਵੀ ਕਰ ਸਕਦੇ ਹੋ। ਅਤੇ ਨਾਲ ਦੇ ਨਾਲ ਵੇਟ ਦੀ ਵੀ ਟ੍ਰੇਨਿੰਗ ਕਰ ਸਕਦੇ ਹੋ, ਭਾਰ ਚੁੱਕਣ ਦੀ ਵੀ ਤੁਸੀਂ ਘਰ ਦੇ ਵਿੱਚ ਜਾਂ ਹਸਪਤਾਲ ਦੇ ਵਿੱਚ ਜਾਂ ਤੁਸੀਂ ਆਊਟ ਪੇਸ਼ੈਂਟ ਤੁਸੀਂ ਜੇ ਬਾਹਰੀ ਮਰੀਜ਼ ਦੇ ਹਿਸਾਬ ਨਾਲ ਤੁਸੀਂ ਹਸਪਤਾਲ ਜਾਂਦੇ ਹੋ, ਇਹ ਸਾਰੀਆਂ ਐਕਸਰਸਾਈਜ਼ਾਂ ਤੁਸੀਂ ਉੱਥੇ ਕਰ ਸਕਦੇ ਹੋ। ਅਤੇ ਬਾਹਰੀ ਮਰੀਜ਼ ਦੇ ਹਿਸਾਬ ਨਾਲ ਜਿਹੜਾ ਪੁਨਰਵਾਸ ਹੁੰਦਾ ਜਾਂ ਬਹਾਲੀ ਹੁੰਦੀ ਹੈ, ਉਹਦੇ ਵਿੱਚ ਤੁਸੀਂ ਇੱਕ ਪ੍ਰੋਗਰਾਮ ਹੈਗਾ ਕਮਿਊਨਿਟੀ ਰੀਹੈਬ ਅਰਲੀ ਡਿਸਚਾਰਜ ਇਨੀਸ਼ੀਏਟਿਵ ਪ੍ਰੋਗਰਾਮ, ਜਿਹੜਾ ਉਹ ਰੈਡੀ ਵੀ ਕਹਿੰਦੇ ਹੈਗੇ ਉਹਨੂੰ, ਉਹ ਵੀ ਪ੍ਰੋਗਰਾਮ ਜਿਹੜਾ ਹੈ ਉਪਲਬਧ ਹੈਗਾ ਹਸਪਤਾਲਾਂ ਦੇ ਨਾਲ ਜੁੜਿਆ ਹੋਇਆ, ਜਿਹੜਾ ਕਿ 6 ਫਰੇਜ਼ਰ ਹੈਲਥ ਕਮਿਊਨਿਟੀ ਦੇ ਉੱਪਰ ਹੈ। ਅਤੇ ਉਹਦੇ ਨਾਲ ਨਾਲ ਉਸ ਦੇ ਅੰਤਰਗਤ ਹੀ ਇੱਕ ਟਾਈਮ ਐਕਸਰਸਾਈਜ਼ ਪ੍ਰੋਗਰਾਮ ਵੀ ਹੈਗਾ, ਜਿਹੜਾ ਕਿ ਟੂਗੈਦਰ ਇਨ ਮੂਵਮੈਂਟ, ਜਿਹੜਾ ਕਿ ਇਕੱਠੇ ਰਹਿ ਕੇ ਨਾਲ ਤੁਸੀਂ ਇਹ ਪ੍ਰੋਗਰਾਮ ਹੈ ਜਿਹੜਾ ਕਿ ਇਹ ਕਮਿਊਨਿਟੀ ਦੇ ਵਿੱਚ ਗਤੀਸ਼ੀਲਤਾ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦਾ ਹੈ। ਅਤੇ ਇਹਦੇ ਵਿੱਚ ਤੁਹਾਡੀ ਇਹ ਸ਼ਮਤਾ ਹੋਣੀ ਚਾਹੀਦੀ ਹੈ ਕਿ ਤੁਸੀਂ ਸੋਟੀ ਦੇ ਨਾਲ ਘੱਟ ਤੋਂ ਘੱਟ 10 ਮੀਟਰ ਤੱਕ ਪੈਦਲ ਚੱਲ ਸਕੋ। ਅਤੇ ਜੇ ਤੁਸੀਂ ਇਹਦੇ ਬਾਰੇ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਇਸ ਵੈਬਸਾਈਟ ਦੇ ਉੱਪਰ ਜਾ ਸਕਦੇ ਹੋ, ਜਿਹੜੀ ਕਿ ਇੱਥੇ ਦਿਖਾਈ ਗਈ ਹੈ। ਅਤੇ ਇੱਥੇ ਤੁਸੀਂ ਉਹੀ ਵੈਬਸਾਈਟ ਦੇਖ ਪਾ ਰਹੇ ਹੋ ਅਗਲੀ ਸਲਾਈਡ ਦੇ ਵਿੱਚ ਉਸ ਵੈਬਸਾਈਟ ਦੇ ਬਾਰੇ। ਉਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਜਿਹੜਾ ਹੈਗਾ ਵੈਂਕੂਵਰ ਓਕਨਾਗਨ ਦੇ ਵਿੱਚ, ਜਿਹੜਾ ਕਿ ਇਸ ਪ੍ਰੋਗਰਾਮ ਨੂੰ ਫੇਮ ਪ੍ਰੋਗਰਾਮ ਕਿਹਾ ਜਾਂਦਾ ਹੈ। ਅਤੇ ਫੇਮ ਤੋਂ ਭਾਵ ਹੈ ਫਿਟਨੈਸ ਅਤੇ ਮੋਬਿਲਿਟੀ ਦੀ ਐਕਸਰਸਾਈਜ਼ਸ, ਜਿਹੜੀਆਂ ਕਿ ਵੈਂਕੂਵਰ ਓਕਨਾਗਨ ਅਤੇ ਸਕੁਐਮਿਸ਼ ਦੇ ਵਿੱਚ ਹੈ। ਅਤੇ ਇਹ ਇੱਕ ਸਮੂਹ ਕਸਰਤ ਪ੍ਰੋਗਰਾਮ ਵਿੱਚ ਹੈਗਾ, ਜਿਹੜਾ ਕਿ ਸਟ੍ਰੋਕ ਨਾਲ ਰਹਿ ਰਹੇ ਲੋਕਾਂ ਦੇ ਉੱਪਰ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਕੁਝ ਖੜ੍ਹੇ ਹੋਣ ਜਾਂ ਚੱਲਣ ਦੀ ਥੋੜ੍ਹੀ ਬਹੁਤ ਸਮਰੱਥਾ ਹੁੰਦੀ ਹੈ, ਉਹਨਾਂ ਉੱਪਰ ਇਹ ਪ੍ਰੋਗਰਾਮ ਚਲਾਇਆ ਜਾਂਦਾ ਹੈ। ਇਹ ਫੇਮ ਪ੍ਰੋਗਰਾਮ ਜਿਹੜਾ ਹੈ ਇਹ ਤਿਆਰ ਕੀਤਾ ਗਿਆ ਹੈ ਕਿ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੂੰ ਕਿ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ, ਜਿਹੜੇ ਕਿ ਇਸ ਪ੍ਰੋਗਰਾਮ ਦੇ ਵਿੱਚ ਪ੍ਰਭਾਵੀ ਤੌਰ 'ਤੇ ਕਸਰਤ ਕਰਦੇ ਨੇ, ਅਤੇ ਜਿਹਨਾਂ ਦੇ ਵਿੱਚ ਕੋਈ ਫਿਟਨੈਸ ਦੀ ਜਾਂ ਪੀਪਲ ਜਿਹਨਾਂ ਨੂੰ ਲੋਕੀ ਜਿਹੜੇ ਹੈਗੇ ਜਿਹਨਾਂ ਨੂੰ ਸਟ੍ਰੋਕ ਹੋਇਆ ਹੁੰਦਾ, ਜਿਹੜੇ ਕਿ ਜ਼ਿਆਦਾ ਉਮਰ ਦੇ ਹੁੰਦੇ, ਵੱਡੀ ਉਮਰ ਦੇ ਹੁੰਦੇ ਹਨ, ਜਾਂ ਕਿ ਪੂਰੀ ਤਰ੍ਹਾਂ ਫਿੱਟ ਨਹੀਂ ਹੁੰਦੇ ਅਤੇ ਡਿੱਗਣ ਦੇ ਲਈ ਜ਼ਿਆਦਾ ਉਹ ਡਿੱਗ ਸਕਦੇ ਹੁੰਦੇ ਕਿਸੇ ਵੇਲੇ ਵੀ, ਉਹਨਾਂ ਉੱਪਰ ਇਹ ਪ੍ਰੋਗਰਾਮ ਤਿਆਰ ਕੀਤਾ ਗਿਆ। ਇਹ ਇੱਕ ਗਰੁੱਪ ਐਕਸਰਸਾਈਜ਼ ਹੁੰਦੇ, ਸਮੂਹ ਤੌਰ 'ਤੇ ਫੇਮ ਜਿਹੜਾ ਪ੍ਰੋਗਰਾਮ ਹੈ ਉਹਨਾਂ ਵਾਸਤੇ ਚਲਾਇਆ ਜਾਂਦਾ, ਕਿ ਜਿਹੜਾ ਕਿ ਕਮਿਊਨਿਟੀ ਦੇ ਵਿੱਚ ਅਤੇ ਜਾਂ ਹੌਸਪੀਟਲ ਸੈਟਿੰਗ ਦੇ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਜੇ ਇਹਦੇ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ ਜ਼ਿਆਦਾ ਤਾਂ ਤੁਸੀਂ ਇਹ ਵੈਬਸਾਈਟ ਹੈਗੀ ਹੈ fameexercise.com, ਉਹਦੇ ਉੱਪਰ ਜਾ ਸਕਦੇ ਹੋ। ਇਹ ਅਗਲੀ ਸਲਾਈਡ ਦੇ ਵਿੱਚ ਉਸੇ ਵੈਬਸਾਈਟ ਦਿਖਾਈ ਗਈ ਹੈ ਉਸ ਫੇਮ ਪ੍ਰੋਗਰਾਮ ਦੀ। ਅਤੇ ਗੇਮ ਬੇਸਡ ਪ੍ਰੋਗਰਾਮ ਹੈਗੇ ਜਿਹੜੇ ਕਿ ਤੁਸੀਂ ਘਰ ਦੇ ਵਿੱਚ ਜਾਂ ਆਊਟ ਪੇਸ਼ੈਂਟ ਪ੍ਰੋਗਰਾਮ ਦੇ ਤਹਿਤ ਤੁਸੀਂ ਕਰ ਸਕਦੇ ਹੋਗੇ, ਜਿਹਦੇ ਵਿੱਚ ਕਿ ਹੌਲੀ ਹੌਲੀ ਜਿਹੜੀ ਕੀਤੀਆਂ ਜਾਣ ਵਾਲੀਆਂ ਸਟਰੈਚਿਸ ਹੁੰਦੀਆਂ, ਜਿਹੜੀਆਂ ਜਾਂ ਸਟਰੈਂਥਨਿੰਗ ਹੁੰਦੀ ਹੈ, ਜਾਂ ਆਪਣੀ ਤੁਸੀਂ ਆਪਣੇ ਉੱਪਰ ਵਾਲੀਆਂ ਜਾਂ ਬਾਹਾਂ ਨੂੰ ਜਾਂ ਲੱਤਾਂ ਨੂੰ ਖਿੱਚ ਪਾਉਣੀ, ਜਾਂ ਉਹਨਾਂ ਦੇ ਵਿੱਚ ਤਾਕਤ ਵਧਾਉਣੀ, ਜਾਂ ਤੁਸੀਂ ਬੋਧਾਤਮਕ ਖੇਡਾਂ ਖੇਡ ਸਕਦੇ ਹੈਗੇ ਹੋ ਉਹਦੇ ਨਾਲ, ਜਾਂ ਤੁਸੀਂ ਆਪਣੇ ਘਰਦਿਆਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਜਿਹਦੇ ਨਾਲ ਕਿ ਤੁਹਾਡੀ ਜਿਹੜੀ ਇਹ ਬੋਲਣ ਦੀ ਸ਼ਮਤਾ ਜਿਹੜੀ ਹੈ ਉਹਦੇ ਵਿੱਚ ਸੁਧਾਰ ਆਉਂਦਾ ਹੈ, ਅਤੇ ਉਸ ਚੀਜ਼ ਨੂੰ ਵੀ ਤੁਸੀਂ ਉਤਸ਼ਾਹਿਤ ਕਰ ਸਕਦੇ ਹੈਗੇ ਹੋ। ਇਹ ਬਹੁਤ ਜ਼ਰੂਰੀ ਹੈਗਾ ਕਿ ਤੁਸੀਂ ਐਕਸਰਸਾਈਜ਼ ਜਿਹੜੀਆਂ ਹੈਗੀਆਂ ਉਹ ਬੈੱਡ 'ਤੇ ਚਾਹੇ ਵੀਲ ਚੇਅਰ 'ਤੇ ਬੈਠੇ ਹੀ ਕਰਦੇ ਰਹੋ, ਚਾਹੇ ਤੁਸੀਂ ਉਹ ਖੜ੍ਹੇ ਹੋਣ 'ਚ ਜਾਂ ਤੁਰਨ ਵਿੱਚ ਜੇ ਸક્ષਮ ਨਹੀਂ ਹੈਗੇ ਤਾਂ ਵੀ ਤੁਸੀਂ ਬੈਠੇ ਹੋਏ ਜਾਂ ਤੁਸੀਂ ਲੇਟੇ ਹੋਏ ਵੀ ਐਕਸਰਸਾਈਜ਼ ਕਰ ਸਕਦੇ ਹੋ। ਅਤੇ ਜਿਹੜਾ ਕਮਿਊਨਿਟੀ ਫਿਜ਼ੀਓਥੈਰੇਪਿਸਟ ਹੁੰਦਾ ਹੈ ਉਹ ਤੁਹਾਡੀ ਮਦਦ ਕਰ ਸਕਦਾ ਹੈਗਾ ਇਸ ਨੂੰ ਸੈਟਅਪ ਕਰਨ ਦੇ ਵਿੱਚ, ਕਿ ਤੁਸੀਂ ਬੈੱਡ ਦੇ ਉੱਪਰ ਹੀ ਜਾਂ ਤੁਸੀਂ ਆਪਣੀ ਵੀਲ ਚੇਅਰ ਦੇ ਉੱਪਰ ਇਹ ਸਾਰੀਆਂ ਐਕਸਰਸਾਈਜ਼ ਕਿਸ ਤਰ੍ਹਾਂ ਕਰਨੀਆਂ ਹਨ। ਹਾਰਟ ਐਂਡ ਸਟ੍ਰੋਕ ਵਾਲਿਆਂ ਵੱਲੋਂ ਇਹ ਉਮੀਦ ਕੀਤੀ ਜਾਂਦੀ ਹੈ ਜਾਂ ਉਹਨਾਂ ਨੂੰ ਦੱਸਿਆ ਜਾਂਦਾ ਕਿ ਇਹ ਤੁਸੀਂ ਜੇ ਕੋਈ ਜਿਹੜੀ ਸਰੀਰਕ ਤੌਰ 'ਤੇ ਜਿਹੜੀ ਗਤੀਵਿਧੀਆਂ ਹੈਗੀਆਂ ਉਹ 4 ਤੋਂ 7 ਦਿਨ ਹਫ਼ਤੇ ਦੇ ਵਿੱਚ, ਜਿਹੜੀ ਕਿ 150 ਮਿੰਟ ਟੋਟਲ ਹੋ ਜਾਂਦੀ ਹੈ ਹਫ਼ਤੇ ਦੇ, ਅਤੇ 10 ਮਿੰਟ ਜਾਂ ਉਸ ਤੋਂ ਜ਼ਿਆਦਾ ਤੁਸੀਂ ਹਰ ਰੋਜ਼ ਐਕਸਰਸਾਈਜ਼ ਇਹ ਜ਼ਰੂਰ ਕਰਨੀਆਂ ਹੁੰਦੀਆਂ। ਪਰ ਸੱਚਾਈ ਇਹ ਵੀ ਹੈ ਕਿ ਤੁਹਾਡੀ ਸਿਹਤ ਦੇ ਹਿਸਾਬ ਦੇ ਨਾਲ ਤੁਸੀਂ ਇਸ ਚੀਜ਼ ਨੂੰ ਜਾਂ ਤਾਂ ਤੁਸੀਂ ਉਹਨੂੰ ਵਧਾ ਘਟਾ ਸਕਦੇ ਹੋ, ਜਾਂ ਤੁਸੀਂ ਘੱਟ ਵਾਰ ਜਾਂ ਜ਼ਿਆਦਾ ਵਾਰ ਕਰ ਸਕਦੇ ਹੈਗੇ ਹੋ। ਇਹ ਸਾਰਾ ਕੁਝ ਡਿਪੈਂਡ ਕਰਦਾ ਤੁਹਾਡੀ ਸਿਹਤ ਕਿੰਨਾ ਕੁ ਤੁਹਾਨੂੰ ਇਸ ਚੀਜ਼ ਦੀ ਇਜਾਜ਼ਤ ਦਿੰਦੀ ਹੈ। ਅਤੇ ਜੇ ਤੁਸੀਂ ਇਹਦੇ 'ਚ ਕਰਨ ਦੇ ਨਾਲ ਤੁਹਾਨੂੰ ਥਕਾਵਟ ਹੁੰਦੀ ਹੈ ਅਤੇ ਉਸ ਚੀਜ਼ ਵੀ ਇਹਦੇ ਉੱਪਰ ਅਸਰ ਪਾਉਂਦੀ ਹੈ, ਅਤੇ ਉਹਦੇ ਨਾਲ ਵੀ ਤੁਸੀਂ ਘਟਾ ਵਧਾ ਸਕਦੇ ਹੋ, ਜਾਂ ਤੁਸੀਂ ਘੱਟ ਵਾਰ ਜਾਂ ਜ਼ਿਆਦਾ ਵਾਰ ਕਰ ਸਕਦੇ ਹੋ।
ਵਰਚੁਅਲ ਤਰੀਕੇ ਨਾਲ ਜਿਹੜੀ ਰੀਹੈਬਲੀਟੇਸ਼ਨ ਜਾਂ ਬੇਅਦਬੀ ਹੁੰਦੀ ਹੈ ਉਹਦੇ ਵਿੱਚ ਇਹ ਕੋਈ ਚੀਜ਼ ਨਵੀਂ ਨਹੀਂ ਹੈਗੀ। ਇਹਦੇ 'ਚ ਇਹ ਕਿ ਹੁਣ ਕੋਵਿਡ ਦੇ ਨਾਲ, ਪੈਂਡੇਮਿਕ ਦੇ ਨਾਲ ਇਸ ਚੀਜ਼ ਨੂੰ ਸਾਨੂੰ ਜ਼ਬਰਦਸਤੀ ਕਰਨੀ ਪੈ ਰਹੀ ਹੈ ਇਸ ਤਰੀਕੇ ਦੇ ਨਾਲ, ਜਦ ਕਿ ਇਹ ਜਿਹੜੀ ਚੀਜ਼ ਹੈਗੀ ਹੈ ਉਹ ਪਹਿਲੇ ਵੀ ਹੁੰਦੀ ਸੀ। ਪਰ ਇਹ ਕਈ ਵਾਰ ਇਹ ਸਬੂਤ ਵੀ ਮਿਲੇ ਹੈਗੇ ਕਿ ਵਰਚੁਅਲ ਜਿਹੜੀ ਰੀਹੈਬਲੀਟੇਸ਼ਨ ਹੈ ਜਿਹੜੀ ਕਿ ਅਸੀਂ ਕੰਪਿਊਟਰ ਦੇ ਕਰਦੇ ਹਾਂ, ਉਹ ਕਈ ਵਾਰ ਅਸੀਂ ਜਿਹੜੇ ਉਹ ਇੰਨੀ ਕੀ ਹੀ ਉਹਦਾ ਵੀ ਉਨਾ ਕੀ ਫਾਇਦਾ ਹੁੰਦਾ ਜਿੰਨਾ ਕਿ ਅਸੀਂ ਜੇ ਅਸੀਂ ਜਾਤੀ ਤੌਰ 'ਤੇ ਜਾ ਕੇ ਕਰੀਏ ਜਾਂ ਕੋਈ ਸਾਨੂੰ ਆ ਕੇ ਕਰਵਾਵੇ। ਕਈ ਵਾਰ ਤਾਂ ਇਹ ਵੀ ਸਬੂਤ ਮਿਲੇ ਹਨ ਕਿ ਇਹ ਕਈ ਜਗ੍ਹਾ 'ਤੇ ਉਹ ਸਗੋਂ ਜਾਤੀ ਤੌਰ 'ਤੇ ਜਾਣ ਨਾਲੋਂ ਉਸ ਤੋਂ ਵੀ ਜ਼ਿਆਦਾ ਪ੍ਰਭਾਵੀ ਮਹਿਸੂਸ ਹੁੰਦੀ ਕਈ ਵਾਰ, ਜਿਹਦੇ 'ਚ ਸਪੀਚ ਥੈਰੇਪੀ ਹੋ ਗਈ ਜਾਂ ਘਰ ਦੇ ਜਿਹੜੇ ਘਰੇ ਐਕਸਰਸਾਈਜ਼ ਕਰਦੇ ਹੈਗੇ ਉਹਦੇ ਵਿੱਚ ਇਹ ਚੀਜ਼ ਹੋਰ ਵੀ ਜ਼ਿਆਦਾ ਚੰਗੀ ਉੱਭਰ ਕੇ ਆਈ ਹੈ ਵਰਚੁਅਲ ਜਾਂ ਕੰਪਿਊਟਰ ਦੇ ਰਾਹੀਂ। ਅਤੇ ਉਦਾਹਰਨ ਉਸ ਚੀਜ਼ ਦਾ ਹੈਗਾ ਜਿਹੜਾ ਵਰਚੁਅਲ ਰੀਹੈਬਲੀਟੇਸ਼ਨ ਦਾ, ਉਹ ਹੈ ਗ੍ਰਾਸਪ ਪ੍ਰੋਗਰਾਮ। ਇੱਕ ਇਸ ਤਰ੍ਹਾਂ ਦਾ ਪ੍ਰੋਗਰਾਮ ਜਿਹੜਾ ਕਮਿਊਨਿਟੀ ਦੇ ਵਿੱਚ ਰਹਿੰਦੇ ਹੋਏ ਤੁਸੀਂ ਕਰ ਸਕਦੇ, ਜਿਹਦੇ ਕਰਕੇ ਕਿ ਸਟਰੋਕ ਤੋਂ ਬਾਅਦ ਤੁਸੀਂ ਆਪਣੇ ਹੱਥਾਂ ਅਤੇ ਬਾਹਾਂ ਦੀਆਂ ਜਿਹੜੀਆਂ ਸ਼ਕਤੀ ਨੂੰ ਵਧਾ ਸਕਦੇ ਹੋ। ਇਹ ਪ੍ਰੋਗਰਾਮ ਉਹਨਾਂ ਵਿੱਚ ਜ਼ਿਆਦਾ ਪ੍ਰਭਾਵਕਾਰੀ ਹੈਗਾ ਜਿਨ੍ਹਾਂ ਵਿੱਚ ਸਟਰੋਕ ਤੋਂ ਬਾਅਦ ਜੇ ਕੋਈ ਹੱਥਾਂ ਦੀ ਜਾਂ ਬਾਹਾਂ ਦੀ ਜਾਂ ਉਂਗਲਾਂ ਦੀ ਮੁਸ਼ਕਿਲ ਆ ਜਾਂਦੀ, ਉਹਨਾਂ ਨੂੰ ਨਹੀਂ ਚੱਲਦੀਆਂ, ਉਹਨਾਂ ਵਿੱਚ ਇਹ ਬਹੁਤ ਜ਼ਿਆਦਾ ਪ੍ਰਭਾਵੀ ਪ੍ਰੋਗਰਾਮ ਹੈ। ਅਤੇ ਨਿਚੋੜ ਦੇ ਵਿੱਚ ਆਖਰ ਦੇ ਵਿੱਚ ਇਹੀ ਹੈ ਕਿ ਜੇ ਇਹ ਜਿਹੜਾ ਰੀਹੈਬਲੀਟੇਸ਼ਨ ਪ੍ਰੋਗਰਾਮ ਹੈਗਾ, ਜਿਹੜਾ ਪ੍ਰਵਾਸ ਦਾ ਪ੍ਰੋਗਰਾਮ, ਇਹ ਸਿਰਫ ਇਸ ਕਰਕੇ ਹੀ ਜ਼ਰੂਰੀ ਨਹੀਂ ਹੈਗਾ ਕਿ ਜਿਹੜਾ ਤੁਹਾਡਾ ਸਟਰੋਕ ਹੋਇਆ ਤਾਂ ਉਹਦੇ ਬਾਅਦ ਵਿੱਚ ਇਹ ਤੁਹਾਨੂੰ ਠੀਕ ਕਰਨ ਦੇ ਵਿੱਚ ਮਦਦ ਕਰਦਾ, ਪਰ ਨਾਲ ਇਹਦੇ ਇਹ ਵੀ ਹੈ ਕਿ ਤੁਹਾਨੂੰ ਦੂਜਾ ਸਟਰੋਕ ਜਾਂ ਦੁਬਾਰਾ ਸਟਰੋਕ ਦੇ ਚਾਂਸਿਸ ਜਿਹੜੇ ਘੱਟ ਹੋਣ, ਉਹਦੇ ਵਿੱਚ ਵੀ ਇਹ ਚੀਜ਼ ਮਦਦ ਕਰਦੀ ਹੈ। ਤੁਸੀਂ ਆਪਣੇ ਡਾਕਟਰ ਨਾਲ ਗੱਲ ਕਰ ਸਕਦੇ ਹੋ ਜਾਂ ਥੈਰੇਪਿਸਟ ਦੇ ਨਾਲ ਗੱਲ ਕਰ ਸਕਦੇ ਹੋ ਕਿ ਤੁਸੀਂ ਆਪਣੇ ਆਪ ਨੂੰ ਅੱਗੇ ਤੋਂ ਜ਼ਿਆਦਾ ਕੰਮ ਕਰਾਉਣ ਵਾਸਤੇ ਜਾਂ ਵਧਾਉਣ ਵਾਸਤੇ ਆਪਣੇ ਵਿੱਚ ਸ਼ਮਤਾ ਤੁਸੀਂ ਕੀ ਕਰ ਸਕਦੇ ਹੋ। ਤੁਸੀਂ ਆਪਣੀ ਸ਼ਮਤਾਵਾਂ ਬਾਰੇ ਵੀ ਜਾਣ ਸਕਦੇ ਹੈਗੇ ਕਿ ਕਿੰਨਾ ਕੁ ਤੁਸੀਂ ਕਰ ਸਕਦੇ ਹੋ, ਕਿ ਤੁਹਾਡੀ ਆਪਣੀ ਯੋਗਤਾਵਾਂ ਦੇ ਵਿੱਚ ਤੁਸੀਂ ਕਿੱਦਾਂ ਵਾਧਾ ਕਰ ਸਕਦੇ ਹੈਗੇ ਹੋ, ਕਿ ਇਹ ਵੀ ਚੀਜ਼ ਤੁਸੀਂ ਆਪਣੇ ਨਿਰਧਾਰਿਤ ਕਰ ਸਕਦੇ ਹੈਗੇ ਕਿ ਤੁਹਾਡੇ ਟੀਚੇ ਕੀ ਹੈਗੇ ਆ, ਤੁਹਾਡੀ ਪਹਿਲ ਕਿਸ ਚੀਜ਼ ਦੀ ਹੈਗੀ ਹੈ, ਅਤੇ ਤੁਹਾਡੇ ਜਿਹੜੇ ਟੀਚੇ ਹੈਗੇ ਉਹ ਯਥਾਰਥਵਾਦੀ ਹੋਣੇ ਚਾਹੀਦੇ, ਜਿਹੜੇ ਕਿ ਹੋ ਸਕਣ। ਅਤੇ ਟੀਚੇ ਇਸ ਤਰ੍ਹਾਂ ਦੇ ਹੋਣੇ ਟੀਚੇ ਕਈ ਵਾਰ ਟਾਈਮ 'ਤੇ ਜਾਂ ਨਾਲ ਬਦਲ ਵੀ ਜਾਂਦੇ ਆ, ਜਾਂ ਫਿਰ ਉਹ ਹੋਰ ਥੋੜ੍ਹੇ ਜਿਹੇ ਬਦਲਾਵ ਵੀ ਕੀਤੇ ਜਾ ਸਕਦੇ ਉਹਨਾਂ ਵਿੱਚ। ਠੀਕ ਹੋਣ ਦੇ ਵਿੱਚ ਤੁਹਾਨੂੰ ਕਾਫੀ ਸਮਾਂ ਵੀ ਲੱਗ ਸਕਦਾ ਹੈ, ਅਤੇ ਇਸ ਕਰਕੇ ਇਸ ਤੋਂ ਨਿਰਾਸ਼ ਨਾ ਹੋਵੋ ਤੁਸੀਂ। ਅਤੇ ਕਈਆਂ ਦੇ ਵਿੱਚ ਦੁਰਭਾਗਵੰਸ਼ ਇਹ ਪੂਰੀ ਤਰ੍ਹਾਂ ਠੀਕ ਨਹੀਂ ਵੀ ਹੁੰਦਾ, ਅਤੇ ਇਹੀ ਇੱਕ ਸੱਚਾਈ ਹੈਗੀ। ਯਾਦ ਰੱਖੋ ਕਿ ਤੁਸੀਂ ਆਪਣੀ ਗਤੀਵਿਧੀਆਂ ਦਾ ਜਿਹੜਾ ਨਾ ਉਹ ਸੰਤੁਲਿਤ ਬਣਾ ਕੇ ਰੱਖੋ, ਅਤੇ ਤੁਸੀਂ ਜਦੋਂ ਵੀ ਸਮੇਂ ਮਿਲੇ ਉਦੋਂ ਤੁਸੀਂ ਰੈਸਟ ਕਰੋ ਤਾਂ ਕਿ ਤੁਹਾਡੀ ਥਕਾਵਟ ਨਾ ਹੋ ਸਕੇ ਤੁਹਾਨੂੰ। ਅਤੇ ਯਾਦ ਰੱਖੋ ਕਿ ਹਰ ਇੱਕ ਮਰੀਜ਼ ਜਿਹੜਾ ਉਹ ਵਿਲੱਖਣ ਹੁੰਦਾ ਹੈ, ਅਤੇ ਹਰ ਇੱਕ ਦੀ ਜਿਹੜੀ ਰਿਕਵਰੀ ਹੈਗੀ ਹੈ, ਠੀਕ ਹੋਣ ਦਾ ਸ਼ਮਤਾ ਵੀ ਉਹ ਵੀ ਵਿਲੱਖਣ ਹੁੰਦੀ ਹੈ। ਇੱਥੇ ਕੁਝ ਮਹੱਤਵਪੂਰਨ ਸਰੋਤ ਦਿਖਾਏ ਗਏ ਹਨ। ਇਹ ਕੁਝ ਵੀਡੀਓ ਹੈਗੇ ਜਿਹੜੇ ਕਿ ਅਮਰੀਕਨ ਹਾਰਟ ਅਤੇ ਸਟਰੋਕ ਵੱਲੋਂ ਬਣਾਏ ਗਏ ਹਨ, ਅਤੇ ਇਸੇ ਤਰ੍ਹਾਂ ਹੀ ਕੈਨੇਡੀਅਨ ਬੈਸਟ ਸਟਰੋਕ ਪ੍ਰੈਕਟਿਸ ਜਿਹੜੀ ਹੈਗੀ ਉਹਨਾਂ ਵੱਲੋਂ ਇੱਕ ਤੁਹਾਡੀ ਸਟਰੋਕ ਦੀ ਜਿਹੜੀ ਯਾਤਰਾ ਹੈਗੀ ਹੈ ਉਹਦੇ ਪਰ ਗਾਈਡ ਜਿਹੜੀ ਬਣਾਈ ਗਈ ਹੈ, ਜਿਹੜੀ ਲੋਕ ਸਟਰੋਕ ਦੇ ਨਾਲ ਰਹਿੰਦੇ ਹਨ ਉਹਨਾਂ ਬਾਰੇ, ਜਿਹੜਾ ਕਿ ਇੱਕ ਬਹੁਤ ਵਧੀਆ ਹੈ, ਇੱਕ ਸਰੋਤ ਹੈਗਾ ਜਿਹੜੇ ਧਿਆਨ ਰੱਖਣ ਵਾਲੇ ਹਨ ਉਹਨਾਂ ਵਾਸਤੇ, ਅਤੇ ਜਿਹੜੇ ਸਟਰੋਕ ਨਾਲ ਜੂਝ ਰਹੇ ਹਨ ਉਹਨਾਂ ਵਾਸਤੇ। ਮਿਹਰਬਾਨੀ ਜੀ। Victoria Lougheed and Catalin Archibald, ਇਹ ਸਾਨੂੰ ਦੋਨੋਂ ਜਿਹੜੇ ਪ੍ਰੈਜ਼ੈਂਟਰ ਨੇ ਇਹ ਫੈਮਿਲੀ ਕੇਅਰ ਗਿਵਰਸ ਆ BC ਤੇ ਹਾਰਟ ਐਂਡ ਸਟਰੋਕ ਫਾਊਂਡੇਸ਼ਨ ਤੋਂ ਨੇ। ਇਹ ਦੱਸਣਗੇ ਕਿ ਜਿਹੜੀਆਂ ਫੈਮਲੀਜ਼ ਨੇ ਤੇ ਜਿਹੜੇ ਕੇਅਰ ਗਿਵਰ ਨੇ ਤੇ ਜਿਹੜੇ ਸਟਰੋਕ ਦੇ ਪੇਸ਼ੈਂਟ ਨੇ ਉਹਨਾਂ ਨੂੰ ਮੈਂਟਲ ਤੇ ਫਿਜ਼ੀਕਲ ਜਿਹੜੀ ਹੈਲਥ ਘਰ ਦੇ ਵਿੱਚ ਕਿਸ ਤਰੀਕੇ ਨਾਲ ਉਹਨਾਂ ਦੀ ਇਹ ਹੈਲਪ ਕਰ ਸਕਦੇ ਨੇ, ਕਿਹੜੇ ਰਿਸੋਰਸਿਸ ਨੇ ਜਾਂ ਕਿਹੜੀਆਂ ਸਰਵਿਸਿਜ਼ ਅਵੇਲੇਬਲ ਨੇ ਕਿ ਜਿਹੜੀਆਂ ਪੇਸ਼ੈਂਟਸ ਨੂੰ ਤੇ ਕੇਅਰ ਗਿਵਰ ਨੂੰ ਮਿਲ ਸਕਦੀਆਂ। ਕਿਉਂਕਿ ਜਦੋਂ ਪੇਸ਼ੈਂਟ ਨੂੰ ਸਟਰੋਕ ਹੋ ਗਿਆ, ਉਹ ਪ੍ਰੋਬਲਮ ਆ ਗਈ, ਉਸ ਤੋਂ ਬਾਅਦ ਰੀਹੈਬਲੀਟੇਸ਼ਨ ਵੀ ਹੋ ਗਈ। ਰੀਹੈਬਲੀਟੇਸ਼ਨ ਤੋਂ ਬਾਅਦ ਜਦੋਂ ਪੇਸ਼ੈਂਟ ਘਰ ਆ ਗਿਆ ਤੇ ਪੇਸ਼ੈਂਟ ਘਰ ਆ ਕੇ ਪੇਸ਼ੈਂਟ ਨੂੰ ਤੇ ਫੈਮਲੀ ਨੂੰ ਬਹੁਤ ਐਡਜਸਟਮੈਂਟ ਕਰਨੀ ਪੈਂਦੀ ਹੈ, ਤੇ ਕਈ ਵਾਰੀ ਇਹ ਨਹੀਂ ਪਤਾ ਹੁੰਦਾ ਕਿ ਕਿਹੜੀਆਂ ਸਰਵਿਸਿਜ਼ ਅਵੇਲੇਬਲ ਨੇ। ਸੋ ਤੁਹਾਨੂੰ ਇਸ ਜਿਹੜੀ ਨੈਕਸਟ ਪ੍ਰੈਜੈਂਟੇਸ਼ਨ ਵਾਸਤੇ ਵਿੱਚ ਤੁਹਾਨੂੰ ਐਕਸਪਲੇਨ ਕਰਨਗੇ ਕਿ ਤੁਸੀਂ ਕਿਹੜੀ ਸਰਵਿਸ ਦੀ ਐਕਸੈਸ ਤੁਸੀਂ ਲੈ ਸਕਦੇ ਹੋ। ਸੋ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ। ਮੈਂ ਵਿਕਟੋਰੀਆ ਲੌਹੀਦ ਜਿਹੜੀ ਕਿ ਫੈਮਿਲੀ ਕੇਅਰ ਗਿਵਰ ਹੈ ਬ੍ਰਿਟਿਸ਼ ਕੋਲੰਬੀਆ ਦੀ, ਉਸ ਦੇ ਵਿੱਚ ਐਜੂਕੇਸ਼ਨ ਅਤੇ ਲਰਨਿੰਗ ਦੀ ਆਗੂ ਹਾਂ।
ਮੈਂ ਅੱਜ ਇੱਥੇ ਆਪਣੀ ਸਿਹਤ ਦਾ ਪ੍ਰਬੰਧਨ ਕਰਨਾ ਤੇ ਪਰਿਵਾਰਕ ਸਹਿਯੋਗ ਨੂੰ ਅਨੁਕੂਲ ਬਣਾਉਣਾ ਉਸ ਦੇ ਉੱਪਰ ਪੇਸ਼ਗੀ ਕਰਨੀ ਹੈ। ਫੈਮਿਲੀ ਕੇਅਰ ਗਿਵਰ ਹੈ ਜਿਹੜੀ BC ਦੀ, ਉਹ ਇੱਕ ਗੈਰ ਮੁਨਾਫਾ ਚੈਰਿਟੀ ਹੈ ਜੋ ਦੇਖਭਾਲ ਕਰਨ ਵਾਲਿਆਂ ਦੀ ਭਲਾਈ ਲਈ ਸਮਰਪਿਤ ਹੈ। ਅਸੀਂ ਕੈਨੇਡਾ ਵਿੱਚ ਆਪਣੀ ਕਿਸਮ ਦੇ ਪਹਿਲੇ ਹਾਂ। ਅਸੀਂ 30 ਸਾਲਾਂ ਤੋਂ ਵੱਧ ਸਮੇਂ ਤੋਂ ਦੇਖਭਾਲ ਕਰਨ ਵਾਲਿਆਂ ਦੀ ਸੇਵਾ ਕਰ ਰਹੇ ਹਾਂ। 2010 ਤੋਂ ਸੰਗਠਨ ਨੇ BC ਵਿੱਚ ਦੇਖਭਾਲ ਕਰਨ ਵਾਲਿਆਂ ਦੀਆਂ ਲੋੜਾਂ, ਸਰੋਤਾਂ ਅਤੇ ਸਹਾਇਤਾ ਦੇ ਧਿਆਨ ਨੂੰ ਕੇਂਦਰਿਤ ਰੱਖਦੇ ਹੋਏ ਸਥਾਨਕ ਤੋਂ ਸੂਬਾਈ ਪੱਧਰ ਤੱਕ ਵਿਸਤਾਰ ਕੀਤਾ ਹੈ। ਸਹਿਭਾਗੀ ਪਹਿਲਕਦਮੀ ਵਜੋਂ ਮਰੀਜ਼ਾਂ ਦੇ ਹਿੱਸੇ ਵਜੋਂ ਦੇਖਭਾਲ ਕਰਨ ਲਈ ਸਹਾਇਤਾ ਅਸੀਂ ਪ੍ਰਦਾਨ ਕਰਦੇ ਹਾਂ, ਜਾਣਕਾਰੀ ਤੇ ਰੈਫਰਲ ਤੇ ਨੈਵੀਗੇਸ਼ਨ ਦੇ ਵਜੋਂ। ਇਹ ਜਾਣਕਾਰੀ ਆਪਾਂ ਇੱਕ ਤੋਂ ਇੱਕ ਬੰਦੇ ਦੇ ਨਾਲ ਵੀ ਦਿੰਦੇ ਹੈਗੇ ਉਹਨਾਂ ਨੂੰ ਅਸੈਸਮੈਂਟ ਕਰਨ ਦੇ ਬਾਅਦ। ਅਸੀਂ ਸਪੋਰਟ ਗਰੁੱਪ ਜਿਹੜੀ ਹੈਗੀ ਹੈ ਆਨਲਾਈਨ ਰਿਸੋਰਸਿਸ ਦੇ ਥਰੂ ਅਸੀਂ ਵਰਚੁਅਲ ਜਾਂ ਇਕੱਲੇ ਦੇ ਨਾਲ ਇਕੱਲੇ ਨੂੰ ਵੀ ਦਿੰਦੇ ਹੈਗੇ ਹਾਂ। ਸਾਡਾ ਇੱਕ ਸਰੋਤ ਜਿਹੜਾ ਹੈਗਾ ਸਿੱਖਿਆ ਦਾ, ਉਹ ਅਸੀਂ ਆਨਲਾਈਨ ਸਰੋਤ ਜਾਂ ਵੈਬੀਨਾਰ ਜਾਂ ਵਰਕਸ਼ਾਪਾਂ ਅਤੇ ਉਹ ਸਮਾਗਮ ਅਤੇ ਪੇਸ਼ਕਾਰੀ ਦੇ ਵਜੋਂ ਵੀ ਉਪਲਬਧ ਕਰਾਉਂਦੇ ਹਾਂ। ਸਹਿਯੋਗ ਅਤੇ ਸ਼ਮੂਲੀਅਤ ਵਿੱਚ ਅਸੀਂ ਹੈਲਥ ਸਿਸਟਮ ਵਿੱਚ ਸੁਧਾਰ ਕਰਦੇ ਹਾਂ, ਖੋਜ ਦੇ ਵਿੱਚ ਵੀ ਹਿੱਸਾ ਲੈਣਾ ਹੁੰਦਾ ਹੈ ਅਤੇ ਨੀਤੀ ਨੂੰ ਪ੍ਰਭਾਵਿਤ ਕਰਨ ਦਾ ਵੀ ਅਸੀਂ ਜਾਣਕਾਰੀ ਪ੍ਰਦਾਨ ਕਰਦੇ ਹਾਂ। ਸਿੱਖਣ ਦੇ ਉਦੇਸ਼ ਦੇ ਵਿੱਚ ਅਸੀਂ ਪਰਿਵਾਰ ਦੇ ਦੇਖਭਾਲ ਕਰਨ ਵਾਲਿਆਂ ਦੀ ਪਰਿਭਾਸ਼ਾ, ਦੇਖਭਾਲ ਕਰਨ ਵਾਲਿਆਂ ਦੀ ਭੂਮਿਕਾ ਕੀ ਹੋ ਸਕਦੀ ਹੈ, ਦੇਖਭਾਲ ਕਰਨ ਵਾਲਿਆਂ ਦੀ ਰੋਜ਼ਾਨਾ ਦੀਆਂ ਗਤੀਵਿਧੀਆਂ ਕਿਸ ਤਰ੍ਹਾਂ ਦੀਆਂ ਹੋਣਗੀਆਂ, ਦੇਖਭਾਲ ਕਰਨ ਵਾਲਿਆਂ ਦੀਆਂ ਆਮ ਲੋੜਾਂ ਕੀ ਹੋ ਸਕਦੀਆਂ ਨੇ, ਅਤੇ ਅਸੀਂ ਜਿਹੜੇ ਸਰਕਲ ਹੈਗਾ ਕੇਅਰ ਦਾ ਉਹਦੀ ਜਾਣ ਪਛਾਣ ਦੀ ਵੀ ਬਾਰੇ ਗੱਲ ਕਰਦੇ ਹਾਂ ਅਤੇ ਫੈਮਿਲੀ ਕੇਅਰ ਗਿਵਰ ਜਿਹੜੇ ਹੈਗੇ BC ਦੇ ਉਸ ਤੋਂ ਸਰੋਤ ਜਿਹੜੇ ਹੈਗੇ ਉਹਨਾਂ ਦੇ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਦੇ ਹਾਂ। ਅਤੇ ਕੇਅਰ ਗਿਵਰ ਜਿਹੜਾ ਦੇਖਭਾਲ ਕਰਨ ਵਾਲਾ ਹੈ ਉਹ ਕੀ ਹੈ, ਉਹ ਕਿਸ ਤਰ੍ਹਾਂ ਦੀ ਉਹਦੀ ਪਰਿਭਾਸ਼ਾ ਕਈ ਤਰ੍ਹਾਂ ਦੀ ਹੋ ਸਕਦੀ ਹੈ, ਪਰ ਅੱਜ ਦੀ ਗੱਲਬਾਤ ਦੇ ਵਜੋਂ ਅਸੀਂ ਇਹ ਕਹਿਣਾ ਚਾਹਾਂਗੇ ਕਿ ਇੱਕ ਪਰਿਵਾਰਿਕ ਮੈਂਬਰ ਹੋ ਸਕਦਾ ਹੈ ਜਾਂ ਉਹ ਦੋਸਤ ਜੋ ਕਿਸੇ ਵੀ ਬਿਮਾਰੀ ਜਾਂ ਅਪਾਹਜਤਾ ਜਾਂ ਉਮਰ ਦੇ ਕਾਰਨ ਕਮਜ਼ੋਰੀ ਵਾਲੇ ਵਿਅਕਤੀ ਦੀ ਦੇਖਭਾਲ ਅਤੇ ਸਹਾਇਤਾ ਪ੍ਰਦਾਨ ਕਰਦਾ ਹੈ। ਪਰਿਵਾਰਿਕ ਦੇਖਭਾਲ ਕਰਨ ਵਾਲੇ ਦੀ ਭੂਮਿਕਾ ਦੇਖਭਾਲ ਪ੍ਰਦਾਨ ਕਰਨ ਵਾਲੇ ਲੋਕਾਂ ਅਤੇ ਇਸ ਨੂੰ ਪ੍ਰਾਪਤ ਕਰਨ ਵਾਲੇ ਵਿਅਕਤੀ ਦੁਆਰਾ ਆਪਸੀ ਤੌਰ 'ਤੇ ਨਿਰਧਾਰਿਤ ਕੀਤੀ ਜਾਂਦੀ ਹੈ। ਦੇਖਭਾਲ ਕਰਨ ਵਾਲਾ ਉਹ ਕਿੰਨਾ ਸਮਾਂ ਬਿਤਾਉਂਦਾ ਹੈ, ਇਹ ਕਾਫੀ ਸਮਾਂ ਵੀ ਹੋ ਸਕਦਾ ਹੈ, ਪਰ ਪਬਲਿਕ ਸਿਸਟਮ ਦੇ ਹਰ ਘੰਟੇ ਲਈ ਪਰਿਵਾਰ ਜਾਂ ਦੋਸਤ ਦੇਖਭਾਲ ਕਰਨ ਵਾਲੇ ਦੇ ਆਪਣੇ ਸਮੇਂ 'ਚੋਂ 10 ਘੰਟੇ ਦਿੰਦਾ ਹਨ। ਜੇ ਅਸੀਂ ਨੰਬਰ ਦੀ ਗੱਲ ਕਰੀਏ ਤਾਂ ਆਬਾਦੀ ਦੇ ਵਿੱਚੋਂ 28% ਤੱਕ ਦੇ ਲੋਕੀ ਜਾਂ ਫਿਰ 1 ਮਿਲੀਅਨ ਤੋਂ ਵੀ ਜ਼ਿਆਦਾ 1.376 ਮਿਲੀਅਨ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੋਕੀ ਜਿਹੜੇ ਹਨ ਉਹ ਇਸ ਵਿੱਚ ਸ਼ਾਮਲ ਹਨ। ਕਿਸ ਤਰ੍ਹਾਂ ਦਾ ਪ੍ਰਭਾਵ ਜਿਹੜੇ ਹੋ ਸਕਦੇ ਹੈ ਦੇਖਭਾਲ ਕਰਨ ਵਾਲਿਆਂ ਦੀ ਸਿਹਤ ਦੇ ਉੱਪਰ, ਉਹ ਕਾਫੀ ਤਰ੍ਹਾਂ ਦੇ ਹੋ ਸਕਦੇ ਹਨ। ਡਿਪਰੈਸ਼ਨ ਜਾਂ ਚਿੰਤਾਵਾਂ, ਇਨਸੋਮਨੀਆ ਜਿਹਦਾ ਨੀਂਦ ਦਾ ਨਾ ਆਉਣਾ, ਹਾਈਪਰਟੈਂਸ਼ਨ, ਬਲੱਡ ਪ੍ਰੈਸ਼ਰ ਦਾ ਵੱਧ ਜਾਣਾ ਜਾਂ ਪਿੱਠ ਦੀਆਂ ਸੱਟਾਂ, ਇਹ ਆਮ ਤੌਰ 'ਤੇ ਸ਼ਿਕਾਇਤ ਕੀਤੀ ਜਾਂਦੀ ਹੈ ਇਹਨਾਂ ਬਾਰੇ। ਲੰਬੇ ਸਮੇਂ ਦੀਆਂ ਸਥਿਤੀਆਂ ਵਾਲੀਆਂ ਬਿਮਾਰੀਆਂ, ਵੱਧਦਾ ਤਣਾਅ ਅਤੇ ਕਮਜ਼ੋਰ ਇਮਿਊਨ ਸਿਸਟਮ ਵੀ ਹੋ ਸਕਦਾ ਹਨ। ਅਤੇ ਕਿਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਹੋ ਸਕਦੀਆਂ ਨੇ ਉਹ ਦੇਖਭਾਲ ਕਰਨ ਵਾਲਿਆਂ ਦੇ ਤਣਾਅ ਦੀਆਂ। ਆਮ ਤੌਰ 'ਤੇ ਜੇ ਉਹ ਸਟ੍ਰੈਸ ਹੋਵੇ ਕਿਸੇ ਤਰ੍ਹਾਂ ਦੀ, ਉਹਨਾਂ ਨੂੰ ਕਿਸੇ ਤਰੀਕੇ ਨਾਲ ਵੀ ਉਹ ਦਿਖ ਸਕਦੀ ਹੈ। ਉਹਨਾਂ ਵਿੱਚੋਂ ਇੱਕ ਚੀਜ਼ ਹੈਗੀ ਜਿਹੜੀ ਕਿ ਇੱਕ ਇਨਕਾਰਤਾ ਜਿਹੜੀ ਆ ਜਾਂਦੀ ਹੈ। ਉਹ ਆਪਣੀ ਸਟਰਗਲ ਨੂੰ ਪੂਰੀ ਤਰ੍ਹਾਂ ਦਿਖਾ ਨਹੀਂ ਪਾਉਂਦੇ, ਉਹਦੇ ਵਿੱਚ ਉਹਨਾਂ ਨੂੰ ਗੁੱਸਾ ਆ ਸਕਦਾ ਹੈ। ਅਤੇ ਆਮ ਤੌਰ 'ਤੇ ਉਹ ਕਿ ਜਿਹੜੇ ਦੇਖਭਾਲ ਕਰਨ ਵਾਲੇ ਹੁੰਦੇ ਹਨ ਉਹ ਜ਼ਿਆਦਾਤਰ ਲੋਕਾਂ ਵਿੱਚ ਨਹੀਂ ਆਉਂਦੇ ਵਰਤਦੇ। ਉਹਨਾਂ ਵਿੱਚ ਕਿਸ ਤਰ੍ਹਾਂ ਦੀ ਚਿੰਤਾਵਾਂ ਹੋ ਸਕਦੀਆਂ ਨੇ ਅਤੇ ਡਿਪਰੈਸ਼ਨ ਦਾ ਵੀ ਸ਼ਿਕਾਰ ਹੋ ਸਕਦੇ ਨੇ ਅਤੇ ਉਹ ਜ਼ਿਆਦਾ ਥੱਕਾਪਣ ਮਹਿਸੂਸ ਕਰਦੇ ਨੇ। ਅਤੇ ਕੋਵਿਡ ਨੇ ਵੀ ਉਹਦੇ ਵਿੱਚ ਕਾਫੀ ਹਿੱਸਾ ਪਾਇਆ ਹੈ, ਜਿਹਦੇ ਕਰਕੇ ਕਿ ਉਹ ਇਕੱਲਾਪਨ ਮਹਿਸੂਸ ਕਰਦੇ ਨੇ ਅਤੇ ਉਸ ਇਕੱਲੇਪਨ ਦੇ ਕਰਕੇ ਉਹਨਾਂ ਦੇ ਵਿੱਚ ਕੁਝ ਦਿਮਾਗੀ ਤਣਾਅ ਜਿਹੜੀਆਂ ਸਥਿਤੀਆਂ ਨੇ ਉਹ ਵੀ ਉਤਪੰਨ ਹੋ ਜਾਂਦੀਆਂ ਨੇ। ਦੇਖਭਾਲ ਕਰਨ ਵਾਲੇ ਉਹ ਇਸ ਤਰ੍ਹਾਂ ਹੋ ਸਕਦਾ ਹੈ ਕਿ ਉਹ ਪੂਰੇ ਤਰੀਕੇ ਨਾਲ ਆਪਣੇ ਜਜ਼ਬਾਤ ਨਾ ਦਿਖਾ ਸਕਦੇ ਹੋਣ, ਜਿਹੜੇ ਕਿ ਉਹ ਉਸ ਸਮੇਂ ਜੂਝ ਰਹੇ ਹੁੰਦੇ ਨੇ ਅਤੇ ਉਹ ਪੂਰੀ ਤਰ੍ਹਾਂ ਆਪਣੇ ਆਪ ਨੂੰ ਦੱਸ ਨਹੀਂ ਪਾ ਸਕਦੇ ਹੁੰਦੇ। ਉਹ ਕਾਫੀ ਤਰ੍ਹਾਂ ਨਾਲ ਆਪਣੇ ਭਾਵਨਾਤਮਕ ਜਿਹੜੀ ਹੈ ਪ੍ਰਤੀਕਰਮ ਨਹੀਂ ਕਰ ਪਾਉਂਦੇ ਅਤੇ ਉਹਨਾਂ ਦੇ ਵਿੱਚ ਇਕਾਗਰਤਾ ਦੀ ਵੀ ਕਮੀ ਆ ਜਾਂਦੀ ਹੈ। ਉਹ ਇਕਾਗਰਤਾ ਉਹਦੇ ਵਿੱਚ ਨਹੀਂ ਦੱਸ ਪਾਉਂਦੇ ਜਿਹਦੇ 'ਚ ਉਹਨਾਂ ਨੂੰ ਧਿਆਨ ਲਗਾਉਣ ਦੀ ਕੋਈ ਲੋੜ ਪੈਂਦੀ ਹੈ।
ਤੇ ਦੇਖਭਾਲ ਕਰਨ ਵਾਲਿਆਂ ਦੀ ਸਿਹਤ ਵਿੱਚ ਵੀ ਕਾਫੀ ਤਰ੍ਹਾਂ ਦੀਆਂ ਮੁਸ਼ਕਲਾਂ ਆ ਜਾਂਦੀਆਂ ਨੇ, ਜਿਹੜੀ ਕਿ ਆਮ ਲੋਕਾਂ ਨਾਲੋਂ ਕੁਝ ਜ਼ਿਆਦਾ ਹੁੰਦੀਆਂ ਜਾਂ ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇ। ਤੇ ਦੇਖਭਾਲ ਕਰਨ ਵਾਲਿਆਂ ਦੀਆਂ ਕੀ ਲੋੜਾਂ ਹੋ ਸਕਦੀਆਂ ਨੇ, ਇਹ ਬਹੁਤ ਜ਼ਰੂਰੀ ਹੈ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਉਹਨਾਂ ਦੀਆਂ ਕੀ ਲੋੜਾਂ ਹੋ ਸਕਦੀਆਂ ਨੇ। ਇਹ ਬਹੁਤ ਜ਼ਰੂਰੀ ਹੈ ਕਿ ਉਹ ਪਤਾ ਲਗਾਇਆ ਜਾ ਸਕੇ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਦੀ ਕੋਈ ਸਮਰਥਨ ਹੈ ਆਪਣੇ ਦੋਸਤਾਂ, ਪਰਿਵਾਰਾਂ ਤੇ ਭਾਈਚਾਰੇ ਤੋਂ, ਤੇ ਵੀ ਪਤਾ ਲਗਾਇਆ ਜਾ ਸਕੇ ਕਿ ਉਹਨਾਂ ਨੂੰ ਰਾਹਤ ਤੇ ਕੋਈ ਲਾਭ ਮਿਲ ਸਕੇਗਾ ਜਾਂ ਉਹਨਾਂ ਦੇ ਕਨੈਕਸ਼ਨਸ ਕੀ ਨੇ, ਤੇ ਉਹਨਾਂ ਦੀ ਸੀਮਾਵਾਂ ਦਾ ਮਾਣ ਕੀਤਾ ਜਾਣਾ ਚਾਹੀਦਾ ਹੈ। ਵੱਡੀ ਚੁਣੌਤੀ ਜਿਹੜੀ ਹੈ ਕਿ ਦੇਖਭਾਲ ਕਰਨ ਵਾਲਿਆਂ ਦੀ ਉਹ ਇਹ ਹੈ ਕਿ ਉਹ ਇਕੱਲਾਪਨ। ਇਹ ਬਹੁਤ ਮੁਸ਼ਕਿਲ ਹੁੰਦਾ ਹੈ ਆਪਣੇ ਕਨੈਕਸ਼ਨਸ ਨੂੰ ਬਣਾ ਕੇ ਰੱਖਣਾ ਜਦੋਂ ਕਿ ਤੁਸੀਂ ਵਿਵਸਥ ਹੁੰਦੇ ਹੋ, ਤੇ ਤੁਸੀਂ ਆਪਣੇ ਕੰਮ ਦੇ ਵਿੱਚ ਬਹੁਤ ਜ਼ਿਆਦਾ ਵਿਵਸਥ ਹੁੰਦੇ ਹੋ ਜੋ ਤੁਸੀਂ ਕਰ ਰਹੇ ਹੁੰਦੇ ਹੋ ਇੱਕ ਦੇਖਭਾਲ ਕਰਨ ਦੇ ਵਜੋਂ, ਤੇ ਜ਼ਿਆਦਾਤਰ ਸਮੇਂ ਉਹਨਾਂ ਦਾ ਉਹ ਚੀਜ਼ਾਂ ਕਰਨ ਵਿੱਚ ਨਿਕਲ ਜਾਂਦਾ ਹੈ ਜਿਨ੍ਹਾਂ ਵਿੱਚ ਜੋ ਚੀਜ਼ਾਂ ਉਹ ਕਰ ਰਹੇ ਹੁੰਦੇ ਹਨ, ਤੇ ਉਹਦੇ ਕਰਕੇ ਕਿ ਉਹ ਆਪਣੇ ਪਰਿਵਾਰ ਦੇ ਨਾਲ ਜਾਂ ਜਿਹਦੀ ਦੇਖਭਾਲ ਕਰ ਰਹੇ ਹੁੰਦੇ ਨੇ ਉਹਦੇ ਨਾਲ ਕਾਫੀ ਜ਼ਿਆਦਾ ਵਿਵਸਥ ਰਹਿੰਦੇ ਨੇ, ਜਿਹਦੇ ਕਰਕੇ ਕਿ ਉਹ ਆਪਣਾ ਜਿਹੜਾ ਸਮਾਜਿਕ ਕਨੈਕਸ਼ਨਸ ਹੁੰਦੇ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਨਹੀਂ ਨਿਭਾ ਪਾਉਂਦੇ। ਜ਼ਿਆਦਾ ਮੁਸ਼ਕਿਲ ਉਹਦੇ 'ਚ ਹੁੰਦੀ ਹੈ ਕਿ ਉਹ ਆਪਣੀ ਮਦਦ ਮੰਗਣ ਵਾਸਤੇ, ਜਿਹਦੇ ਕਰਕੇ ਕਿ ਜ਼ਿਆਦਾਤਰ ਜਿਹੜੇ ਦੇਖਭਾਲ ਕਰਨ ਵਾਲੇ ਇਸ ਚੀਜ਼ ਦੇ ਉੱਪਰ ਜੂਝ ਰਹੇ ਹੁੰਦੇ ਹਨ, ਤੇ ਜਿੱਦਾਂ ਕਿ ਉਹਨੂੰ ਸਮਾਜ ਦੇ ਵਿੱਚ ਵਿਚਰਨਾ ਪੈਂਦਾ ਹੈ, ਤੇ ਉਹ ਆਮ ਤੌਰ 'ਤੇ ਇਹ ਹਿਚਕਿਚਾਹਟ ਮਹਿਸੂਸ ਕਰਦੇ ਨੇ ਕਿ ਜਦੋਂ ਉਹਨਾਂ ਨੂੰ ਕੋਈ ਮਦਦ ਦੀ ਲੋੜ ਹੁੰਦੀ ਹੈ ਆਪਣੇ ਲਈ, ਤੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਕਿਸੇ ਦੇ ਉੱਪਰ ਬੋਝ ਹੋਣਗੇ, ਤੇ ਇਹ ਜਿਹੜੀ ਦੇਖਭਾਲ ਕਰ ਪਾਉਣੀ ਹੈ ਇਹ ਇਕੱਲੇ ਦਾ ਬਸ ਦੀ ਗੱਲ ਨਹੀਂ ਹੈ। ਇਹਦੇ ਕਰਕੇ ਹੋਰ ਵੀ ਮੁਸ਼ਕਲਾਂ ਆ ਜਾਂਦੀਆਂ, ਜਦ ਖਾਸ ਕਰਕੇ ਤੁਸੀਂ ਇਕੱਲੇ ਕਿਸੇ ਦੀ ਦੇਖਭਾਲ ਕਰ ਰਹੇ ਹੈਗੇ ਹੋ, ਹੋਰ ਵੀ ਮੁਸ਼ਕਲ ਹੋ ਜਾਂਦਾ ਫਿਰ ਉਸ ਵਿੱਚ। ਇੱਕ ਜਿਹੜੀ ਗੱਲ ਮੈਂ ਕਰਨਾ ਚਾਹ ਰਹੀ ਹਾਂ ਉਹ ਹੈਗੀ ਕਿ ਜਿਹੜਾ ਕੇਅਰ ਦਾ ਸਰਕਲ ਹੈਗਾ ਉਹਦੇ ਕੀ ਲਾਭ ਹੋ ਸਕਦੇ ਨੇ, ਤੇ ਸਰਕਲ ਜਿਹੜਾ ਹੈ ਕੇਅਰ ਦਾ ਉਹ ਕੀ ਹੁੰਦਾ ਹੈ। ਉਹ ਇੱਕ ਇਸ ਤਰ੍ਹਾਂ ਦਾ ਸਰਕਲ ਹੈ ਜਿਹੜਾ ਕਿ ਕੇਅਰ ਗਿਵਰ ਆਪਣੇ ਆਪ ਬਣਾਉਂਦਾ ਹੈ, ਜਿਸ ਤਰ੍ਹਾਂ ਦਾ ਉਹ ਸਾਂਭ ਸੰਭਾਲ ਕਰਦਾ ਹੈ ਉਸ ਦੇ ਉੱਪਰ। ਸੋ ਦੇਖਭਾਲ ਕਰਨ ਦੇ ਵਜੋਂ ਉਹ ਕੰਮ ਕਰਦੇ ਹੋਏ ਜੇ ਆਪਣੇ ਕੋਈ ਦਿਮਾਗ ਤੋਂ ਕੋਈ ਚੀਜ਼ਾਂ ਜਿਹੜੀਆਂ ਸੋਚਦਾ ਹੈ ਜਾਂ ਉਹ ਕਿਸ ਤਰ੍ਹਾਂ ਦੀ ਉਹ ਦੇਖਭਾਲ ਕਰਦਾ ਹੈ, ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਹੁੰਦੀਆਂ ਹਨ। ਇਹਦੇ ਨਾਲ ਉਸ ਨੂੰ ਮਦਦ ਮਿਲਦੀ ਹੈ ਕਿ ਉਹ ਆਪਣਾ ਇੱਕ ਸਮਾਜਿਕ ਨੈਟਵਰਕ ਬਣਾ ਸਕੇ, ਅਤੇ ਇਸ ਦੇ ਨਾਲ ਉਹਨਾਂ ਨੂੰ ਉਹਦੇ ਵਿੱਚ ਵੀ ਮਦਦ ਮਿਲਦੀ ਹੈ ਜੇ ਕੋਈ ਉਹਨਾਂ ਦੇ ਆਪਣੇ ਕੋਈ ਜਜ਼ਬਾਤ ਚੱਲ ਰਹੇ ਹਨ, ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਨਜਿੱਠਣਾ ਹੈ ਉਸ ਦੇ ਬਾਰੇ ਵੀ ਉਹਨਾਂ ਨੂੰ ਮਦਦ ਮਿਲਦੀ ਹੈ। ਇਹ ਜਿਹੜਾ ਹੈਲਥ ਕੇਅਰ ਸਿਸਟਮ ਹੈਗਾ ਉਹਦੇ ਉੱਪਰ ਜਿਹੜਾ ਬੋਝ ਹੈਗਾ ਉਸ ਨੂੰ ਵੀ ਘੱਟ ਕਰਨ ਵਿੱਚ ਸਹਾਇਤਾ ਪਹੁੰਚਾ ਸਕਦੀ ਹੈ, ਅਤੇ ਇਹਦੇ ਨਾਲ ਨਾਲ ਜਿਹੜੇ ਕਾਫੀ ਜ਼ਿਆਦਾ ਦੇਖਭਾਲ ਕਰਨ ਵਾਲੇ ਆਪਣੀ ਹੀ ਜਿਹੜੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਹੁੰਦੇ ਹਨ ਉਹਨਾਂ ਦੇ ਵਿੱਚ ਵੀ ਉਸ ਨੂੰ ਨਜਿੱਠਣ ਦੇ ਵਿੱਚ ਇਹ ਸਹਾਇਤਾ ਕਰ ਸਕਦੀ ਹੈ। ਇਹ ਉਹ ਦੋਨਾਂ ਦੀ ਜਿਹੜੀ ਆਪਣੀ ਜ਼ਿੰਦਗੀ ਨੂੰ ਸੁਧਾਰਨ ਵਿੱਚ ਕਾਫੀ ਸਹਾਇਤਾ ਕਰ ਸਕਦੀ ਹੈ, ਜਿਹੜੇ ਕਿ ਦੇਖਭਾਲ ਕਰ ਰਹੇ ਹਨ ਜਾਂ ਫਿਰ ਜਿਹੜੇ ਦੇਖਭਾਲ ਹੋ ਰਹੇ ਹਨ। ਅਤੇ ਇਹਦੇ ਨਾਲ ਨਾਲ ਜਿਹੜੇ ਦੇਖਭਾਲ ਕਰਨ ਵਾਲੇ ਹੈ ਉਹਨਾਂ ਦੀ ਸਮੱਸਿਆਵਾਂ ਦਾ ਅਤੇ ਜਿਹੜੇ ਦੇਖਭਾਲ ਹੋ ਰਹੇ ਹਨ, ਜਿਹੜੇ ਦੇਖਭਾਲ ਲੈ ਰਹੇ ਹਨ ਉਹਨਾਂ ਦੀ ਸਮੱਸਿਆ ਦਾ ਵੀ ਇੱਕ ਅੱਧੇ ਤੌਰ 'ਤੇ ਉਹਨਾਂ ਦਾ ਲਾਭ ਪਹੁੰਚਦਾ ਹੈ ਉਹਨਾਂ ਨੂੰ। ਅਤੇ ਸਰਕਲ ਜਿਹੜਾ ਹੈਗਾ ਕੇਅਰ ਦਾ ਉਹਨੂੰ ਕਿਸ ਤਰ੍ਹਾਂ ਬਣਾਉਂਦੇ ਹਾਂ ਅਸੀਂ? ਫੈਮਿਲੀ ਕੇਅਰ ਗਿਵਰ ਜਿਹੜਾ ਹੈਗਾ BC ਦਾ ਉਸ ਦੇ ਉੱਪਰ ਇਸ ਚੀਜ਼ ਨੂੰ ਦੱਸ ਸਕਦੇ ਹਾਂ ਕਿ ਕਿਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ। ਅਤੇ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਆਪਣੀਆਂ ਲੋੜਾਂ ਦੀ ਪਛਾਣ ਕਰਨੀ ਹੈ ਅਤੇ ਇਹ ਨਿਰਧਾਰਿਤ ਕਰਨਾ ਹੈ ਕਿ ਤੁਸੀਂ ਕਿਸ ਤੋਂ ਮਦਦ ਮੰਗ ਸਕਦੇ ਹੋ, ਅਤੇ ਤੁਸੀਂ ਉਹਦੇ ਬਾਅਦ ਫਿਰ ਪੜਤਾਲ ਕਰਨੀ ਹੈ ਕਿ ਤੁਸੀਂ ਕਿਵੇਂ ਮਦਦ ਮੰਗ ਸਕਦੇ ਹੋ, ਕਿਸ ਤੋਂ ਮਦਦ ਮੰਗ ਸਕਦੇ ਹੋ, ਅਤੇ ਨਾਲੇ ਤੁਸੀਂ ਉਹਦੇ ਬਾਅਦ ਫਿਰ ਤੁਸੀਂ ਉਹਦਾ ਵੈਲਿਊ ਵੀ ਕਰਨੀ ਹੈਗੀ ਜਿਹੜਾ ਕੇਅਰ ਦਾ ਸਰਕਲ ਤੁਸੀਂ ਬਣਾ ਰਹੇ ਹੋ। ਅਤੇ ਇਹਦਾ ਕੀ ਮਤਲਬ ਹੈਗਾ ਕਿ ਜੇ ਕੋਈ ਤੁਹਾਡਾ ਦੋਸਤ ਜਾਂ ਕੋਈ ਤੁਹਾਡਾ ਪਰਿਵਾਰ ਦਾ ਮੈਂਬਰ ਜਿਹੜਾ ਹੈ ਜੇ ਤੁਹਾਨੂੰ ਮਦਦ ਦੀ ਪੇਸ਼ਕਸ਼ੀ ਕਰਦਾ ਹੈ ਤਾਂ ਫਿਰ ਤੁਸੀਂ ਕੀ ਕਰੋਗੇ? ਤੁਸੀਂ ਇਹ ਦੇਖਣਾ ਹੈ ਕਿ ਤੁਹਾਡਾ ਇੱਕ ਪਲਾਨ ਜਿਹੜਾ ਹੈ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਹੈ, ਅਤੇ ਤੁਸੀਂ ਆਪਣੀ ਪੇਸ਼ਕਸ਼ ਜਿਹੜੀ ਹੈ ਉਹਦੇ ਬਾਰੇ ਉਹਦਾ ਪਾਲਣ ਕਰੋ, ਅਤੇ ਇੱਕ ਚੀਜ਼ ਬਾਰੇ ਖਾਸ ਜੋ ਤੁਸੀਂ ਦੱਸਣਾ ਚਾਹ ਰਹੇ ਹੋ ਉਹਦੇ ਬਾਰੇ ਤੁਸੀਂ ਦੱਸੋ ਉਹਨਾਂ ਨੂੰ, ਅਤੇ ਉਹਨਾਂ ਨਾਲ ਬਿਲਕੁਲ ਸਿੱਧੇ ਰਹੋ। ਜੋ ਵੀ ਤੁਸੀਂ ਗੱਲ ਕਹਿਣਾ ਚਾਹੁੰਦੇ ਹੋ ਸਿੱਧੇ ਤੌਰ 'ਤੇ ਉਹਨਾਂ ਨਾਲ ਕਰੋ, ਤਾਂ ਕਿ ਜੋ ਤੁਹਾਨੂੰ ਮਦਦ ਚਾਹੀਦੀ ਹੈ ਉਹ ਸਿੱਧੇ ਤੌਰ 'ਤੇ ਤੁਸੀਂ ਉਹਨਾਂ ਨੂੰ ਮੰਗੋ ਉਹਨਾਂ ਤੋਂ।
ਜੇ ਤੁਸੀਂ ਉਹਨਾਂ ਨੂੰ ਸਿੱਧੇ ਤੌਰ ਤੇ ਪੁੱਛੋਗੇ ਤੇ ਲੋਕੀ ਫਿਰ ਤੁਹਾਡੇ ਨੂੰ ਉਸ ਚੀਜ਼ ਦਾ ਸਹੀ ਦੱਸ ਸਕਣਗੇ ਜੋ ਕਿ ਤੁਸੀਂ ਪੁੱਛਿਆ ਹੈ। ਜਿਹੜੇ ਤੁਹਾਡੀ ਮਦਦ ਵਾਸਤੇ ਆਏ ਹਨ ਉਹਨਾਂ ਦੀ ਕਦਰ ਕਰੋ ਤੇ ਉਹਨਾਂ ਨੂੰ ਪ੍ਰਮਾਣਿਤ ਕਰੋ। ਤੁਸੀਂ ਉਹਨਾਂ ਨੂੰ ਬਾਰ-ਬਾਰ ਦੱਸੋ, ਜਤਾਓ ਕਿ ਉਹਨਾਂ ਨੇ ਕਿਸ ਤਰ੍ਹਾਂ ਤੁਹਾਡੀ ਮਦਦ ਕਰ ਰਹੇ ਹਨ। ਉਹਦੇ ਨਾਲ ਉਹ ਹੋਏਗਾ ਕਿ ਉਹ ਉਤਸ਼ਾਹਿਤ ਹੋਣਗੇ ਤੁਹਾਡੀ ਮਦਦ ਕਰਨ ਵਾਸਤੇ ਤੇ ਫਿਰ ਉਹਦੇ ਬਾਅਦ ਤੁਸੀਂ ਉਹਨਾਂ ਨੂੰ ਪੁੱਛਦੇ ਰਹੋ। ਤੇ ਇਸ ਤਰ੍ਹਾਂ ਫੈਮਿਲੀ ਕੇਅਰ ਗਿਵਰ ਜਿਹੜੀ ਹੈਗੀ ਉਹ ਤੁਹਾਡੀ ਮਦਦ ਕਰ ਸਕਦੀ ਹੈ। ਅਸੀਂ ਤੁਹਾਡੀ ਇਸ ਮਦਦ ਕਰ ਸਕਦੇ ਹਾਂ ਕਿ ਕੇਅਰ ਦਾ ਸਰਕਲ ਕਿਸ ਤਰ੍ਹਾਂ ਬਣਾਉਣਾ ਹੈ। ਅਸੀਂ ਜਿਹੜਾ ਸਪੋਰਟ ਗਰੁੱਪ ਹੈਗਾ ਉਹ ਵੀ ਉਹਦੇ ਵਿੱਚ ਵੀ ਮਦਦ ਕਰ ਸਕਦੇ ਹਨ, ਜਿਹੜੀ ਕਿ ਆਪਾਂ ਕੇਅਰ ਜਿਹੜੇ ਦੇਖਭਾਲ ਕਰਨ ਵਾਲੇ ਦੀ ਬਣਾਉਣੀ ਹੈ। ਸਾਡੇ ਕੋਲ ਕਾਫੀ ਜ਼ਿਆਦਾ ਆਨਲਾਈਨ ਜਿਹੜੇ ਸਰੋਤ ਹੈਗੇ ਹਨ, ਜਿਹੜੇ ਕਿ ਸਾਡੀ ਵੈਬਸਾਈਟ ਹੈਗੀ ਹੈ familycaregiver.bc.ca ਦੇ ਉੱਪਰ। ਇਹ ਸਾਰੀ ਚੀਜ਼ਾਂ ਉਸ ਦੇ ਉੱਪਰ ਉਪਲਬਧ ਹਨ ਤੇ ਤੁਸੀਂ ਇੱਕ ਕੇਅਰ ਗਿਵਰ ਸਪੋਰਟ ਲਾਈਨ ਵੀ ਹੈਗੀ ਉਹਦੇ ਉੱਪਰ, ਜਿਹੜੀ ਕਿ 1877-520-3267। ਇਹ ਸਪੋਰਟ ਲਾਈਨ ਜਿਹੜੀ ਹੈਗੀ ਹੈ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਉਪਲਬਧ ਹੈਗੀ ਹੈ। ਤੁਸੀਂ ਇਸ ਦੇ ਉੱਪਰ ਕਾਲ ਕਰਕੇ ਮੈਸੇਜ ਵੀ ਛੱਡ ਸਕਦੇ ਹੋ ਤੇ ਤੁਹਾਨੂੰ ਕੋਈ 1 ਤੋਂ 2 ਦਿਨ ਦੇ ਵਿੱਚ ਕਾਲ ਬੈਕ ਕਰ ਲੇਗਾ, ਤੁਹਾਨੂੰ ਕਾਲ ਦੁਬਾਰਾ ਕਰਕੇ ਦੱਸ ਦੇਗਾ। ਸਾਡੇ ਕੋਲ ਕੇਅਰ ਗਿਵਰ ਦੀ ਕੋਚਿੰਗ ਜਿਹੜੀ ਹੈਗੀ ਉਹ ਵੀ ਉਪਲਬਧ ਹੈਗੀ ਹੈ, ਜਾਣਕਾਰੀ ਹੈਗੀ ਹੈ, ਨਿਊਜ਼ ਲੈਟਰ ਹੈਗੀਆਂ ਨੇ, ਬਲੌਗਸ ਹੈਗੇ ਨੇ, ਆਰਟੀਕਲਸ ਹੈਗੇ ਨੇ, ਇਹ ਸਾਰੀ ਚੀਜ਼ਾਂ ਉਪਲਬਧ ਹਨ। ਤੇ ਕੁਝ ਸਮਾਗਮ ਹਨ ਸਾਡੇ, ਜਿਹੜੇ ਸਾਡੀਆਂ ਵੀਡੀਓਜ਼ ਹਨ, ਆਡੀਓ ਹਨ, ਜਿਹੜੀਆਂ ਕਿ ਸਾਡੇ ਉਸ ਵੈਬਸਾਈਟ ਦੇ ਉੱਪਰ ਉਪਲਬਧ ਹਨ। ਤੁਸੀਂ ਸਾਡੀ ਵੈਬਸਾਈਟ ਜ਼ਰੂਰ ਤੇ ਉਸ 'ਤੇ ਜਾਓ ਤੇ ਸਾਡੀ ਸਪੋਰਟ ਲਾਈਨ ਦੇ ਉੱਪਰ ਜ਼ਰੂਰ ਤੁਸੀਂ ਜਾਓ ਤੇ ਅਸੀਂ ਇੱਥੇ ਤੁਹਾਡੀ ਮਦਦ ਵਾਸਤੇ ਹਾਂ। ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਕੈਟਲਿਨ ਆਰਚਬੈਲਡ ਹੈ ਕਿ ਮੈਂ ਹਾਰਟ ਤੇ ਸਟ੍ਰੋਕ ਮੈਨੀਟੋਬਾ ਦੇ ਵਿੱਚ ਹੈਲਥ ਪਾਲਿਸੀ ਤੇ ਇੰਗੇਜਮੈਂਟ ਦੀ ਸਪੈਸ਼ਲਿਸਟ ਹੈਗੀ ਹਾਂ। ਮੈਨੂੰ ਅੱਜ ਇੱਥੇ ਤੁਹਾਡੇ ਨਾਲ ਸਾਰਿਆਂ ਨਾਲ ਵਰਚੁਅਲੀ ਜੁੜ ਕੇ ਬਹੁਤ ਹੀ ਆਨੰਦਿਤ ਮਹਿਸੂਸ ਹੋ ਰਿਹਾ। ਮੈਂ ਇੱਥੇ ਗੱਲ ਕਰਨ ਆਈ ਅੱਜ ਤੇ ਤੁਹਾਡੇ ਆਪਣੇ ਜਿਹੜੇ ਪ੍ਰਬੰਧਨ ਦੇ ਬਾਰੇ ਤੇ ਜਾਂ ਫਿਰ ਜਿਹੜਾ ਸਹਿਯੋਗ ਜਿਹੜਾ ਮਿਲ ਸਕਦਾ ਉਹਦੇ ਬਾਰੇ, ਤੇ ਨਾਲ ਅਸੀਂ ਗੱਲ ਕਰਾਂਗੇ ਉਹਦੇ ਸਾਰੇ ਸਰੋਤਾਂ ਬਾਰੇ ਜਿਹੜੇ ਕਿ ਉਪਲਬਧ ਹਨ, ਜਿਹੜੇ ਕਿ ਉਹ ਲੋਕ ਜਿਹੜੇ ਇਹਨਾਂ ਨਾਲ ਦਿਲ ਦੀਆਂ ਜਾਂ ਸਟ੍ਰੋਕ ਦੀਆਂ ਤਕਲੀਫਾਂ ਦੇ ਨਾਲ ਜੂਝ ਰਹੇ ਹਨ ਤੇ ਜਾਂ ਉਹ ਜਿਹੜੇ ਕਿ ਉਹਨਾਂ ਦਾ ਧਿਆਨ ਰੱਖ ਰਹੇ ਹਨ। ਉਹਨਾਂ ਆਪਾਂ ਸਰੋਤਾਂ ਬਾਰੇ ਗੱਲ ਕਰਾਂਗੇ। ਮੇਰੇ ਅਹੁਦੇ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਮੈਂ ਉਹ ਸਾਰਿਆਂ ਦੇ ਨਾਲ ਜੁੜਾਂ ਜਿਹੜੇ ਕਿ ਇਸ ਚੀਜ਼ ਦੇ ਉੱਪਰ ਜਾਂ ਤਾਂ ਉਹ ਆਪਣੇ ਦਿਲ ਦੀ ਜਾਂ ਸਟ੍ਰੋਕ ਦੀ ਤਕਲੀਫ ਦੇ ਨਾਲ ਜੂਝ ਰਹੇ ਹਨ, ਜਾਂ ਉਹ ਲੋਕ ਜਿਹੜੇ ਕਿ ਇਹਨਾਂ ਦਾ ਦੇਖਭਾਲ ਕਰ ਰਹੇ ਹਨ ਜੋ ਇਹਨਾਂ ਤਕਲੀਫਾਂ ਦੇ ਨਾਲ ਜੂਝ ਰਹੇ ਹਨ, ਅਤੇ ਉਹਨਾਂ ਨੂੰ ਸਾਰਿਆਂ ਨੂੰ ਇਸ ਸਰੋਤਾਂ ਦੇ ਬਾਰੇ ਗੱਲ ਕਰੀਏ। ਤੁਸੀਂ ਮੇਰੀ ਇੱਥੇ ਜਾਣਕਾਰੀ ਜਿਹੜੀ ਹੈਗੀ ਹੈ ਉਹ ਤੁਸੀਂ ਲੈ ਸਕਦੇ ਹੋ। ਇੱਥੇ ਤੁਸੀਂ ਦੇਖ ਪਾ ਰਹੇ ਹੋ, ਤੁਸੀਂ ਆਪਣੇ ਕੋਲ ਉਹਨੂੰ ਰੱਖ ਸਕਦੇ ਹੋ ਆਪਣੀ ਜਾਣਕਾਰੀ ਦੇ ਲਈ। ਇਹ ਸਟ੍ਰੋਕ ਦੇ ਜਿਹੜੇ ਕਾਫੀ ਜ਼ਿਆਦਾ ਸਰੋਤ ਹੈਗੇ ਜਿਨ੍ਹਾਂ ਬਾਰੇ ਅਸੀਂ ਥੋੜ੍ਹੀ ਦੇਰ ਬਾਅਦ ਗੱਲ ਕਰਾਂਗੇ, ਸਾਡੇ ਨਾਲ ਕੁਝ ਜਾਣਕਾਰੀ ਸਾਂਝੀ ਕਰਾਂਗੇ ਹੁਣੇ ਥੋੜ੍ਹੀ ਦੇਰ ਬਾਅਦ, ਜਿਹੜੀ ਕਿ ਲੋਕਾਂ ਦੀ ਮਦਦ ਕਰਦੀ ਹੈ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਠੀਕ ਰੱਖਣਾ ਹੈ, ਅਤੇ ਉਹਦੇ ਇਸ ਦੌਰਾਨ ਜਦੋਂ ਕਿ ਉਹ ਇਸ ਇਲਾਜ ਚੱਲ ਰਿਹਾ ਹੁੰਦਾ ਉਦੋਂ ਉਹਨਾਂ ਨੇ ਕੀ ਇਹਦਾ ਧਿਆਨ ਰੱਖਣਾ ਹੈ। ਤੁਸੀਂ ਮੇਰੀ ਜਾਣਕਾਰੀ ਜਿਹੜੀ ਹੈਗੀ ਮੈਨੂੰ ਸੰਪਰਕ ਕਰਨ ਦੀ ਤੁਸੀਂ ਇੱਥੇ ਆਪਣੇ ਕੋਲ ਉਹਦਾ ਨੋਟ ਲੈ ਸਕਦੇ ਹੋ ਅਤੇ ਰੱਖ ਸਕਦੇ ਹੋ। ਅਤੇ ਮੈਂ ਤੁਹਾਡੀ ਖੁਸ਼ੀ ਹੋਵੇ ਕਿ ਮੈਨੂੰ ਜੇ ਤੁਹਾਡੇ ਕੋਈ ਸਵਾਲ ਹੈਗੇ ਨੇ ਇਹਦੇ ਬਾਰੇ, ਉਹ ਅੱਜ ਦੀ ਇਸ ਪੇਸ਼ਕਰੀ ਦੇ ਬਾਅਦ ਆਪਾਂ ਸਾਰੇ ਇਹਦੇ ਬਾਰੇ ਗੱਲ ਕਰ ਸਕਦੇ ਹਾਂ ਜੇ ਕੋਈ ਤੁਹਾਨੂੰ ਪੁੱਛਣਾ ਚਾਹੁੰਦੇ ਹੋ ਜਾਂ ਕੁਝ ਸਰੋਤਾਂ ਬਾਰੇ ਕੋਈ ਗੱਲ ਕਰਨਾ ਚਾਹੁੰਦੇ ਹੋ। ਦਿਲ ਤੇ ਸਟ੍ਰੋਕ ਦੀ ਜਿਹੜੀ ਤਕਲੀਫ ਹੈਗੀ ਉਹ ਪਿਛਲੇ 70 ਸਾਲ ਤੋਂ ਕੈਨੇਡੀਅਨਸ ਦੇ ਵਾਸਤੇ ਇੱਕ ਚੁਣੌਤੀ ਬਣੀ ਹੋਈ ਹੈ। ਸਾਡਾ ਨਜ਼ਰੀਆ ਹੈ ਕਿ ਜਿਹੜੀ ਜੀਵਨ ਹੈ ਉਹ ਦਿਲ ਦੀਆਂ ਅਤੇ ਸਟ੍ਰੋਕ ਦੀਆਂ ਬਿਮਾਰੀਆਂ ਤੋਂ ਨਿਰਵਿਘਨ ਹੋਣਾ ਚਾਹੀਦਾ, ਬਿਨਾਂ ਉਹਦੇ ਤੋਂ ਹੋਣਾ ਚਾਹੀਦਾ ਹੈ। ਅਤੇ ਸਾਡਾ ਜਿਹੜਾ ਮਿਸ਼ਨ ਹੈਗਾ ਉਹੀ ਹੈ ਕਿ ਤੁਹਾਡੀ ਜਿਹੜੀ ਹੈ ਸਿਹਤ ਹੈ ਉਹਨੂੰ ਚੰਗਾ ਬਣਾਇਆ ਜਾਵੇ, ਤੁਹਾਡੀ ਜੀਵਨ ਨੂੰ ਚੰਗਾ ਬਣਾਇਆ ਜਾਵੇ, ਅਤੇ ਤੁਹਾਡੀ ਜਿਹੜੀ ਹੈ ਅੱਗੇ ਬਿਮਾਰੀਆਂ ਜੇ ਹੈਗੀਆਂ ਕੋਈ ਅਤੇ ਉਸ ਤੋਂ ਕਿਸ ਤਰ੍ਹਾਂ ਅਸੀਂ ਬਚ ਸਕਦੇ ਹੈਗੇ ਉਹਦੇ ਬਾਰੇ ਸਾਡਾ ਇਹ ਮਿਸ਼ਨ ਹੈ। ਜਦੋਂ ਤੋਂ ਅਸੀਂ ਇਸ 'ਤੇ ਕੰਮ ਕਰਨਾ ਸ਼ੁਰੂ ਕੀਤਾ ਹੈ 1952 ਤੋਂ ਲੈ ਕੇ ਹੁਣ ਤੱਕ ਅਸੀਂ 1.5 ਬਿਲੀਅਨ ਤੱਕ ਰਿਸਰਚ ਫੰਡਿੰਗ ਦੇ ਉੱਪਰ ਅਸੀਂ ਖਰਚ ਕਰ ਚੁੱਕੇ ਹਾਂ, ਜਿਹੜਾ ਕਿ ਇਸ ਦੇ ਜਿਹੜੀ ਕਿ ਇਹ ਰਿਸਰਚ ਦੇ ਉੱਪਰ ਜਿਹੜੀ ਕੋਈ ਪ੍ਰੋਫਿਟ ਨਹੀਂ ਹੈਗੇ, ਕੈਨੇਡਾ ਦੇ ਸਭ ਤੋਂ ਵੱਡੀ ਇੱਕ ਰਿਸਰਚ ਦੇ ਤੌਰ 'ਤੇ ਖਰਚਾ ਗਿਆ ਹੈ। ਇਹ ਤੁਹਾਡੇ ਸਾਹਮਣੇ ਕੁਝ ਉਦਾਹਰਣ ਹਨ ਜਿਹੜੇ ਕਿ ਹੁਣ ਤੱਕ ਜਿਹੜੇ ਕਿ ਰਿਸਰਚ ਦੇ ਉੱਪਰ ਲਗਾਏ ਗਏ ਹਨ ਇਹ ਪਿਛਲੇ ਕੁਝ ਸਾਲਾਂ ਦੇ ਵਿੱਚ। ਇਹ ਇੱਥੇ ਸਾਰੇ ਕੁਝ ਉਦਾਹਰਣ ਤੁਹਾਨੂੰ ਦਿੱਤੇ ਗਏ ਹਨ ਜਿਹੜੇ ਕਿ ਹੁਣ ਤੱਕ ਪਿਛਲੇ ਕੁਝ ਸਾਲਾਂ ਦੇ ਵਿੱਚ ਹਾਰਟ ਤੇ ਸਟ੍ਰੋਕ ਵਾਲਿਆਂ ਨੇ ਇਸ ਦੇ ਉੱਪਰ ਕੀਤਾ ਹੈ।
ਸਾਡੀ ਸਭ ਤੋਂ ਪਹਿਲੇ ਜਿਹੜੀ ਖੁੱਲ੍ਹੇ ਦਿਲ ਤੇ ਦੀ ਸਰਜਰੀ ਜਿਹੜੀ ਕੀਤੀ ਗਈ ਸੀ ਉਹ 1954 ਵਿੱਚ ਕੀਤੀ ਗਈ ਸੀ ਕੈਨੇਡਾ ਦੇ ਵਿੱਚ, ਜਿਹੜੀ ਕਿ ਤਕਨੀਕ ਜਿਹੜੀ ਹਾਰਟ ਤੇ ਸਟ੍ਰੋਕ ਵਾਲਿਆਂ ਨੇ ਵਰਤੀ ਸੀ ਉਹਨੂੰ ਸਾਂਝਾ ਕੀਤਾ ਗਿਆ ਸੀ ਇਹਦੇ ਵਿੱਚ। 1983 ਦੇ ਵਿੱਚ ਡਾਕਟਰ ਰਾਬਰਟ ਕੋਟੇ ਜਿਹੜੇ ਹੈਗੇ ਉਹਨਾਂ ਨੇ ਇੱਕ ਸਰਜਰੀ ਪਰਫਾਰਮ ਕੀਤੀ ਸੀ ਨਿਊਰੋਲੋਜੀਕਲ ਦੇ ਉੱਪਰ, ਜਿਹੜੀ ਕਿ ਕੈਨੇਡੀਅਨ ਨਿਊਰੋਲੋਜੀਕਲ ਸਕੇਲ ਦੇ ਉੱਪਰ ਦੀ ਤਕਨੀਕ ਵਰਤ ਕੇ ਉਹਨਾਂ ਨੇ, ਜਿਹੜੀ ਕਿ ਹੁਣ ਪੂਰੇ ਦੁਨੀਆ ਦੇ ਵਿੱਚ ਵਰਤੀ ਜਾ ਰਹੀ ਹੈ, ਉਹ ਉਹਨਾਂ ਨੇ ਵਰਤੀ ਸੀ ਇੱਥੇ। ਅਤੇ ਆਖਰ ਦੇ ਵਿੱਚ 2009 ਦੇ ਵਿੱਚ ਇੱਕ ਸਰਜਰੀ ਜਿਹੜੀ ਕਿ ਜਨਮ ਤੋਂ ਪਹਿਲੇ ਦੀ ਕੀਤੀ ਜਾਣ ਵਾਲੀ ਸਰਜਰੀ ਹੈਗੀ ਕਿ ਜਿਹੜੀ ਕਿ ਕੋਈ ਦਿਲ ਦੀਆਂ ਬਿਮਾਰੀਆਂ ਵਾਸਤੇ ਕੀਤੀ ਜਾਂਦੀ ਹੈ, ਉਹ ਕੀਤੀ ਗਈ ਸੀ। ਇਹ ਸਾਰੀ ਜਾਣਕਾਰੀ ਜਿਹੜੀ ਕਿ ਤੁਸੀਂ ਲੈ ਸਕਦੇ ਹੈਗੇ ਹੋ। ਅਸੀਂ ਕੀ ਕਰਦੇ ਹੈਗੇ ਆ, ਉਹ ਜਿਹੜਾ ਟੈਬ ਹੈਗਾ ਜਿਹੜਾ ਹਾਰਟ ਤੇ stroke.ca ਵੈਬਸਾਈਟ ਦੇ ਉੱਪਰ, ਸਭ ਤੋਂ ਪਹਿਲੇ ਜਿੱਥੇ ਤੁਸੀਂ ਜਾ ਸਕਦੇ ਹੈਗੇ ਹੋ ਇਸ ਬਾਰੇ ਜਾਣਕਾਰੀ ਲੈਣ ਵਾਸਤੇ, ਉਹ ਨਿਸ਼ਚਿੰਤ ਹੈ, ਮਤਲਬ ਹਾਰਟ ਤੇ ਸਟ੍ਰੋਕ ਸਾਡੀ ਵੈਬਸਾਈਟ ਜਿਹੜੀ ਹੈ ਉਹਦੇ ਉੱਪਰ ਹੈ। heartstroke.ca ਦੇ ਉੱਪਰ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਇਸ ਸਾਰੇ ਸਰੋਤਾਂ ਬਾਰੇ ਜਾਣਕਾਰੀ ਲੈ ਸਕਦੇ ਹੋ, ਜਿਹੜੀ ਕਿ ਆਸਾਨੀ ਨਾਲ ਤੁਹਾਨੂੰ ਉਹ ਸਾਰੇ ਸਰੋਤਾਂ ਤੇ ਸਾਰੀ ਜਾਣਕਾਰੀ ਮਿਲ ਜਾਏਗੀ ਜਿਹੜੀ ਵੀ ਤੁਸੀਂ ਲੈਣਾ ਚਾਹ ਰਹੇ ਹੋ ਇਹਦੇ ਬਾਰੇ। ਇਸ ਵੈਬਸਾਈਟ ਦੇ ਉੱਪਰ ਤੁਸੀਂ ਦੇਖ ਪਾ ਰਹੇ ਹੋ ਕਿ ਸਭ ਤੋਂ ਉੱਪਰ ਜਿੱਦਾਂ ਕੁਝ ਟੈਬ ਬਣੇ ਹੋਏ ਨੇ, ਜਿੱਦਾਂ ਕਿ ਦਿਲ ਦੀ ਬਿਮਾਰੀਆਂ ਦੇ ਬਾਰੇ, ਸਟ੍ਰੋਕ ਦੇ ਬਾਰੇ, ਜਿਸ ਤਰ੍ਹਾਂ ਆਪਣਾ ਚੰਗਾ ਸਿਹਤ ਕਿੱਦਾਂ ਲੈ ਸਕਦੇ ਹੈਗੇ ਤੁਸੀਂ, ਜਾਂ ਅਸੀਂ ਕੀ ਕਰ ਸਕਦੇ ਹੈਗੇ, ਜਾਂ ਤੁਸੀਂ ਕਿਸ ਤਰ੍ਹਾਂ ਆਪਣੀ ਮਦਦ ਲੈ ਸਕਦੇ ਹੋ। ਜੋ ਵੀ ਤੁਸੀਂ ਇਹਦੇ ਬਾਰੇ ਜਾਣਨਾ ਚਾਹੁੰਦੇ ਹੈਗੇ ਹੋ ਉਹ ਤੁਸੀਂ ਇੱਥੇ ਮਿਲ ਸਕਦੀ ਹੈ ਤੁਹਾਨੂੰ ਉਹਦੀ ਜਾਣਕਾਰੀ। ਤੁਸੀਂ ਇਹ ਵੀ ਧਿਆਨ ਦਿਓਗੇ ਕਿ ਇਹਦੇ ਉੱਪਰ ਅਸੀਂ ਜਿਹੜੀ ਚੀਜ਼ ਦੇ ਉੱਪਰ ਜ਼ਿਆਦਾ ਧਿਆਨ ਕੇਂਦਰਿਤ ਕਰ ਰਹੇ ਹੈਗੇ ਆ ਇਸ ਸਮੇਂ, ਉਹ ਹੈਗਾ ਕਿ ਸਾਡੇ ਜਿਹੜਾ ਸਰੋਤ ਹੈਗਾ ਬੀਡ ਪੋਡਕਾਸਟ ਦਾ, ਵਿੱਚ ਜਿਹੜਾ ਕਿ ਹਾਰਟ ਦੇ ਵਿੱਚ ਫਰਵਰੀ ਦੇ ਮਹੀਨੇ ਦੇ ਵਿੱਚ ਉਹਦੇ ਵਿੱਚ ਇਹ ਚੀਜ਼ ਜਿਹੜੀ ਇਜਾਦ ਕੀਤੀ ਲੋਕਾਂ ਵਾਸਤੇ ਉਪਲਬਧ ਕਰਾਈ ਗਈ ਹੈ, ਜਿਹੜੀ ਕਿ ਉਹ ਸਾਨੂੰ ਇਸ ਚੀਜ਼ ਬਾਰੇ ਦੱਸਦੀ ਹੈ ਕਿ ਆਪਾਂ ਜੇ ਹਾਰਟ ਜਾਂ ਸਟ੍ਰੋਕ ਦੀ ਬਿਮਾਰੀ ਦੇ ਨਾਲ ਜੂਝ ਰਹੇ ਹੈਗੇ ਤਾਂ ਉਹਦੇ ਨਾਲ ਕਿਸ ਤਰ੍ਹਾਂ ਜੀਣਾ ਹੈ, ਜਾਂ ਉਸ ਚੀਜ਼ ਨੂੰ ਕਿਸ ਤਰ੍ਹਾਂ ਤੁਸੀਂ ਉਹਦੇ ਉੱਪਰ ਪਾਰ ਪਾਉਣਾ ਹੈ। ਤੁਸੀਂ ਇਸ ਚੀਜ਼ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ ਹਾਰਟ ਤੇ ਸਟ੍ਰੋਕ ਵੈਬਸਾਈਟ ਦੇ ਉੱਪਰ, ਜਾਂ ਫਿਰ ਜਿੱਥੋਂ ਵੀ ਤੁਹਾਨੂੰ ਇਹ ਪੋਡਕਾਸਟ ਬਾਰੇ ਇਹ ਬੀਟ ਦੀ ਜਾਣਕਾਰੀ ਮਿਲਦੀ ਹੈ ਉੱਥੇ ਇਹ ਜਾਣਕਾਰੀ ਤੁਹਾਡੇ ਵਾਸਤੇ ਜ਼ਰੂਰ ਉਪਲਬਧ ਹੋਏਗੀ। ਪਹਿਲੀ ਜਗ੍ਹਾ ਜਿਸ ਚੀਜ਼ ਦੇ ਬਾਰੇ ਆਪਾਂ ਜ਼ਿਆਦਾ ਧਿਆਨ ਕੇਂਦਰਿਤ ਕਰਦੇ ਹਾਂ ਉਹ ਸਟ੍ਰੋਕ ਦੇ ਵਿੱਚ, ਉਹ ਹੈ ਕਿ ਤੁਹਾਡਾ ਰਿਕਵਰੀ ਅਤੇ ਸਪੋਰਟ, ਜਿਹੜੀ ਕਿ ਕਿਸ ਤਰ੍ਹਾਂ ਤੁਸੀਂ ਇਸ ਚੀਜ਼ ਤੋਂ ਨਿਕਲ ਸਕਦੇ ਹੋ ਅਤੇ ਤੁਹਾਨੂੰ ਕੀ ਸਹਾਇਤਾ ਜਾਂ ਸਹਿਯੋਗ ਮਿਲ ਸਕਦੇ ਨੇ। ਇਹਦੇ ਵਿੱਚ ਤੁਹਾਨੂੰ ਕਾਫੀ ਤਰ੍ਹਾਂ ਦੀ ਜਾਣਕਾਰੀ ਮਿਲ ਜਾਏਗੀ ਕਿ ਤੁਸੀਂ ਕਿਸ ਤਰ੍ਹਾਂ ਆਪਣਾ ਇਲਾਜ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਸਟ੍ਰੋਕ ਦੀ ਤਕਲੀਫ ਹੈਗੀ ਹੈ। ਤੁਹਾਡੀ ਜ਼ਿੰਦਗੀ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ ਸਟ੍ਰੋਕ ਹੋ ਜਾਣ ਦੇ ਬਾਅਦ ਵਿੱਚ, ਅਤੇ ਤੁਸੀਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਦਾ ਸਾਹਮਣਾ ਕਰਦੇ ਹੋ ਅਤੇ ਇਸ 'ਤੇ ਜਦੋਂ ਸਟ੍ਰੋਕ ਹੁੰਦਾ ਜਾਂ ਜਦੋਂ ਤੁਸੀਂ ਇਲਾਜ ਚੱਲ ਰਿਹਾ ਹੁੰਦਾ, ਅਤੇ ਤੁਹਾਡੇ 'ਚ ਕਿਸ ਤਰ੍ਹਾਂ ਦੇ ਸਰੀਰਕ ਤੌਰ 'ਤੇ ਜਿਹੜੇ ਕਿ ਬਦਲਾਵ ਆਉਂਦੇ ਨੇ, ਜਾਂ ਮਾਨਸਿਕ ਤੌਰ 'ਤੇ ਕਿਸ ਤਰ੍ਹਾਂ ਦੇ ਤੁਹਾਡੇ 'ਚ ਬਦਲਾਵ ਆਉਂਦੇ ਨੇ, ਜਾਂ ਤੁਹਾਡੇ ਆਪਣੇ ਰਿਲੇਸ਼ਨਸ਼ਿਪ ਜਿਹੜੇ ਹੈ ਕਿਸੇ ਦੇ ਨਾਲ ਸੰਬੰਧ ਹੈ ਉਹ ਕਿਸ ਤਰ੍ਹਾਂ ਉਹਦੇ ਵਿੱਚ ਕੋਈ ਬਦਲਾਵ ਆਉਂਦਾ ਹੈ, ਜਾਂ ਤੁਸੀਂ ਕੰਮ 'ਤੇ ਵਾਪਸ ਜਾਣਾ ਚਾਹੁੰਦੇ ਹੋ ਅਤੇ ਉਹਦੇ ਵਿੱਚ ਕਿਸ ਤਰ੍ਹਾਂ ਤੁਸੀਂ ਜਾ ਸਕਦੇ ਹੋ, ਅਤੇ ਨਾਲ ਦੀ ਨਾਲ ਕਾਨੂੰਨੀ ਤੌਰ 'ਤੇ ਜਾਂ ਪੈਸੇ ਦੀ ਤੌਰ 'ਤੇ ਤੁਹਾਨੂੰ ਕੀ ਮੁਸ਼ਕਲਾਂ ਆ ਸਕਦੀਆਂ ਨੇ ਇਹਦੇ ਬਾਰੇ। ਪਹਿਲੀ ਚੀਜ਼ ਜਿਹੜੀ ਹੈ ਰਿਕਵਰੀ ਅਤੇ ਸਪੋਰਟ ਟੈਬ ਦੇ ਵਿੱਚ ਜਿਹੜੀ ਤੁਸੀਂ ਦੇਖੋਗੇ ਉਹ ਸਾਡੀ ਗਾਈਡ ਬੁੱਕ ਹੈ। ਗਾਈਡ ਬੁੱਕ ਦੇ ਵਿੱਚ ਤੁਸੀਂ ਚਾਹੋਗੇ ਅਤੇ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੀ ਜਿਹੜੀ ਸਟ੍ਰੋਕ ਦੀ ਯਾਤਰਾ ਹੈ ਉਹ ਕਿਸ ਤਰ੍ਹਾਂ ਦੀ ਹੈ। ਇਹ ਬੁੱਕਲੈਟ ਜਿਹੜੀ ਹੈਗੀ ਹੈ ਤੁਸੀਂ ਡਾਊਨਲੋਡ ਵੀ ਕਰ ਸਕਦੇ ਹੈਗੇ ਉਹ ਵੈਬਸਾਈਟ ਦੇ ਉੱਪਰ, ਜਾਂ ਫਿਰ ਤੁਸੀਂ ਪੇਪਰ ਕਾਪੀ ਜਿਹੜੀ ਹੈ ਉਹ ਵੀ ਆਰਡਰ ਕੀਤੀ ਜਾ ਸਕਦੀ ਹੈ ਇੱਥੋਂ। ਇਹ ਜਿਹੜੀ ਕਿਤਾਬ ਹੈ ਇਹਦੇ ਬਾਰੇ ਦੱਸਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਸਟ੍ਰੋਕ ਦੇ ਬਾਰੇ ਸਮਝ ਰੱਖ ਸਕਦੇ ਹੋ ਕਿ ਕੀ ਚੀਜ਼ ਹੈ, ਜਾਂ ਸਟ੍ਰੋਕ ਦੇ ਬਾਰੇ ਕਿਸ ਤਰ੍ਹਾਂ ਤੁਸੀਂ ਆਪਣਾ ਧਿਆਨ ਰੱਖ ਸਕਦੇ ਹੋ, ਇਸ ਤੋਂ ਬਚਾਅ ਕਿੱਦਾਂ ਕਰ ਸਕਦੇ ਹੋ, ਇਹਦੇ ਨਾਲ ਜਿਹੜੇ ਬਦਲਾਵ ਆਉਂਦੇ ਤੁਸੀਂ ਉਹਦੇ ਨਾਲ ਕਿੱਦਾਂ ਜੀ ਸਕਦੇ ਹੋ, ਅਤੇ ਨਾਲ ਦੀ ਨਾਲ ਹੀ ਤੁਸੀਂ ਕੰਮ 'ਤੇ ਵਾਪਸ ਜਾਣਾ ਹੈ ਉਹਦੇ ਬਾਰੇ ਵੀ ਤੁਸੀਂ ਇਸ ਜਾਣਕਾਰੀ ਇਸ ਬੁੱਕ ਤੋਂ ਮਿਲ ਸਕਦੇ ਹੋ। ਹੋਰ ਵੀ ਕਾਫੀ ਚੀਜ਼ਾਂ ਨੇ ਜਿਹੜੀਆਂ ਇਸ ਬੁੱਕ 'ਚੋਂ ਜਾਣਕਾਰੀ ਮਿਲ ਸਕਦੀ ਹੈਗੀ ਤੁਹਾਨੂੰ, ਜਿਹਦੇ ਨਾਲ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਪੂਰੀ ਚੰਗੀ ਤਰ੍ਹਾਂ ਜੀ ਸਕਦੇ ਹੈਗੇ ਹੋ ਇਹ ਸਟ੍ਰੋਕ ਹੋਣ ਦੇ ਬਾਅਦ। ਜੇ ਕੋਈ ਇਸ ਚਾਹੁੰਦਾ ਹੈ ਕਿ ਪੇਪਰ ਦੀ ਜਿਹੜੀ ਕਾਪੀ ਹੈਗੀ ਉਹ ਕਾਗਜ਼ੀ ਸਰੋਤ ਜਿਹੜਾ ਹੈ ਇਹ ਮੰਗਵਾਉਣਾ ਹੈਗਾ ਅਤੇ ਲੈਣਾ ਹੈ ਇਸ ਤੋਂ, ਜਿਹੜਾ ਕੋਈ ਇਹ ਕਾਪੀ ਮੰਗਵਾਉਣਾ ਚਾਹੁੰਦਾ ਹੈ ਉਹ ਇਹ ਫਾਰਮ ਨੂੰ ਭਰ ਸਕਦਾ ਹੈਗਾ, ਜਿਹੜਾ ਤੁਹਾਡੇ ਫਾਰਮ ਸਾਹਮਣੇ ਦਿਖਾਇਆ ਜਾ ਰਿਹਾ ਹੈ। ਇੰਗਲਿਸ਼ ਜਾਂ ਫਰੈਂਚ ਦੇ ਵਿੱਚ ਭਰਿਆ ਜਾ ਸਕਦਾ ਹੈ, ਜਿਹੜਾ ਕਿ ਸਟ੍ਰੋਕ ਦੀ ਰਿਕਵਰੀ ਜਿਹੜੀ ਹੈਗੀ ਉਹਦੇ ਬਾਰੇ ਜਾਣਕਾਰੀ ਦੇ ਕੇ, ਜਾਂ ਤੁਹਾਡੇ ਦਿਲ ਦੀ ਧੜਕਣ ਦੀ ਜਿਹੜੀ ਤਕਲੀਫ ਹੈਗੀ ਉਹਦੇ ਬਾਰੇ ਜਾਣਕਾਰੀ ਦੇ ਕੇ, ਉਹਦੇ ਬਚਾਅ ਬਾਰੇ ਇਹ ਸਾਰਾ ਕੁਝ ਤੁਸੀਂ ਭਰ ਕੇ ਭੇਜ ਸਕਦੇ ਹੋ। ਇਹ ਆਰਡਰ ਫਾਰਮ ਜਿਹੜਾ ਹੈਗਾ ਸਾਡੀ ਵੈਬਸਾਈਟ ਦੇ ਉੱਪਰ ਉਪਲਬਧ ਹੈਗਾ, ਤੁਸੀਂ ਉੱਥੋਂ ਲੈ ਸਕਦੇ ਹੋ, ਜਾਂ ਫਿਰ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ, ਮੈਂ ਤੁਹਾਨੂੰ ਭੇਜ ਸਕਦੀ ਹਾਂ ਜੇ ਤੁਹਾਨੂੰ ਇਸ ਚੀਜ਼ ਦੀ ਲੋੜ ਹੈ। ਤੇ
ਹਾਰਟ ਤੇ ਸਟ੍ਰੋਕ ਕੈਨਤ ਜਿਹੜੀ ਹੈਗੀ ਹੈ ਉਹ ਨਾਲ ਦੀ ਨਾਲ ਜਿਹੜਾ ਕੈਨੇਡੀਅਨ ਸਟ੍ਰੋਕ ਬੈਸਟ ਪ੍ਰੈਕਟਿਸ ਵਾਲੇ ਹੈਗੇ ਵਧੀਆ ਅਭਿਆਸ ਵਾਲੇ ਉਹ ਉਹਨਾਂ ਦੀ ਸਾਈਟ ਵੀ ਦੇਖਦੀ ਹੈ। ਉਹਦੇ ਉੱਪਰ ਵੀ ਸਰੋਤਾਂ ਦੇ ਬਾਰੇ ਜਾਣਕਾਰੀ ਮਿਲ ਸਕਦੀ ਹੈ ਤੁਹਾਨੂੰ ਜੇ ਕੋਈ ਜਿਹੜਾ ਕੋਈ ਇਸ ਚੀਜ਼ ਦੇ ਨਾਲ ਜੂਝ ਰਿਹਾ ਹੈਗਾ ਜਾਂ ਉਹ ਦੇਖਭਾਲ ਕਰਨ ਵਾਲਾ ਹੈ। ਇਹਦੇ ਬਾਰੇ ਆਪਾਂ ਥੋੜ੍ਹੀ ਦੇਰ ਬਾਅਦ ਹੋਰ ਜ਼ਿਆਦਾ ਵਿਸਤਾਰ ਵਿੱਚ ਗੱਲ ਕਰਦੇ ਹਾਂ। ਉਦਾਹਰਨ ਦੇ ਤੌਰ 'ਤੇ ਸਾਡੇ ਕੋਲ ਜਿਹੜੀ ਬਚਾਓ ਦੀ ਹੋਰ ਦੂਸਰੀ ਜਿਹੜੀ ਹੈਗੀ ਹੈ ਇੱਕ ਤਕਨੀਕ ਜਿਹੜੀ ਉਹਨੂੰ ਬਚਾਓ ਕਰਨ ਦੀ ਉਹ ਵੀ ਉਪਲਬਧ ਹੈ ਜਿਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਤੁਸੀਂ ਆਪਣੀ ਸਟ੍ਰੋਕ ਤੋਂ ਜੇ ਰਿਕਵਰ ਕਰਦੇ ਹੋ ਠੀਕ ਹੁੰਦੇ ਹੋ ਅਤੇ ਉਸ ਨੂੰ ਕਿਸ ਤਰ੍ਹਾਂ ਉਹਦੇ ਬਾਰੇ ਜਾਣਕਾਰੀ ਹੈ ਸਾਰੀ। ਅਤੇ ਨਾਲ ਇਹਦੇ ਹੋਰ ਉਹ ਵੀ ਜਾਣਕਾਰੀ ਹੈ ਕਿ ਤੁਸੀਂ ਦੂਸਰੇ ਆਪਣੇ ਸਟ੍ਰੋਕ ਦੇ ਜਿਹੜਾ ਅਟੈਕ ਨੂੰ ਕਿਸ ਤਰ੍ਹਾਂ ਤੁਸੀਂ ਰੋਕ ਸਕਦੇ ਹੋ ਜਾਂ TIA ਬਾਰੇ ਕਿਸ ਤਰ੍ਹਾਂ ਤੁਸੀਂ ਇਹਦੇ ਤੋਂ ਬਚਾਓ ਕਰ ਸਕਦੇ ਹੋ। ਅਤੇ ਇਹਦੇ ਨਾਲ ਤੁਹਾਨੂੰ ਇੱਕ ਚੈੱਕਲਿਸਟ ਵੀ ਮਿਲ ਸਕਦੀ ਉਹਦੇ ਉੱਪਰ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਪ੍ਰਬੰਧਨ ਕਰ ਸਕਦੇ ਹੋ ਆਪਣੇ ਮੈਨੇਜ ਕਰ ਸਕਦੇ ਹੋ ਸਟ੍ਰੋਕ ਦੇ ਬਾਅਦ ਵਿੱਚ, ਜਿਹਦੇ ਵਿੱਚ ਇਹ ਵੀ ਗੱਲ ਕੀਤੀ ਗਈ ਕਿ ਤੁਸੀਂ ਆਪਣੇ ਕਿਸ ਤਰ੍ਹਾਂ ਸਰੀਰਕ ਤੌਰ 'ਤੇ ਜੋ ਗਤੀਵਿਧੀਆਂ ਹੈਗੀਆਂ ਉਹ ਸੇਫ ਕਿਸ ਤਰ੍ਹਾਂ ਕਰ ਸਕਦੇ ਹੋ ਅਤੇ ਆਪਣੇ ਚਮੜੀ ਦਾ ਧਿਆਨ ਕਿਸ ਤਰ੍ਹਾਂ ਰੱਖ ਸਕਦੇ ਹੈਗੇ, ਖਾਣ ਪੀਣ ਦਾ ਧਿਆਨ ਕਿਸ ਤਰ੍ਹਾਂ ਰੱਖ ਸਕਦੇ ਹੋ, ਨਹਾਉਣਾ ਧੋਣਾ ਅਤੇ ਕੋਈ ਚੀਜ਼ ਨੂੰ ਅੰਗਨ ਆਉਣਾ ਬੋਲਣਾ ਦੇਖਣਾ ਇਹ ਸਾਰੀਆਂ ਚੀਜ਼ਾਂ ਅਤੇ ਹੋਰ ਇਹਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਅਤੇ ਅੱਗੇ ਚੱਲ ਕੇ ਕੁਛ ਹੋਰ ਜਾਣਕਾਰੀ ਹੈਗੀ ਕਿ ਪੁਨਰਵਾਸ ਅਤੇ ਰਿਕਵਰੀ ਗਾਈਡ ਦੇ ਉੱਪਰ ਜਿਹੜੀ ਕਿ ਕਿਸ ਤਰ੍ਹਾਂ ਤੁਸੀਂ ਇਹਦੇ ਬਾਅਦ ਕਰ ਸਕਦੇ ਹੋ। ਤੁਸੀਂ ਇਸ ਵੈਬਸਾਈਟ ਦੇ ਉੱਪਰ ਪੂਰੀ ਸਾਰਾ ਕੁਝ ਚੰਗੀ ਤਰ੍ਹਾਂ ਖੋਜਬੀਨ ਕਰ ਸਕਦੇ ਹੋ। ਜੋ ਵੀ ਤੁਹਾਨੂੰ ਸਰੋਤ ਕਿਸ ਤਰ੍ਹਾਂ ਦੇ ਵੀ ਚਾਹੀਦੇ ਆ ਉਹ ਇੱਥੇ ਤੁਹਾਨੂੰ ਜਾਣਕਾਰੀ ਮਿਲ ਜਾਏਗੀ। ਅਤੇ ਇਹ ਸਾਰੇ ਸਰੋਤ ਜਿਹੜੇ ਹੈਗੇ ਹੈ ਉਹ ਜਿਹੜੇ ਮਰੀਜ਼ ਹੈਗੇ ਹੈ ਜਾਂ ਮਰੀਜ਼ਾਂ ਦੀ ਦੇਖਭਾਲ ਕਰਨ ਵਾਲੇ ਹੈਗੇ ਜਾਂ ਉਹਨਾਂ ਦੇ ਜਿਹੜੇ ਕੇਅਰ ਗਿਵਰ ਹੈਲਥ ਕੇਅਰ ਪ੍ਰੋਵਾਈਡਰ ਹੈਗੇ ਜਿਹੜੇ ਉਹਨਾਂ ਦੀ ਸਿਹਤ ਨੂੰ ਧਿਆਨ ਰੱਖਦੇ ਹੈਗੇ ਹਨ ਉਹਨਾਂ ਸਾਰਿਆਂ ਵਾਸਤੇ ਇੱਥੇ ਸਰੋਤ ਉਪਲਬਧ ਹਨ। ਉਹ ਸਾਰਿਆਂ ਵਾਸਤੇ ਜੇ ਬੱਚਿਆਂ ਵਿੱਚ ਜੇ ਨੌਜਵਾਨਾਂ ਵਿੱਚ ਜਾਂ ਕੋਈ ਦੂਸਰੀ ਉਮਰ ਦੇ ਕਿਸੇ ਵੀ ਲੋਕਾਂ ਵਿੱਚ ਜਿਹੜੇ ਸਟ੍ਰੋਕ ਹੁੰਦੇ ਆ ਉਹਨਾਂ ਸਾਰਿਆਂ ਵਾਸਤੇ ਇੱਥੇ ਜਾਣਕਾਰੀ ਉਪਲਬਧ ਹੈ। ਅਤੇ ਪੇਪਰ ਸਰੋਤ ਦੇ ਨਾਲ ਸਾਡੇ ਕੋਲ ਜਿਹੜੀ ਕਿ ਔਨਲਾਈਨ ਸਪੋਰਟ ਵੀ ਹੈਗੀ ਹੈ ਜਿਹੜੇ ਕੰਮ ਕਰਦੇ ਨੇ ਉਹਨਾਂ ਵਾਸਤੇ ਜਿਹੜੀ ਕਿ ਕਹੀ ਜਾਂਦੀ ਹੈ ਸਰਵਾਈਵਰ ਜਿਹੜੇ ਹੈਗੇ ਕਮਿਊਨਿਟੀ ਦੇ ਉਹਨਾਂ ਵਾਸਤੇ ਜੋ ਲੋਕ ਇਸ ਨਾਲ ਜੂਝ ਰਹੇ ਹਨ ਮਰੀਜ਼ ਹਨ ਜੋ ਇਹਨਾਂ ਦੀ ਦੇਖਭਾਲ ਕਰਦੇ ਹਨ ਉਹਨਾਂ ਸਾਰਿਆਂ ਵਾਸਤੇ ਸਰੋਤ ਜਿਹੜੇ ਇੱਥੇ ਉਪਲਬਧ ਹਨ। ਇੱਕ ਪ੍ਰਾਈਵੇਟ ਔਨਲਾਈਨ ਕਮਿਊਨਿਟੀ ਜਿਹੜੀ ਕਿ ਇੱਕ ਦੂਜੇ ਦੀ ਮਦਦ ਵਾਸਤੇ ਬਣਾਈ ਗਈ ਹੈ ਅਤੇ ਹਾਰਟ ਸਟ੍ਰੋਕ ਦੇ ਫੇਸਬੁੱਕ ਦੇ ਉੱਪਰ ਵੀ ਉਪਲਬਧ ਹੈ। ਜਿਹੜਾ ਵੀ ਚਾਹੁੰਦਾ ਹੈ ਕਿ ਇਸ ਚੀਜ਼ ਨੂੰ ਜੁਆਇਨ ਕਰਨਾ ਉਹ ਅਪਲਾਈ ਕਰ ਸਕਦਾ ਸਾਡੀ ਵੈਬਸਾਈਟ ਦੇ ਥਰੂ ਜਾ ਕੇ। ਤੁਸੀਂ ਜਿਹੜਾ ਦੇਖਭਾਲ ਕਰਨ ਵਾਲਾ ਜਾਂ ਕੋਈ ਮਰੀਜ਼ ਜਿਹੜਾ ਹੈਗਾ ਜਾਂ ਕੋਈ ਜਿਹੜਾ ਤੁਹਾਡਾ ਇਲਾਜ ਕਰਨ ਵਾਲਾ ਹੈ ਉਸ ਗਰੁੱਪ ਦੇ ਵਿੱਚੋਂ ਅਤੇ ਐਪਲੀਕੇਸ਼ਨ ਜਿਹੜਾ ਹੈਗਾ ਉਹਦਾ ਪ੍ਰੋਸੈਸ ਜਿਹੜਾ ਕਿ ਬੜਾ ਹੀ ਸਰਲ ਹੈਗਾ ਸਿੱਧਾ ਹੈਗਾ ਤੁਸੀਂ ਉੱਥੇ ਜਾਣਕਾਰੀ ਲੈ ਸਕਦੇ ਹੋ। ਕਮਿਊਨਿਟੀ ਕਨੈਕਟ ਨਿਊਜ਼ ਲੈਟਰ ਇੱਕ ਹੋਰ ਜਿਹੜਾ ਸਰੋਤ ਹੈਗਾ ਇੱਕ ਬੜਾ ਵਧੀਆ ਜਿਹੜਾ ਕਿ ਜਿਹਦੇ ਨਾਲ ਕਿ ਤੁਸੀਂ ਆਪਣੀ ਕਮਿਊਨਿਟੀ ਦੇ ਨਾਲ ਕਨੈਕਟ ਰਹਿ ਸਕਦੇ ਹੈਗੇ ਹੋ ਇਸ ਦੇ ਦੁਆਰਾ। ਅਤੇ ਇਸ ਦੇ ਉੱਪਰ ਤੁਸੀਂ ਕੋਈ ਨਵੀਂ ਜਾਣਕਾਰੀ ਜਾਂ ਨਵੇਂ ਸਰੋਤਾਂ ਦੇ ਬਾਰੇ ਤੁਸੀਂ ਜਾਣਕਾਰੀ ਲੈ ਸਕਦੇ ਹੈਗੇ। ਇਹ ਤੁਸੀਂ ਨਿਊਜ਼ ਲੈਟਰ ਵੀ ਜਿਹੜਾ ਹੈਗਾ ਉਹਦੇ ਨਾਲ ਵੀ ਕਨੈਕਟ ਹੋ ਸਕਦੇ ਹੋ ਤੁਸੀਂ ਜੇ ਕੋਈ ਮਰੀਜ਼ ਹੋ ਜਾਂ ਦੇਖਭਾਲ ਕਰਨ ਵਾਲੇ ਹੋ ਜਾਂ ਕੋਈ ਹੈਲਥ ਕੇਅਰ ਪ੍ਰੋਵਾਈਡਰ ਹੈਗੇ ਉਹਦੇ ਵਿੱਚ ਵੀ ਇਹ ਵੀ ਤੁਸੀਂ ਇਸ ਚੀਜ਼ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਆਖਰੀ ਸਰੋਤ ਜਿਹਦੇ ਬਾਰੇ ਆਪਾਂ ਗੱਲ ਕਰਾਂਗੇ ਉਹ ਹਾਰਟ ਐਂਡ ਸਟ੍ਰੋਕ ਦੇ ਉੱਪਰ ਹੈਗੀ ਜਿਹੜੀ ਉਹ ਹੈ ਲਿਵਿੰਗ ਵਿਦ ਸਟ੍ਰੋਕ ਦੇ ਨਾਲ ਤੁਸੀਂ ਕਿਸ ਤਰ੍ਹਾਂ ਰਹਿਣਾ ਹੈ ਜਾਂ ਉਹਦੇ ਨਾਲ ਕਿਸ ਤਰ੍ਹਾਂ ਜੀਣਾ ਹੈਗਾ ਉਹ ਪ੍ਰੋਗਰਾਮ ਦੇ ਬਾਰੇ। ਇਹ ਪ੍ਰੋਗਰਾਮ ਪਹਿਲੇ ਜਾਤੀ ਤੌਰ 'ਤੇ ਚੱਲਦਾ ਸੀ ਪੂਰੇ ਕੈਨੇਡਾ ਦੇ ਵਿੱਚ ਪਰ ਹੁਣ ਅੱਜ ਕੱਲ੍ਹ ਜਿਹੜਾ ਇਹ ਵਰਚੁਅਲ ਪ੍ਰੋਗਰਾਮ ਚੱਲ ਰਿਹਾ ਹੈਗਾ ਕੁਝ ਸਮੇਂ ਤੋਂ। ਇਹ ਜਿਹੜਾ ਹੈਗਾ ਕਿ ਸਟ੍ਰੋਕ ਦੇ ਨਾਲ ਜੀਣਾ ਤੁਸੀਂ ਇਸ ਪ੍ਰੋਗਰਾਮ ਜਿਹੜਾ 8 ਹਫ਼ਤੇ ਦਾ ਪ੍ਰੋਗਰਾਮ ਹੈ ਪੂਰਾ ਜਿਹਦੇ ਵਿੱਚ ਕੀ ਸਿਖਾਇਆ ਜਾਂਦਾ ਦੱਸਿਆ ਜਾਂਦਾ ਕਿ ਤੁਸੀਂ ਕਿਸ ਤਰ੍ਹਾਂ ਇਹਦੇ ਨਾਲ ਚੱਲਣਾ ਹੈ ਕਿਸ ਤਰ੍ਹਾਂ ਇਹਨੂੰ ਪ੍ਰਬੰਧ ਕਰਨਾ ਹੈ ਅਤੇ ਉਹ ਜੇ ਹੋ ਜਾਂਦਾ ਤਾਂ ਉਹਦੇ ਨਾਲ ਕੀ ਤੁਹਾਨੂੰ ਸਾਰੇ ਉਹ ਜਾਣਕਾਰੀ ਅਤੇ ਸਿਖਲਾਈ ਦਿੱਤੀ ਜਾਂਦੀ ਹੈ ਇਸ ਪ੍ਰੋਗਰਾਮ ਦੇ ਦੌਰਾਨ ਉਸ 8 ਹਫ਼ਤਿਆਂ ਦੇ ਵਿੱਚ। ਹਾਰਟ ਸਟ੍ਰੋਕ ਵਾਲੇ ਸਾਡਾ ਟੀਚਾ ਹੈਗਾ ਕਿ ਇਸ ਪ੍ਰੋਗਰਾਮ ਨੂੰ ਦੁਬਾਰਾ ਤੋਂ ਅਸੀਂ ਜਾਤੀ ਤੌਰ 'ਤੇ ਲੈ ਕੇ ਆਈਏ ਜਿਹੜਾ ਕਿ ਅਸੀਂ ਪਹਿਲੇ ਵੀ ਚੱਲਦਾ ਸੀਗਾ ਤਾਂ ਕਿ ਪੂਰੀ ਸਹਾਇਤਾ ਅਤੇ ਮਦਦ ਮਿਲ ਸਕੇ ਜਿਨ੍ਹਾਂ ਨੂੰ ਇਸ ਦੀ ਲੋੜ ਹੈ। ਜਿਹੜਾ ਵੀ ਇਸ ਪ੍ਰੋਗਰਾਮ ਨੂੰ ਸ਼ਾਮਿਲ ਹੋਣਾ ਚਾਹੁੰਦਾ ਇਹਦੇ ਵਿੱਚ ਉਹ ਤੁਸੀਂ ਔਨਲਾਈਨ ਤੁਸੀਂ ਅਪਲਾਈ ਕਰ ਸਕਦੇ ਹੈਗੇ ਅਤੇ ਤੁਹਾਡੀ ਵੇਟਿੰਗ ਲਿਸਟ ਵਿੱਚ ਨਾਮ ਪਾ ਦਿੱਤਾ ਜਾਏਗਾ ਤਾਂ ਅਸੀਂ ਤੁਹਾਨੂੰ ਸੰਪਰਕ ਕਰਾਂਗੇ ਜਦੋਂ ਵੀ ਇਹ ਪ੍ਰੋਗਰਾਮ ਉਪਲਬਧ ਹੋਏਗਾ ਉਸ ਦੇ ਨੇੜੇ ਜਾ ਕੇ। ਕਿਰਪਾ ਕਰਕੇ ਜੇ ਤੁਹਾਡਾ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਸਵਾਲ ਹੋਵੇ ਇਸ ਪੇਸ਼ਕਾਰੀ ਦੇ ਬਾਰੇ ਜੋ ਵੀ ਅਸੀਂ ਇਸ ਜਾਣਕਾਰੀ ਪ੍ਰਦਾਨ ਕੀਤੀ ਹੈ ਤੁਸੀਂ ਮੈਨੂੰ ਸਵਾਲ ਜਿਹੜੇ ਹੈ ਤੁਸੀਂ ਈਮੇਲ ਕਰ ਸਕਦੇ ਹੋ caitlin.archibald@heartstroke.ca ਦੇ ਉੱਪਰ ਜਾਂ ਮੇਰਾ ਫ਼ੋਨ ਨੰਬਰ ਹੈ 2049263131।
तो मैंने खुशी होएगी किसी तरह का भी कोई लिंक जो थोड़ा जरूरत हैगी इस लिंक में मैं थोड़ा भेज सकां सीधे, या कोई किसी तरह का भी थोड़ा कोई सवाल है उस सवाल का मैं जवाब थोड़ा दे सकां जी थोड़े कोई पुछना चाहते हो तो हार्ट स्ट्रोक के बारे। तो मेहरबानी जी थोड़ा इतने सारे का अज जुड़न के नाल इस पेशकारी के बाद धन्यवाद। सीनियर्स गाइड जी पंजाबी ते इंग्लिश में भी हैगी, दोनों तुसी उस चीज़ को वाच कर सकते हो। जेडे कम्यूनिटी कोई भी जेड़ा प्रोग्राम है वो बिना कम्यूनिटी पार्टनर्स तो नहीं होंदा। सो जेडे साडे सारे कम्यूनिटी पार्टनर्स ने उन्हां दा ते मीडिया पार्टनर्स दा असीं बहुत धन्नवाद करने हैं कि उन्होंने सानू बहुत सहयोग दिता। इस कोविड-19 दे विच बड़ी मुश्किल है कि फिजिकली प्रोग्राम नहीं सी हो सकता जदों असीं ऑर्गेनाइज कीता सी, पर मीडिया ने साडी बहुत मदद की है ते उन्हां सारिਆਂ ਦਾ बहुत धन्यवाद। उन्हां सारिਆਂ ਨੂੰ पता भी कौन ने, बाकियां दी साडी इत्थे लिस्ट असीं शो कर दांगे। फिर इस तो इलावा जेडे ना मैं समझना भी कोई भी जेडी ऑर्गेनाइजेशन है, कोई भी जेड़ा फंक्शन है ਉਹਦੇ ਪਿੱਛੇ ਜਿਹੜਾ ਮੇਨ ਜਿਹੜਾ ਕੰਮ ਕਰਨ ਵਾਲੇ ਹੁੰਦੇ ਨੇ ਉਹ ਸਾਡੀ ਹੈਗੀ ਇੱਥੇ ਆਈਕॉन ਦੀ ਜਿਹੜੀ ਟੀਮ ਹੈ ਤੇ ਨਿਊ ਟੀਮ ਆਈਕॉन ਦੀ ਉਹਨਾਂ ਨੇ ਐਕਸਲੈਂਟ ਜੌਬ ਕੀਤਾ, ਲੀਡਰਸ਼ਿਪ ਉਹਨਾਂ ਨੇ ਦਿਖਾਈ ਹੈ ਮੁਸ਼ਕਲ ਟਾਈਮ ਦੇ ਵਿੱਚ। ਸੋ ਵੀ ਆਰ ਸੋ ਗ੍ਰੇਟਫੁਲ ਕਿ ਉਹਨਾਂ ਦਾ ਅਸੀਂ ਕਰੀਏ, ਉਹਨਾਂ ਦਾ ਵੀ ਆਰ ਸੋ ਗ੍ਰੇਟਫੁਲ ਦੇ ਹੈਵ ਡਨ ਐਕਸੈਪਸ਼ਨਲੀ ਗੁੱਡ ਜੌਬ। ਫਿਰ ਨੈਕਸਟ ਜਿਹੜੇ ਸਾਡੇ ਸਪੀਕਰ ਸੀ ਡਾਕਟਰ ਪ੍ਰੀਤ Chahal, Dr. Leena Jain, Dr. Rajiv Rebai, and Victoria Lougheed and Kathleen Archibald, ਉਹਨਾਂ ਦਾ ਬਹੁਤ ਧੰਨਵਾਦ ਕਿ ਉਹਨਾਂ ਨੇ ਇਸ ਪ੍ਰੋਗਰਾਮ ਵਿੱਚ ਪਾਰਟਿਸਿਪੇਟ ਕੀਤਾ। ਇਸ ਤੋਂ ਇਲਾਵਾ ਜਿਹੜੀ ਤੁਸੀਂ ਦੇਖੀ ਸੀ ਵੀ ਜਿਹੜੀ ਪ੍ਰੈਜੈਂਟੇਸ਼ਨ ਦੇ ਟਾਈਮ ਜਿਹੜੀ ਟਰਾਂਸਲੇਸ਼ਨ ਸੀ ਨਾ ਉਹ ਐਕਸੈਪਸ਼ਨਲੀ ਗੁੱਡ ਟਰਾਂਸਲੇਸ਼ਨ ਸੀ ਤੇ ਉਹਦੇ ਵਿੱਚ ਸੁਰਜੀਤ ਕਲਸੀ, ਪ੍ਰਦੀਪ ਬੈਂਸ, ਅੰਮ੍ਰਿਤ ਚੰਦਨ, ਸੁਖਵੰਤ ਬਨਵੈਦ ਇਹਨਾਂ ਨੇ ਸਾਡੀ ਮਦਦ ਕੀਤੀ। ਅਸੀਂ ਜਿਹੜੇ ਸਾਡੇ ਜਿੱਥੇ ਵਿਊਇੰਗ ਹਬਸ ਨੇ ਆਪਣਾ ਲక్ష్ਮੀ ਨਾਰਾਇਣ ਜਿਹੜਾ ਟੈਂਪਲ ਹੈ ਉਹਦੇ ਵਿੱਚ ਮਿਸਟਰ ਹੋਂਡਾ ਉਹ ਹਮੇਸ਼ਾ ਤੋਂ 11 ਸਾਲਾਂ ਤੋਂ ਸਾਡੇ ਨਾਲ ਨੇ, ਉਹਨਾਂ ਨੇ ਬਹੁਤ ਇਸ ਕੰਮ ਦੇ ਵਿੱਚ ਸਾਡਾ ਸਹਿਯੋਗ ਦਿਖਾਇਆ। ਉਹਨਾਂ ਦੇ ਨਾਲ ਉੱਥੇ ਅਨੂਪ ਨੇ ਜਿਹੜੇ ਕਿ ਇਸ ਚੀਜ਼ ਨੂੰ ਜਿਹੜਾ ਇਨਫੋਰਮੇਸ਼ਨ ਦੀ ਟਰਾਂਸਲੇਸ਼ਨ ਪਲੱਸ ਜਿਹੜਾ ਪੇਪਰ ਵਰਕ ਤੁਹਾਡੇ ਤੇ ਇਕੱਠਾ ਕਰਨਗੇ। ਹਰਲੀਨ ਚੌਹਾਨ ਨੇ ਆਪਣੇ ਗੁਰੂ ਨਾਨਕ ਸਿੱਖ ਗੁਰਦੁਆਰਾ ਦੇ ਵਿੱਚ ਉੱਥੋਂ ਆਪਣੀ ਇਨਫੋਰਮੇਸ਼ਨ ਉਹ ਸਾਡੇ ਤੁਹਾਡੇ ਤੱਕ ਪਹੁੰਚਾ ਰਹੇ ਨੇ ਤੇ ਵਾਪਸ ਉਹ ਆਈਕॉन ਨੂੰ ਦੇਣਗੇ ਵੀ ਲੋਕਾਂ ਦੇ ਕੀ ਵਿਚਾਰ ਸਨ। ਇਸ ਤੋਂ ਇਲਾਵਾ ਜਿਹੜੀਆਂ ਦੋਨੀ ਆਰਗੇਨਾਈਜੇਸ਼ਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਨੇ ਆ ਕਿ ਉਹਨਾਂ ਨੇ ਸਾਨੂੰ ਇਸ ਟਾਈਮ ਦੇ ਵਿੱਚ ਸਹਿਯੋਗ ਦਿੱਤਾ। ਇਹ ਟਾਈਮ ਬੜਾ ਮੁਸ਼ਕਲ ਸੀ ਕਿਉਂਕਿ ਇਹ ਕੋਵਿਡ ਦੇ ਟਾਈਮ ਦੇ ਵਿੱਚ ਇਹ ਕੰਮ ਔਖਾ ਹੁੰਦਾ, ਪਰ ਫਿਰ ਵੀ ਬਹੁਤ ਟਰਾਈ ਕੀਤੀ ਹੈ ਤੇ ਜਿਹੜਾ ਸਾਰਾ ਪ੍ਰੋਗਰਾਮ ਅਸੀਂ ਕੀਤਾ ਇਹਨੂੰ ਅਸੀਂ ਆਈਕॉन ਦੀ ਵੈਬਸਾਈਟ ਤੇ ਅਸੀਂ ਪੋਸਟ ਕਰ ਦੇਣਾ ਕਿ ਤੁਸੀਂ ਇਹਨੂੰ ਵਾਚ ਕਰ ਸਕਦੇ ਹੋ। ਆਉਣ ਵਾਲੇ ਸਮੇਂ ਵਿੱਚ ਕੁਝ ਟਾਈਮ ਦੇ ਬਾਅਦ ਅਸੀਂ ਪੋਸਟ ਕਰਾਂਗੇ ਤੇ ਫਿਰ ਤੁਸੀਂ ਵੇਖ ਸਕਦੇ ਹੋ। ਪਹਿਲਾਂ ਵੀ ਅਸੀਂ ਬਹੁਤ ਪ੍ਰੋਗਰਾਮ ਆਪਣੀ ਭਾਸ਼ਾ ਵਿੱਚ ਕੀਤੇ ਨੇ ਤੇ ਮੈਂ ਸਮਝਣਾ ਵੀ ਆਈਕॉन ਦੀ ਪਿਛਲੇ 11 ਸਾਲਾਂ ਵਿੱਚ ਬੜੀ ਸਿਗਨੀਫੀਕੈਂਟ ਕੰਟਰੀਬਿਊਸ਼ਨ ਹੈ ਕਿ ਅਸੀਂ ਕਮਿਊਨਿਟੀ ਦੇ ਨਾਲ ਮਿਲ ਕੇ ਕਮਿਊਨਿਟੀ ਦੇ ਫਿਜ਼ੀਸ਼ੀਅਨਸ ਦੇ ਨਾਲ ਹੋਰ ਹੈਲਥ ਕੇਅਰ ਪ੍ਰੋਵਾਈਡਰ ਦੇ ਨਾਲ ਮਿਲ ਕੇ ਤੁਹਾਡੇ ਤੱਕ ਪ੍ਰੋਗਰਾਮ ਪਹੁੰਚਾਉਂਦੇ ਹਾਂ ਤਾਂ ਕਿ ਤੁਸੀਂ ਜਿਹੜੀਆਂ ਲੰਬੇ ਸਮੇਂ ਦੀਆਂ ਬਿਮਾਰੀਆਂ ਨੇ ਉਹਨਾਂ ਨੂੰ ਮੈਨੇਜ ਕਰ ਸਕੋ ਘਰ ਦੇ ਵਿੱਚ। ਤੇ ਇਸ ਵਾਰੀ ਸਟ੍ਰੋਕ ਤੇ ਤਾਂ ਫੋਕਸ ਕੀਤਾ ਸੀ ਕਿਉਂਕਿ ਜਿਹੜੀਆਂ ਸਾਰੀਆਂ ਬਿਮਾਰੀਆਂ ਨੇ ਅਖੀਰ ਦੇ ਵਿੱਚ ਜਾਂ ਤੁਹਾਨੂੰ ਸਟ੍ਰੋਕ ਵੱਲ ਖੜਦੀਆਂ ਨੇ ਜਾਂ ਤੁਹਾਨੂੰ ਹਾਰਟ ਅਟੈਕ ਵੱਲ ਖੜਦੀਆਂ ਨੇ। ਸੋ ਮੈਂ ਸਮਝਦਾ ਕਿ ਇਸ ਟਾਈਮ ਦੇ ਵਿੱਚ ਅਸੀਂ ਜਾਣ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਦਾ ਧੰਨਵਾਦ ਕਰੀਏ ਜਿਨ੍ਹਾਂ ਨੇ ਵਾਚ ਕੀਤਾ ਤੇ ਪਲੱਸ ਡਾਕਟਰ ਕੈਂਡਲ ਹੋ ਜਿਹੜੇ ਕਿ ਓਵਰਆਲ ਇੰਚਾਰਜ ਨੇ ਇਸ ਪ੍ਰੋਗਰਾਮ ਦੇ, ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਨਾ ਕਿ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ। ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਸਪੋਰਟ ਸਟਾਫ ਇੱਥੇ ਸਾਰਾ ਜਿਹੜਾ ਉਹਨਾਂ ਨੇ ਜਾਂ ਜਿਹੜੇ ਆਰਗੇਨਾਈਜ਼ ਕਰਦੇ ਪਏ ਨੇ, ਇਟ ਟੇਕਸ ਲੋਟ ਆਫ ਟਾਈਮ ਐਂਡ ਐਫਰਟਸ and we are so grateful they have done an exceptionally good job, and hopefully when we do the next program we will have in person because I think idea हैगा भी लोगों तक reach करना, information provide करनी। ते मेरे left side पे Harman is assisting me for the last 2 days and I just want to say we are so grateful that you're working so hard and ਸਾਡਾ ਪ੍ਰੋਗਰਾਮ ਦੀ ਸਕਸੈਸ ਵਿੱਚ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਇੱਥੇ ਹੈਗੇ ਤੁਹਾਡੇ ਉਹਨਾਂ ਦਾ ਬਹੁਤ ਹੱਥ ਹੈ। ਸੋ ਸਾਰਿਆਂ ਦਾ ਬਹੁਤ ਧੰਨਵਾਦ ਤੇ ਫਿਰ ਮਿਲਦੇ ਹਾਂ ਅਗਲੇ ਸਾਲ ਜਦੋਂ ਵੀ ਮੌਕਾ ਮਿਲਿਆ ਇਨ ਪਰਸਨ ਮਿਲਣ ਦਾ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਗੁੱਡ ਈਵਨਿੰਗ, ਨਮਸਕਾਰ, ਗੁੱਡ ਬਾਏ।